ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ। ਸਹਜ ਸਮਾਵਨ ਸੰਗ ਰਹਾਉ, ਜਨ ਕੇ ਚਰਨ ਵਸਹਿ ਮੇਰੇ ਹੀ। ਅਰੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ, ਕਬੀਰ ਗਗਨ ਦਮਾਮਾ ਬਾਜਿਓ। ਪਰਿਓ ਨਿਸ਼ਾਨੈ ਘਾਉ, ਖੇਤ ਜੋ ਮਾਂਡਿਓ ਸੂਰਮਾ। ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨ ਛਾਡੈ ਖੇਤ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਸ ਗਾਉਂਦਾ ਏ ਜਗਤ ਅੱਜ ਸਾਰਾ, ਗੁਰੂ ਜੀ ਦੇ ਲਾਲਾਂ ਦਾ। ਜਸ ਗਾਉਂਦਾ ਏ ਜਗਤ ਅੱਜ ਸਾਰਾ, ਗੁਰੂ ਜੀ ਦੇ ਲਾਲਾਂ ਦਾ। ਜਸ ਗਾਉਂਦਾ ਏ ਜਗਤ ਅੱਜ ਸਾਰਾ, ਗੁਰੂ ਜੀ ਦੇ ਲਾਲਾਂ ਦਾ। ਜਸ ਗਾਉਂਦਾ ਏ ਜਗਤ ਅੱਜ ਸਾਰਾ, ਗੁਰੂ ਜੀ ਦੇ ਲਾਲਾਂ ਦਾ। ਜਸ ਗਾਉਂਦਾ ਹੈ ਜਗਤ ਅੱਜ ਸਾਰਾ, ਗੁਰੂ ਜੀ ਦੇ ਲਾਲਾਂ ਦਾ। ਜਸ ਗਾਉਂਦਾ ਹੈ ਜਗਤ ਅੱਜ ਸਾਰਾ, ਗੁਰੂ ਜੀ ਦੇ ਲਾਲਾਂ ਦਾ। ਜਸ ਗਾਉਂਦਾ ਹੈ ਜਗਤ ਅੱਜ ਸਾਰਾ, ਬਈ ਜਗਤ ਅੱਜ ਸਾਰਾ। ਧੰਨ ਮਾਤਾ ਗੁਜਰੀ ਦਾ, ਜਸ ਗਾਉਂਦਾ ਏ ਜਗਤ ਅੱਜ ਸਾਰਾ। ਧੰਨ ਮਾਤਾ ਗੁਜਰੀ ਦਾ, ਜਸ ਗਾਉਂਦਾ ਏ ਜਗਤ ਅੱਜ ਸਾਰਾ। ਧੰਨ ਮਾਤਾ ਗੁਜਰੀ ਦਾ, ਜਸ ਗਾਉਂਦਾ ਹੈ ਜਗਤ ਅੱਜ ਸਾਰਾ। ਧੰਨ ਮਾਤਾ ਗੁਜਰੀ ਦਾ, ਜਸ ਗਾਉਂਦਾ ਹੈ ਜਗਤ ਅੱਜ ਸਾਰਾ। ਧੰਨ ਮਾਤਾ ਗੁਜਰੀ ਦਾ, ਜਸ ਗਾਉਂਦਾ ਹੈ ਜਗਤ ਅੱਜ ਸਾਰਾ। ਧੰਨ ਮਾਤਾ ਗੁਜਰੀ ਦਾ, ਜਸ ਗਾਉਂਦਾ ਏ ਜਗਤ ਅੱਜ ਸਾਰਾ ਜੀ। ਜਗਤ ਅੱਜ ਸਾਰਾ। ਕਲਗੀਆਂ ਵਾਲੇ ਦਾ, ਜਸ ਗਾਉਂਦਾ ਏ ਜਗਤ ਅੱਜ ਸਾਰਾ। ਕਲਗੀਆਂ ਵਾਲੇ ਦਾ, ਜਸ ਗਾਉਂਦਾ ਹੈ ਜਗਤ
ਵਾਲੇ ਦਾ ਸੱਚ ਗਾਉਂਦਾ ਹੈ ਜਗਤ ਅਜ ਸਾਰਾ ਕਲਗੀਆਂ ਵਾਲੇ ਦਾ ਸੱਚ ਗਾਉਂਦਾ ਹੈ ਜਗਤ ਅਜ ਸਾਰਾ ਕਲਗੀਆਂ ਵਾਲੇ ਦਾ ਜਸ ਗਾਉਂਦਾ ਹੈ ਜਗਤ ਅੱਜ ਜਗਤ ਅੱਜ ਸਾਰਾ ਗੁਰੂ ਜੀ ਦੇ ਲਾਲਾਂ ਦਾ ਜਸ ਗਾਉਂਦਾ ਹੈ ਜਗਤ ਅੱਜ ਸਾਰਾ ਗੁਰੂ ਜੀ ਦੇ ਲਾਲਾਂ ਦਾ ਜਸ ਗਾਉਂਦਾ ਹੈ ਜਗਤ ਅੱਜ ਸਾਰਾ ਗੁਰੂ ਜੀ ਦੇ ਲਾਲਾਂ ਦਾ ਜਸ ਗਾਉਂਦਾ ਹੈ ਜਗਤ ਅੱਜ ਸਾਰਾ ਗੁਰੂ ਜੀ ਦੇ ਲਾਲਾਂ ਦਾ ਜਸ ਗਾਉਂਦਾ ਹੈ ਜਗਤ ਅੱਜ ਸਾਰਾ ਗੁਰੂ ਜੀ ਦੇ ਲਾਲਾਂ ਦਾ ਜਸ ਗਾਉਂਦਾ ਹੈ ਜਗਤ ਅੱਜ ਸਾਰਾ ਗੁਰੂ ਜੀ ਦੇ ਲਾਲਾਂ ਦਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਦੀਨ ਦੁਨੀਆ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਧੰਨ ਮਾਤਾ ਗੁਜਰੀ ਜੀ ਧੰਨ ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਪਿਆਰੀ ਮਿੱਠੀ ਅਤੇ ਨਿੱਘੀ ਯਾਦ ਮੇਨ ਬਾਜ਼ਾਰ ਮਾਰਕੀਟ ਬਰੇਟਾ ਸ਼ਹਿਰ ਨਿਵਾਸੀ ਸੰਗਤਾਂ ਅੱਜ ਇਹ 9ਵਾਂ ਸਮਾਗਮ ਹੈ ਸਾਲਾਨਾ ਬੜੇ ਉਤਸ਼ਾਹ ਦੇ ਨਾਲ ਭਰੇ ਮਨ ਦੇ ਨਾਲ ਤਨ ਮਨ ਧਨ ਕਰਕੇ ਗੁਰੂ ਜੀ ਦੇ ਪਰਿਵਾਰ ਦੀ ਯਾਦ ਵਿੱਚ ਆਪਾਂ ਸਾਰੇ ਇਕੱਤਰ ਹੋ ਰਹੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਪਿਆਰ ਸਤਿਕਾਰ ਨੂੰ ਮੁੱਖ ਰੱਖ ਕੇ ਸਰਬੱਤ ਸੰਗਤ ਮਾਈ ਭਾਈ ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ ਪਵਿੱਤਰ ਪਾਵਨ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਨੇਕ ਕਮਾਈ ਨੇਕ ਕਰਮ ਕਰਕੇ ਸਮਾਜ ਨੂੰ ਕੋਈ ਸੇਧ ਦਿੱਤੀ ਹੋਵੇ ਸਮਾਜ ਨੂੰ ਕੋਈ ਚੰਗਾ ਦੇਣ ਦਿੱਤਾ ਹੋਵੇ ਉਹਨਾਂ ਦੀਆਂ ਯਾਦਾਂ ਅੱਜ ਪੂਰੇ ਸੰਸਾਰ ਦੇ ਵਿੱਚ ਆਲ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਜੀ ਨੂੰ ਪਿਆਰ ਕਰਨ ਵਾਲਾ ਕੋਈ ਵੀ ਮਾਈ ਭਾਈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੈ ਜਿਸ ਦੇ ਅੰਦਰ ਪਿਆਰ ਹੈ ਭਾਵੇਂ ਉਹ ਕਥਾ ਦੁਆਰਾ ਕੀਰਤਨ ਦੁਆਰਾ ਗੁਰੂ ਘਰ ਦੇ ਗ੍ਰੰਥੀ ਸਾਹਿਬਾਨਾਂ ਦੁਆਰਾ ਭਾਵੇਂ ਸੁਖਮਨੀ ਸਾਹਿਬ ਦੇ ਪਾਠ ਸਹਿਜ ਪਾਠ ਅਖੰਡ ਪਾਠ ਸਾਹਿਬ ਭਾਵੇਂ ਗੁਰੂ ਕੇ ਲੰਗਰ ਭਾਵੇਂ ਉਹ ਮੋਬਾਈਲ ਦੇ ਜ਼ਰੀਏ ਥਾਂ ਥਾਂ 'ਤੇ ਆਪਾਂ ਵੇਖਦੇ ਹਾਂ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਅੱਜ ਇੰਨਾ ਜਜ਼ਬਾ ਇੰਨਾ ਪਿਆਰ ਵੇਖਣ ਨੂੰ ਮਿਲਿਆ ਉਹ ਸਟੇਟਸ ਲੱਗੇ ਨੇ ਜਿਹੜੇ ਅੱਜ ਇੱਕ ਅੱਧ ਦੀ ਗੱਲ ਨਹੀਂ ਹੈ ਬਾਕੀ ਜਿੰਨੇ ਬੱਚੇ ਨੇ ਨੌਜਵਾਨ ਯੂਥ ਕਿਉਂਕਿ ਸਾਨੂੰ ਯੂਥ ਤੋਂ ਹੀ ਜ਼ਿਆਦਾ ਆਸਾਂ ਨੇ ਜੇ ਸਾਡਾ ਯੂਥ ਸੰਭਲ ਜਾਵੇ ਤਾਂ ਸਭ ਕੁਝ ਮੋਰਚਾ ਫਤਿਹ ਹੋ ਜਾਂਦਾ ਹੈ। ਮਾਪਿਆਂ ਦੀ ਡੰਗੋਰੀ ਹੁੰਦੇ ਨੇ ਬੱਚੇ ਬੱਚੀਆਂ ਬੁਢੇਪੇ ਦੀ ਡੰਗੋਰੀ ਹੁੰਦੇ ਨੇ ਅੱਖੀਆਂ ਦਾ ਚਾਨਣ ਹੁੰਦੇ ਨੇ ਆਪਾਂ ਇਹਨਾਂ ਸਮਾਗਮਾਂ ਦੀ ਬਦੌਲਤ ਖੁਦ ਵੀ ਸਮਝਣਾ ਹੈ ਤੇ ਬੱਚਿਆਂ ਨੂੰ ਵੀ ਸਮਝਾਉਣਾ ਹੈ ਤਾਂ ਉਹਨਾਂ ਦੇ ਮੋਬਾਈਲਾਂ ਦੇ ਉੱਪਰ ਸਟੇਟਸ ਲੱਗੇ ਨੇ ਗੁਰੂ ਕੇ ਲਾਲਾਂ ਦੇ ਗੁਰੂ ਕੇ ਪਰਿਵਾਰ ਦੇ ਧੰਨ ਮਾਤਾ ਗੁਜਰੀ ਜੀਆਂ ਦੇ ਔਰ ਵੱਖ-ਵੱਖ ਵਿਦਵਾਨ ਆਪਣੇ ਆਪਣੇ ਵਿਚਾਰ ਕਥਾ ਦੇ ਰੂਪ ਵਿੱਚ ਮੋਬਾਈਲਾਂ 'ਤੇ ਲਿਖ ਕੇ ਪਾ ਰਹੇ ਨੇ ਜਿਹਨੂੰ ਆਪਾਂ ਸਾਰੇ ਪੜ੍ਹ ਰਹੇ ਹਾਂ। ਮੇਰਾ ਕਹਿਣ ਤੋਂ ਭਾਵ ਕੋਈ ਐਸਾ ਮਾਈ ਭਾਈ ਨਹੀਂ ਹੈ ਅੱਜ ਜਿਹਦੀ ਸੁਰਤ ਗੁਰੂ ਕੇ ਪਰਿਵਾਰ ਦੇ ਨਾਲ ਫਤਿਹਗੜ੍ਹ ਸਾਹਿਬ ਦੀ ਧਰਤੀ
ਚਮਕੌਰ ਦੀ ਗੜੀ, ਆਨੰਦਪੁਰ ਸਾਹਿਬ ਦਾ ਕਿਲਾ, ਜੇ ਉੱਥੇ ਦੀ ਸੁਰਤ ਯਾਤਰਾ ਨਾ ਕਰਦੀ ਹੋਵੇ। ਅੱਜ ਸੁਰਤ ਉੱਥੇ ਦੀ ਯਾਤਰਾ ਕਰ ਰਹੀ ਹੈ। ਬਹੁਤ ਸਾਰੇ ਪਰਿਵਾਰ, ਆਪਣੇ ਬੱਚੇ, ਆਪਣੇ ਵੀਰ, ਆਪਣੇ ਬਜ਼ੁਰਗ ਆਪਣੇ ਆਪਣੇ ਸਾਧਨਾਂ 'ਤੇ ਸਾਧ ਸੰਗਤ ਸਵਾਰ ਹੋ ਕੇ ਉਹ ਉਸ ਪਾਵਨ ਧਰਤੀ ਨੂੰ ਨਮਸਕਾਰ ਕਰ ਰਹੇ ਨੇ। ਸੋ ਆਓ ਅੱਜ ਆਪਾਂ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇੱਕ ਸਵਾਰੀ ਹੁੰਦੀ ਹੈ ਕਿਸੇ ਵਾਹਣ ਦੀ। ਗੁਰੂ ਘਰ ਦੇ ਵਿੱਚ ਵਾਹਿਗੁਰੂ ਦੇ ਦਰ 'ਤੇ, ਪਰਮਾਤਮਾ ਦੇ ਦਰ 'ਤੇ, ਭਗਵਾਨ ਦੇ ਦਰ 'ਤੇ ਦੋ ਯਾਤਰਾ ਨੇ। ਜੇ ਵਾਹਣ ਦੀ ਯਾਤਰਾ ਕਰਕੇ ਆਪਾਂ ਉੱਥੇ ਪਹੁੰਚ ਸਕਦੇ ਹਾਂ ਤਾਂ ਵਾਹ ਵਾਹ, ਭਾਵੇਂ ਕੋਈ ਗੱਡੀ ਹੈ, ਭਾਵੇਂ ਟਰਾਲੀ ਹੈ, ਭਾਵੇਂ ਮੋਟਰਸਾਈਕਲ ਹੈ। ਕਿਸੇ ਕਾਰਨ ਕਰਕੇ ਆਪਾਂ ਨਹੀਂ ਉੱਥੇ ਜਾ ਸਕਦੇ, ਫਤਿਹਗੜ੍ਹ ਸਾਹਿਬ ਨਹੀਂ ਜਾ ਸਕੇ, ਚਮਕੌਰ ਸਾਹਿਬ ਨਹੀਂ ਜਾ ਸਕੇ, ਤਾਂ ਫਿਰ ਮਹਾਰਾਜ ਜੀ ਕਹਿੰਦੇ ਤੈਨੂੰ ਹੁਣ ਦੂਸਰਾ ਵਾਹਣ ਦਿੰਦੇ ਆ। ਉਹ ਕਿਹੜਾ ਵਾਹਣ ਹੈ? ਉਹ ਹੈ ਸੁਰਤ ਦੀ ਸਵਾਰੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁਰਤ ਦੀ ਸਵਾਰੀ। ਫਿਰ ਕਹਿੰਦੇ ਆ ਤੂੰ ਸੁਰਤ ਕਰਕੇ ਯਾਤਰਾ ਕਰਿਆ। ਆਓ ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ, ਮਹਾਰਾਜ ਜੀ ਬਖਸ਼ਿਸ਼ ਕਰਨਗੇ, ਹਰ ਸਾਲ ਦੀ ਤਰ੍ਹਾਂ ਸੁਰਤ ਦੀ ਯਾਤਰਾ ਕਰੀਏ। ਸਰੀਰ ਨੂੰ ਇੱਥੇ ਬੈਠਾ ਰਹਿਣ ਦੇ। ਸਰੀਰ ਬੈਠਾ ਹੈ ਤੇ ਯਾਤਰਾ ਸੁਰਤ ਨੇ ਕਰਨੀ ਹੈ। ਸੁਰਤ ਯਾਤਰਾ ਤਦ ਕਰੇਗੀ ਜੇ ਜੁੜ ਜਾਵੇਗੀ। ਜੇ ਜੁੜ ਜਾਵੇਗੀ ਨਾ, ਸੱਚ ਜਾਣੋ, ਸਾਰੇ ਦਰਸ਼ਨ ਹੋ ਜਾਣਗੇ ਉੱਥੇ ਦੇ। ਜਿੱਥੋਂ ਜਿੱਥੋਂ ਦੀ ਵਿਚਾਰ ਚੱਲੇਗੀ ਉੱਥੇ ਉੱਥੇ ਦੇ ਦਰਸ਼ਨ ਹੋ ਜਾਣਗੇ। ਸੋ ਆਓ ਪਿਆਰ ਵਾਲਿਓ, ਸਤਿਗੁਰੂ ਮਹਾਰਾਜ ਜੀ ਪਰਉਪਕਾਰੀ ਨੇ। ਪਰਉਪਕਾਰ ਹਿੱਤ ਸਤਿਗੁਰਾਂ ਨੇ ਆਪਣਾ ਪੂਰਾ ਪਰਿਵਾਰ, ਜਿਸ ਦੇ ਵਿੱਚ ਸਤਿਗੁਰਾਂ ਦੇ ਸਤਿਕਾਰਯੋਗ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਸਤਿਗੁਰ ਜੀ ਖੁਦ ਆਪ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਧੰਨ ਗੁਰੂ ਕੇ ਚਾਰੋਂ ਸਾਹਿਬਜ਼ਾਦੇ ਔਰ ਸਮੁੱਚਾ ਪਰਿਵਾਰ, ਸਤਿਗੁਰਾਂ ਨੇ ਕੌਮ ਦੇ ਲੇਖੇ, ਧਰਮ ਦੇ ਲੇਖੇ ਲਾ ਦਿੱਤਾ। ਸਾਡੇ ਸਿਰਾਂ ਉੱਪਰੋਂ ਦੀ ਵਾਰ ਦਿੱਤਾ, ਇੱਕ ਇੱਕ ਕਰਕੇ ਵਾਰ ਦਿੱਤਾ। ਖਾਸ ਕਰਕੇ ਆ ਜਿਹੜਾ 21 ਤਰੀਕ ਤੋਂ ਲੈ ਕੇ 29 ਤਰੀਕ, 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਸਾਡਾ ਅਨਮੋਲ ਖਜ਼ਾਨਾ ਸਾਡੇ ਕੋਲੋਂ ਚਲਿਆ ਗਿਆ, ਉਹ ਕਦੇ ਵੀ ਜ਼ਿੰਦਗੀ 'ਚ ਬਹੁਤ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ, ਘਾਟੇ ਪੂਰੇ ਹੋ ਜਾਂਦੇ ਨੇ, ਪਰ ਇਹ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ। ਇਹ ਕਦੇ ਪੂਰਾ ਨਹੀਂ ਹੋਵੇਗਾ, ਕਿਉਂਕਿ ਉਹ ਅਮੋਲਕ ਚੀਜ਼ਾਂ ਸਾਡੇ ਕੋਲੋਂ ਵਿਛੜ ਗਈਆਂ, ਸਰੀਰਾਂ ਕਰਕੇ ਵਿਛੜੇ ਨੇ। ਉਸ ਤਰ੍ਹਾਂ ਹਮੇਸ਼ਾ ਸਾਡੀ ਅਗਵਾਈ ਕਰਨਗੇ। ਤਾਂ ਜਦੋਂ ਇਸ਼ਾਰੇ ਮਾਤਰ ਆਪਾਂ ਗੱਲ ਕਰਾਂਗੇ, ਇਸ਼ਾਰੇ ਮਾਤਰ ਵਿਚਾਰ ਕਰਾਂਗੇ, ਟੂ ਦਾ ਪੁਆਇੰਟ, ਸਮਝ ਵੀ ਆਵੇ ਤੇ ਯਾਤਰਾ ਵੀ ਹੋਵੇ। ਜਿਸ ਵੇਲੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਦੁਸ਼ਮਣਾਂ ਨੇ, 22 ਧਾਰ ਦੇ ਰਾਜੇ, ਦਿੱਲੀ ਦੀ ਫੌਜ, ਔਰੰਗਜ਼ੇਬ ਬਾਦਸ਼ਾਹ ਦੀ ਫੌਜ ਭੇਜੀ ਤੇ ਇੱਧਰੋਂ 22 ਧਾਰ ਦੇ ਰਾਜਿਆਂ ਨੇ। ਹੁਣ ਇੱਥੇ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ, 22 ਧਾਰ ਦੇ ਰਾਜਿਆਂ ਦੀ ਅਗਵਾਈ ਕੌਣ ਕਰ ਰਿਹਾ? 22 ਧਾਰ ਦੀਆਂ ਫੌਜਾਂ ਨੇ ਜਿਹੜੀਆਂ ਰਾਜਿਆਂ ਦੀਆਂ, ਉਹਨਾਂ ਦੀ ਅਗਵਾਈ ਕਰ ਰਿਹਾ ਰਾਜਾ ਭੀਮ ਚੰਦ। ਇਹ ਉਹਨਾਂ ਦਾ ਆਗੂ ਹੈ, ਜਿੱਧਰ ਨੂੰ ਉਹ ਇਸ਼ਾਰਾ ਕਰਦਾ ਉਹ ਫੌਜਾਂ ਉਹੀ ਕਰਦੀਆਂ ਨੇ। ਤੇ ਹੁਣ ਰਾਜਾ ਭੀਮ ਚੰਦ ਕੌਣ ਸੀ? ਰਾਜਾ ਭੀਮ ਚੰਦ ਤਾਰਾ ਚੰਦ ਰਾਜੇ ਦਾ ਪੋਤਰਾ ਸੀ, ਦਲੀਪ ਚੰਦ ਦਾ ਪੁੱਤਰ ਸੀ ਇਹ। ਜਿਹੜਾ ਤਾਰਾ ਚੰਦ ਸੀ ਇਹ ਗਵਾਲੀਅਰ ਦੇ ਕਿਲੇ ਦੇ ਵਿੱਚ ਸੜ ਰਿਹਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ ਨਾ, ਜਾਪ ਕੀਤਾ ਜਹਾਂਗੀਰ ਵਾਸਤੇ, ਉਸ ਵੇਲੇ ਇਹ ਸੜ ਰਿਹਾ ਸੀ। ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ 52 ਰਾਜੇ, ਜਿਹਦੇ ਵਿੱਚੋਂ ਭੀਮ ਚੰਦ ਦਾ ਦਾਦਾ ਵੀ ਉੱਥੇ ਵਿੱਚ ਸੀ। ਉਹਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਦਿੱਤੇ। ਇਸ਼ਾਰੇ ਮਾਤਰ ਗੱਲ ਕਰਾਂਗੇ ਫਿਰ ਸਮਝ ਆ ਜਾਂਦੀ ਹੈ। ਲੋਕ ਤੇ ਪ੍ਰਲੋਕ ਦੇ ਸੁੱਖ ਦਿੱਤੇ, ਬੰਦੀ ਛੋੜ ਦਾਤੇ ਨੇ ਇਹਨੂੰ ਬਰੀ ਕੀਤਾ। ਚੋਲੇ ਦੀ ਕਲੀ ਫੜ ਕੇ ਇਹ ਵੀ ਬਾਹਰ ਆਇਆ, ਤਾਰਾ ਚੰਦ ਵੀ। ਸਤਿਗੁਰੂ ਮਹਾਰਾਜ ਜੀ 52 ਰਾਜਿਆਂ ਨੂੰ ਬਾਹਰ ਲਿਆ ਕੇ ਪੁੱਛਦੇ ਨੇ, ਹੁਣ ਤੁਹਾਡਾ ਪ੍ਰਯੋਜਨ ਕੀ ਆ ਅਗਲਾ? ਇਹਨਾਂ ਨੇ ਸਹੁੰ ਖਾ ਕੇ ਆਖਿਆ, ਸੱਚੇ ਪਾਤਸ਼ਾਹ ਅਸੀਂ ਸਹੁੰ ਖਾ ਕੇ ਆਖਦੇ ਹਾਂ, ਅੱਜ ਤੋਂ ਬਾਅਦ ਅਸੀਂ ਖੁਦ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਸੇ ਤੇ ਧੱਕਾ ਨਹੀਂ ਕਰਨਗੀਆਂ। ਤਾਰਾ ਚੰਦ ਨੇ ਸਹੁੰ ਖਾਧੀ ਸੀ ਉੱਥੇ। ਇਹ ਹਿੰਦੂ ਰਾਜੇ ਸੀ 52। ਅੱਜ ਤੋਂ ਬਾਅਦ ਅਸੀਂ ਕਿਸੇ ਦਾ ਹੱਕ ਨਹੀਂ ਮਾਰਾਂਗੇ, ਕਿਸੇ ਨਾਲ ਜ਼ਿਆਦਤੀ ਨਹੀਂ ਕਰਾਂਗੇ। ਤੇ ਉਹ ਤੋਂ ਵੱਡੀ ਗੱਲ, ਜਿਹੜਾ ਦਲੀਪ ਚੰਦ ਸੀ, ਤਾਰਾ ਚੰਦ ਦਾ ਪੁੱਤਰ ਰਾਜਾ ਦਲੀਪ ਚੰਦ, ਇਹਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਗੁਰੂ ਸਾਹਿਬ ਨੂੰ ਬੈ ਦਵਾਈ ਸੀ।
ਆਨੰਦਪੁਰ ਸਾਹਿਬ ਜਦੋਂ ਵਸਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਲੀਪ ਚੰਦ ਕਹਿੰਦਾ, ਮਹਾਰਾਜ ਤੁਸੀਂ ਸਾਡੇ ਤੇ ਵੱਡਾ ਪਰਉਪਕਾਰ ਕੀਤਾ ਹੈ, ਜਿੱਥੇ ਤੱਕ ਤੁਸੀਂ ਜ਼ਮੀਨ ਤੇ ਇਸ਼ਾਰਾ ਕਰ ਦੇਂਗੇ ਉੱਥੇ ਤੱਕ ਤੁਹਾਡੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਇਸ ਤਰ੍ਹਾਂ ਅਸੀਂ ਕਬਜ਼ਾ ਨਹੀਂ ਕਰਦੇ, ਅਸੀਂ ਖੁਦ ਖਰੀਦਾਂਗੇ, ਸੰਗਤ ਦੇ ਪੈਸੇ ਨਾਲ ਜ਼ਮੀਨ ਖਰੀਦਾਂਗੇ, ਦੱਸ ਤੂੰ ਕਿੱਥੇ ਤੱਕ ਦਿੰਦਾ? ਕਹਿੰਦਾ ਜੀ ਜਿੱਥੇ ਤੱਕ ਤੁਹਾਡੀ ਮਰਜ਼ੀ। ਫਿਰ ਦਲੀਪ ਚੰਦ ਜ਼ਮੀਨ ਦਬਾਉਂਦਾ ਤੇ ਜਦੋਂ ਗੁਰਮੁਖੋ ਇਹ ਉਸ ਵੇਲੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਤਾਂ ਇਹਨਾਂ ਦਾ ਪੋਤਾ ਭੀਮ ਚੰਦ ਅਗਵਾਈ ਕਰ ਰਿਹਾ ਫੌਜ ਦੀ। ਆਨੰਦਪੁਰ ਸਾਹਿਬ ਨੂੰ 7 ਮਹੀਨੇ ਦਾ ਘੇਰਾ ਤੇ ਉਸ ਵੇਲੇ ਸਾਧ ਸੰਗਤ ਬੜੇ ਹਮਲੇ ਹੋਏ, ਬਹੁਤ ਕੁਝ ਹੋਇਆ, ਸਿੰਘਾਂ ਦਾ ਦਾਣਾ ਪਾਣੀ ਬੰਦ ਕਰ ਦਿੱਤਾ, ਬੜਾ ਕੁਝ ਹੋਇਆ। ਇਹ ਲੜੀ ਦਾਸ ਨੇ ਉੱਥੇ ਜੋੜਨੀ ਹੈ ਗੁਰੂ ਕੇ ਲਾਲਾਂ ਦੇ ਨਾਲ। ਬਸ ਇਸ਼ਾਰੇ ਮਾਤਰ ਇੱਥੇ ਰੋਕਾਂਗੇ, ਫਿਰ ਅੱਗੇ ਤੁਰਦੇ ਹਾਂ। ਜਦੋਂ ਘੇਰਾ ਪੈ ਗਿਆ, ਦਾਣਾ ਪਾਣੀ ਬੰਦ ਹੋ ਗਿਆ, ਸਿੰਘ ਭੁੱਖੇ ਨੇ, ਤਿਹਾਏ ਨੇ, ਪਰ ਜੰਗ ਲੜਦੇ ਨੇ, ਮੁੱਖ ਨਹੀਂ ਮੋੜਿਆ ਸਤਿਗੁਰਾਂ ਤੋਂ। ਸਿਰਫ ਜਥੇਦਾਰ ਭਾਈ ਮਹਾ ਸਿੰਘ 40 ਸਿੰਘਾਂ ਸਮੇਤ ਗਿਆ ਬੇਦਾਵਾ ਲਿਖ ਕੇ, ਬਾਕੀ ਕੋਈ ਵੀ ਸਿੰਘ ਗੁਰੂ ਤੋਂ ਨਹੀਂ ਭੱਜਿਆ। ਉਹ ਮਰਜੀਵੜੇ ਸੀ, ਉਹ ਹੁਕਮ ਦੇ ਵਿੱਚ ਰਹਿਣ ਵਾਲੇ ਸੀ, ਉਹਨਾਂ ਨੇ ਸਿੱਖੀ ਨੂੰ ਕਮਾਇਆ ਸੀ। ਤੇ ਉਸ ਵੇਲੇ ਜਦੋਂ ਅੱਜ ਪੰਮੇ ਪ੍ਰੋਹਤ ਨੂੰ ਭੇਜਿਆ ਆਟੇ ਦੀ ਗਊ ਬਣਾ ਕੇ, ਦਿੱਲੀ ਦੀ ਫੌਜ ਨੇ, ਇਸਲਾਮ ਮਤ ਵਾਲਿਆਂ ਨੇ ਕੁਰਾਨ ਸ਼ਰੀਫ ਥਾਲੀ ਵਿੱਚ ਰੱਖ ਕੇ ਪੰਮੇ ਨੂੰ ਭੇਜਿਆ। ਕਹਿੰਦੇ ਜਾ ਕੇ ਬੇਨਤੀ ਕਰ ਸਤਿਗੁਰਾਂ ਨੂੰ ਵੀ ਅਸੀਂ ਗਊ ਦੀ ਸਹੁੰ ਖਾ ਕੇ ਆਖਦੇ ਹਾਂ, ਤੇ ਇਸਲਾਮ ਵਾਲੇ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ ਆਖਦੇ ਨੇ ਪਾਤਸ਼ਾਹ ਕਿਲ੍ਹਾ ਛੱਡ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਅਸੀਂ ਔਰੰਗਜ਼ੇਬ ਨੂੰ ਮੂੰਹ ਦਿਖਾਉਂਦੇ ਰਹਿ ਜਾਂਗੇ। ਤਾਂ ਉਸ ਵੇਲੇ ਮਹਾਰਾਜ ਨੂੰ ਸੰਗਤਾਂ ਕਹਿਣ ਲੱਗੀਆਂ, ਮਾਤਾ ਗੁਜਰੀ ਜੀ ਕਹਿਣ ਲੱਗੇ, ਪੁੱਤਰ ਛੱਡ ਦਿਓ, ਹੁਣ ਤਾਂ ਇਹ ਸੌਹਾਂ ਖਾਂਦੇ ਨੇ। ਮਹਾਰਾਜ ਕਹਿੰਦੇ ਝੂਠੀਆਂ ਸੌਹਾਂ ਨੇ ਮਾਤਾ ਜੀ, ਇਤਬਾਰ ਨਾ ਕਰੋ, ਨਹੀਂ ਛੱਡ ਦਿਓ। ਚਲੋ ਬਹੁਤ ਕੁਝ ਹੋਇਆ। ਸਤਿਗੁਰਾਂ ਨੇ ਸੰਗਤ ਦਾ ਹੁਕਮ ਮੰਨ ਕੇ, ਮਾਤਾ ਜੀ ਦੇ ਹੁਕਮ ਨੂੰ ਮੰਨ ਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ 6 ਪੋਹ ਦੀ ਰਾਤ, 6 ਪੋਹ ਤੇ 7 ਪੋਹ ਦੇ ਵਿਚਕਾਰ ਵਾਲੀ ਜਿਹੜੀ ਰਾਤ ਹੈ, ਸਤਿਗੁਰਾਂ ਨੇ ਹੁਕਮ ਕਰ ਦਿੱਤਾ ਵੀ ਸਿੰਘੋ ਆਪਣਾ ਆਪਣਾ ਸਮਾਨ ਪੈਕ ਕਰ ਲਓ, ਲੋੜੀਂਦਾ ਸ਼ਾਸਤਰ, ਕੱਪੜੇ, ਵਸਤਰ, ਖਾਣ ਪੀਣ ਨੂੰ, ਛਕਣ ਨੂੰ, ਜੋ ਕੁਝ ਵੀ ਹੈ ਉਹ ਬੰਨ੍ਹ ਲਓ, ਅੱਧੀ ਰਾਤ ਦੇ ਵੇਲੇ ਕਿਲ੍ਹਾ ਛੱਡਣਾ ਹੈ। ਉਸ ਵੇਲੇ ਸਤਿਗੁਰਾਂ ਦਾ ਜਿਹੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ, ਇਹਦੇ ਬਾਰੇ ਪਤਾ ਹੋਣਾ ਤੁਹਾਨੂੰ। ਜਦੋਂ ਭਾਈ ਜੈਤਾ ਜੀ ਗੁਰੂ ਜੀ ਦੇ ਸੀਸ ਨੂੰ ਲੈ ਕੇ ਆਏ ਨੇ ਦਿੱਲੀ ਤੋਂ, ਤਾਂ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀ, ਜਿਹਦੇ ਵਿੱਚ ਪਾਤਸ਼ਾਹ ਦਾ ਨਿਯਮ ਸੀ ਰੋਜ਼ਾਨਾ ਗੁਰੂ ਪਿਤਾ ਦੇ ਅਸਥਾਨ ਦੀ ਸੇਵਾ ਕਰਨੀ ਤੇ ਨਮਸਕਾਰ ਕਰਨੀ ਸੰਗਤਾਂ ਸਮੇਤ। ਅੱਜ ਜਦੋਂ ਮਹਾਰਾਜ ਛੱਡਣ ਲੱਗੇ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ, ਉੱਥੇ ਗੁਰਬਖਸ਼ ਸਿੰਘ ਸੀ, ਗੁਰਬਖਸ਼ ਸਿੰਘ ਨੂੰ ਬੁਲਾਇਆ। ਗੁਰਬਖਸ਼ ਸਿੰਘ, ਹਾਂ ਮਹਾਰਾਜ ਅਸੀਂ ਕਿਲ੍ਹਾ ਛੱਡਣ ਚੱਲੇ ਹਾਂ, ਤੇਰੀ ਡਿਊਟੀ ਇਹ ਹੈ ਵੀ ਤੂੰ ਗੁਰੂ ਪਿਤਾ ਵਾਲੀ ਥਾਂ ਦੀ ਸੇਵਾ ਕਰਨੀ ਹੈ ਸ਼ਰਧਾ ਦੇ ਨਾਲ, ਇੱਥੇ ਧੂਪ ਬੱਤੀ ਕਰਨੀ, ਨਿਤਨੇਮ ਕਰਨਾ, ਗੁਰਬਾਣੀ ਦਾ ਪ੍ਰਵਾਹ ਚਲਾਉਣਾ, ਇਹ ਤੇਰੀ ਡਿਊਟੀ ਹੈ। ਗੁਰਬਖਸ਼ ਸਿੰਘ ਨੇ ਉਸੇ ਵੇਲੇ ਆਖਿਆ, ਸੱਚੇ ਪਾਤਸ਼ਾਹ ਦੁਸ਼ਮਣ ਕਿਲੇ ਨੂੰ ਘੇਰੀ ਖੜਾ ਹੈ, ਆਪ ਜੀ ਜਦੋਂ ਕਿਲੇ ਵਿੱਚੋਂ ਨਿਕਲੋਗੇ ਮੇਰੀ ਤਾਂ ਬੋਟੀ ਬੋਟੀ ਕਰ ਦੇਣਗੇ, ਮੈਨੂੰ ਇੱਥੇ ਸੇਵਾ ਕਿਹਨੇ ਕਰਨ ਦੇਣੀ ਹੈ। ਕਲਗੀ ਵਾਲੇ ਪਾਤਸ਼ਾਹ ਨੇ ਥਾਪੜਾ ਦਿੱਤਾ, ਗੁਰਬਖਸ਼ ਸਿੰਘ ਇਹ ਸਾਡੀਆਂ ਖੇਡਾਂ ਨੇ, ਅਸੀਂ ਚਾਹੀਏ ਕਿਲਾ ਨਾ ਖਾਲੀ ਕਰੀਏ ਤਾਂ ਉਹ ਨਹੀਂ ਵੀ ਕਰਵਾ ਸਕਦੇ, ਅਸੀਂ ਖੇਡਾਂ ਖੇਡਣੀਆਂ ਨੇ, ਜੋ ਅਸੀਂ ਡਿਊਟੀ ਲੈ ਕੇ ਆਏ ਹਾਂ ਅਸੀਂ ਉਹ ਕਰਾਂਗੇ, ਪਰ ਤੈਨੂੰ ਅਸੀਂ ਬਚਣ ਦਿੰਦੇ ਹਾਂ, ਤੇਰੇ ਤੋਂ ਕੋਈ ਸੇਵਾ ਨਹੀਂ ਖੋਹੇਗਾ। ਆਨੰਦਪੁਰ ਸਾਹਿਬ ਦਾ ਕਿਲ੍ਹਾ ਇਹ ਕੁਝ ਸਮੇਂ ਵਾਸਤੇ ਆਪਣੇ ਕਬਜ਼ੇ ਵਿੱਚ ਲੈਣਗੇ, ਪਰ ਗੁਰਬਖਸ਼ ਸਾਡੇ ਜਾਣ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਤੋਂ ਵੀ ਚੌਗਣੀਆਂ ਰੌਣਕਾਂ ਲੱਗਣਗੀਆਂ, ਆਨੰਦਪੁਰ ਸਾਹਿਬ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਇਹ ਬਚਨ ਮਹਾਰਾਜ ਨੇ ਗੁਰਬਖਸ਼ ਸਿੰਘ ਨੂੰ ਕੀਤਾ ਸੀ। ਫਿਰ ਗੁਰਬਖਸ਼ ਸਿੰਘ ਦਾ ਗਲਾ ਭਰ ਗਿਆ, ਅੱਖਾਂ 'ਚੋਂ ਅੱਥਰੂ ਆ ਗਏ। ਮਹਾਰਾਜ ਕਹਿੰਦੇ ਕੀ ਗੱਲ ਹੈ ਦੱਸ? ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਬਿਨਾਂ ਜਿੰਦ ਨਹੀਂ ਬਚਦੀ, ਮੈਂ ਤਾਂ ਤੁਹਾਨੂੰ ਵੇਖ ਵੇਖ ਕੇ ਜਿਉਣਾ, ਮੇਰਾ ਤਾਂ ਜੀਵਨ ਹੀ ਤੁਸੀਂ ਹੋ, ਮੈਨੂੰ ਨਾਲ ਲੈ ਚੱਲੋ। ਗੁਰਬਖਸ਼ ਸਿੰਘ ਤੇਰੇ ਪਿਆਰ ਨੂੰ ਅਸੀਂ ਸਮਝਦੇ ਹਾਂ, ਪਰ ਇਹ ਅਸਥਾਨ ਦੀ ਸੇਵਾ ਇਹ ਅਸੀਂ ਛੱਡ ਨਹੀਂ ਸਕਦੇ। ਫਿਰ ਮਹਾਰਾਜ ਤੁਹਾਡੇ ਦਰਸ਼ਨ, ਗੁਰਬਖਸ਼ ਸਿੰਘ ਦਾ ਦਾੜਾ ਬੜਾ ਸੁੰਦਰ ਸੀ, ਬੜਾ ਸੋਹਣਾ ਸੀ, ਬੜਾ ਲੰਮਾ ਸੀ। ਮਹਾਰਾਜ ਕਹਿੰਦੇ ਚੰਗਾ ਫਿਰ ਤੇਰੀ ਇਹ ਇੱਛਾ ਵੀ ਪੂਰੀ ਕਰ ਦਿੰਦੇ ਆ। ਕਹਿੰਦੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਤੇ ਬੈਠਣਾ, ਸਿਮਰਨ ਕਰਨਾ, ਜਦੋਂ ਦਾੜਾ ਵਾਹ ਲਿਆ ਨਾ ਤੂੰ ਕੰਘੀ ਦੇ ਨਾਲ, ਤੇ ਕਹਿੰਦੇ ਫਿਰ ਇਹ ਦਾੜਾ ਸ਼ੀਸ਼ੇ ਵਿੱਚ ਵੇਖੀ, ਕਹਿੰਦੇ ਇਹ ਦਾੜੇ ਦੇ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ। ਆਖੋ ਸਤਨਾਮ।
ਸ਼੍ਰੀ ਗੁਰੂ ਕਿਵੇਂ ਬਖਸ਼ ਦਿੰਦਾ ਹੈ? ਗੁਰੂ ਪਤਾ ਨਹੀਂ ਵੀ ਕਿਵੇਂ ਬਖਸ਼ ਦੇਵੇ। ਉਹ ਗੁਰੂ ਤਾਂ ਪਤਾ ਨਹੀਂ ਤੱਕੜੀ ਤੋਲਦੇ ਨੂੰ ਬਖਸ਼ ਦੇਵੇ, ਜਲੇਬੀਆਂ ਕੱਢਦੇ ਵੀ ਬਖਸ਼ੇ ਨੇ ਮਹਾਰਾਜ ਨੇ। ਭੰਗਾਣੀ ਦੇ ਯੁੱਧ ਵਿੱਚ ਹਲਵਾਈ ਨੂੰ ਕੁੱਤਕਾ ਫੜਾਤਾ, ਕਹਿੰਦੇ ਜਾ ਯੁੱਧ ਕਰ। ਤੱਕੜੀ ਤੋਲਣ ਵਾਲਿਆਂ ਤੋਂ ਜੰਗ ਕਰਾਇਆ ਮਹਾਰਾਜ ਨੇ, ਸੂਰਮੇ ਬਣਾਤਾ। ਗੁਰੂ ਦੀ ਖੇਡ ਨੂੰ ਆਪਾਂ ਓਨਾ ਨਹੀਂ ਜਾਣ ਸਕਦੇ, ਕਿਉਂਕਿ ਆਪਾਂ ਆਪਣੀ ਮੱਤ ਨਾਲ ਤੋਲਦੇ ਹਾਂ, ਆਪਣੀ ਮੱਤ ਉੱਥੇ ਕਿੱਥੇ। ਸੋ ਪਿਆਰਿਓ, ਫਿਰ ਇੱਥੋਂ ਮਹਾਰਾਜ ਨੇ ਡਿਊਟੀ ਲਾ ਕੇ ਸਤਿਗੁਰੂ ਜੀ ਫਿਰ ਕਿਲੇ ਵਿੱਚ ਆ ਗਏ। ਮੰਨ ਲਓ ਰਾਤ ਦੇ 10 ਵਜੇ ਨੇ। ਉਸ ਵੇਲੇ ਮਹਾਰਾਜ ਸਾਰਾ ਕੁਛ ਇੱਕ ਜਰਨੈਲ ਬਣ ਕੇ ਕਵਰ ਕਰ ਰਹੇ ਨੇ ਵੀ ਕਿਲਾ ਛੱਡਣ ਤੋਂ ਬਾਅਦ ਜਿਹੜੀਆਂ ਵਿਪਤਾ ਪੈਣੀਆਂ ਨੇ, ਔਕੜਾਂ ਆਉਣੀਆਂ ਨੇ, ਮੁਸ਼ਕਲਾਂ ਸਾਹਮਣੇ ਆਉਣਗੀਆਂ ਪਹਾੜ ਵਰਗੀਆਂ, ਉਹਨਾਂ ਨੂੰ ਉਹਦੇ ਨਾਲ ਕਿਵੇਂ ਨਜਿੱਠਣਾ ਹੈ। ਇਉਂ ਨਹੀਂ ਸੀ ਵੀ ਮਹਾਰਾਜ ਨੇ ਉਹੀ ਦਰਵਾਜ਼ਾ ਖੋਲ੍ਹਤਾ, ਨਹੀਂ। ਫਿਰ ਸਤਿਗੁਰੂ ਜੀ ਕਿੱਥੇ ਚਲੇ ਗਏ? ਮਾਤਾ ਗੁਜਰੀ ਜੀ ਪਾਸ ਚਲੇ ਗਏ। ਸਰੀਰ ਕਰਕੇ ਉਮਰ ਜਿਹੜੀ ਸੀ ਬਹੁਤ ਜ਼ਿਆਦਾ ਹੋ ਗਈ ਹੈ ਮਾਤਾ ਗੁਜਰੀ ਜੀਆਂ ਦੀ, ਪਰ ਆਤਮਾ ਕਰਕੇ ਬੜੇ ਬਲਵਾਨ ਨੇ ਮਾਤਾ ਜੀ, ਡੋਲੇ ਨਹੀਂ ਹਨ। ਜਦੋਂ ਚਲੇ ਗਏ ਮਾਤਾ ਜੀ ਨੂੰ ਨਮਸਕਾਰ ਕੀਤੀ। ਗੁਰੂ ਪਦਵੀ ਕੋਲ ਹੈ, ਪਰ ਮਾਂ ਦਾ ਸਤਿਕਾਰ ਕਿਵੇਂ ਕਰੀਦਾ, ਜੰਗਾਂ ਯੁੱਧਾਂ ਵਿੱਚ ਵੀ ਨਹੀਂ ਭੁੱਲੇ। ਨਮਸਕਾਰ ਕਰਕੇ ਮਾਤਾ ਗੁਜਰੀ ਜੀ ਕਹਿੰਦੇ, ਲਾਲ ਜੀ ਕਹਿੰਦੇ ਹੁੰਦੇ ਮਾਤਾ ਜੀ, ਕਦੇ ਪਾਤਸ਼ਾਹ ਦਾ ਨਾਮ ਨਹੀਂ ਸੀ ਲਿਆ। ਆਓ ਲਾਲ ਜੀ, ਇਉਂ ਬੁਲਾਉਂਦੇ ਹੁੰਦੇ ਮਾਤਾ ਜੀ, ਇਤਿਹਾਸ ਕਹਿੰਦਾ। ਹਾਂ ਲਾਲ ਜੀ, ਦੱਸੋ ਕਿਸ ਤਰ੍ਹਾਂ ਆਉਣੇ ਹੋਏ? ਕਿਉਂਕਿ ਮਾਤਾ ਜੀ ਹੋਰਾਂ ਦੇ ਕਮਰੇ ਵੱਖ ਹੁੰਦੇ ਸੀ। ਕਿਵੇਂ ਆਉਣੇ ਹੋਏ? ਮਾਤਾ ਜੀ ਕਿਲੇ ਨੂੰ ਛੱਡਣ ਚੱਲੇ ਆ, ਤੁਹਾਡਾ ਹੁਕਮ ਮੰਨ ਕੇ, ਸੰਗਤ ਦਾ ਹੁਕਮ ਮੰਨ ਕੇ। ਤੁਸੀਂ ਇਉਂ ਕਰੋ, ਗਰਮ ਗਰਮ ਕੱਪੜੇ ਪਾ ਲਓ, ਪੈਕ ਕਰ ਲਓ, ਸੰਗਤ ਤੋਂ ਕਰਵਾ ਲਓ। ਤੇ ਕੋਲ ਬੈਠੇ ਨੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਪਾਤਸ਼ਾਹ ਉਹਨਾਂ ਲਾਲਾਂ ਦੇ ਮੁੱਖ ਵੀ ਹੱਥ ਵਿੱਚ ਲੈਂਦੇ ਨੇ, ਮੱਥਾ ਚੁੰਮਦੇ ਨੇ, ਕਿਉਂਕਿ ਪਤਾ ਹੈ ਨਾ ਵੀ ਅੱਜ ਜਦੋਂ ਦਰਵਾਜ਼ਾ ਖੁੱਲ੍ਹ ਗਿਆ, ਉਹਦੇ ਤੋਂ ਬਾਅਦ ਮਿਲੀਏ ਜਾਂ ਨਾ ਮਿਲੀਏ ਰੱਬ ਰਾਖਾ। ਪਤਾ ਸੀ ਉਸ ਗੱਲ ਦਾ। ਤੇ ਮੱਥਾ ਚੁੰਮਦੇ ਨੇ। ਮਾਤਾ ਜੀ ਗਰਮ ਕੱਪੜੇ ਪਾ ਲਓ, ਵਧੀਆ ਵਧੀਆ ਜੋੜੇ, ਗਰਮ ਜੋੜੇ ਵੀ ਪਾ ਲਓ, ਤੇ ਖਾਣ ਨੂੰ ਵੀ ਕੁਝ ਬੰਨ੍ਹ ਲਓ, ਜਿਹੜਾ ਕੁਝ ਹੈਗਾ, ਛੋਲਿਆਂ ਦੇ ਦਾਣੇ, ਕੁਛ ਵੀ ਹੈ ਉਹ ਤੁਸੀਂ ਬੰਨ੍ਹ ਲਓ। ਤੇ ਨਾਲ ਆਖੀ ਜਾਂਦੇ ਨੇ, ਮਾਤਾ ਜੀ ਰਸਤਾ ਬਹੁਤ ਲੰਮਾ ਹੈ, ਪਥਰੀਲੇ ਪਹਾੜ ਨੇ, ਇਹਨਾਂ ਮੇਰੇ ਮਾਸੂਮ ਲਾਲਾਂ ਨੇ ਜਿੱਥੋਂ ਦੀ ਤੁਰਨਾ ਹੈ ਨਾ, ਇਹਨਾਂ ਨੂੰ ਗਰਮ ਕੱਪੜਿਆਂ ਦੀ ਲੋੜ ਪਵੇਗੀ, ਇਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਜਾਣਗੇ। ਸੱਚ ਜਾਣੋ, ਇਤਿਹਾਸ ਐਸਾ ਹੈ। ਮੈਥੋਂ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਹਾਲ ਸੁਣਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਹਾਲ ਸੁਣਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਹਾਲ ਸੁਣਿਆ ਨਾ ਜਾਵੇ, ਸੁਣਿਆ ਨਾ ਹਾਲ ਜਾਵੇ, ਗੁਰੂ ਜੀ ਦੇ ਪਰਿਵਾਰ ਦਾ ਮੈਥੋਂ ਹਾਲ ਸੁਣਿਆ ਨਾ ਜਾਵੇ, ਗੁਰੂ ਜੀ ਦੇ ਪਰਿਵਾਰ ਦਾ ਮੈਥੋਂ ਹਾਲ ਸੁਣਿਆ ਨਾ ਜਾਵੇ, ਗੁਰੂ ਜੀ ਦੇ ਪਰਿਵਾਰ ਦਾ ਮੈਥੋਂ ਹਾਲ ਸੁਣਿਆ ਨਾ ਜਾਵੇ, ਗੁਰੂ ਜੀ ਦੇ ਪਰਿਵਾਰ ਦਾ ਹਾਲ ਦੱਸਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਹਾਲ ਸੁਣਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ। ਕਿਉਂਕਿ ਉਹਨਾਂ ਨੂੰ ਅਰਥ ਕਰਕੇ ਦੱਸਣ ਦੀ ਲੋੜ ਨਹੀਂ ਜਿਨ੍ਹਾਂ ਦੇ ਵਿਛੜੇ ਨੇ। ਇਹ ਵਿਛੋੜਾ ਸੀ ਪਿਆਰਿਓ, ਪਰਿਵਾਰ ਵਿਛੋੜਾ। ਇਹ ਕੋਈ ਸੌਖੀ ਖੇਡ ਨਹੀਂ ਸੀ।
ਜਦੋਂ ਆਪਾਂ ਆਪਣੇ ਤੇ ਲਾ ਕੇ ਗੱਲ ਨੂੰ ਵਿਚਾਰਾਂਗੇ ਨਾ, ਦਿਲ ਦਹਿਲ ਜਾਂਦਾ ਉਸ ਵੇਲੇ। ਆਪਾਂ ਪਰਿਵਾਰ ਬਣਾਉਂਦੇ ਆ, ਬੱਚੇ ਆਪਣੇ ਹੁੰਦੇ ਨੇ, ਉਹਨਾਂ ਨੂੰ ਪੜ੍ਹਾਉਂਦੇ ਆ, ਲਿਖਾਉਂਦੇ ਆ, ਘਰ ਮਕਾਨ ਬਣਾਉਂਦੇ ਆ, ਬਿਜ਼ਨਸ ਵਧਾਉਂਦੇ ਆ। ਕਾਹਦੇ ਵਾਸਤੇ? ਵੀ ਮੇਰਾ ਪਰਿਵਾਰ ਚੜ੍ਹਦੀ ਕਲਾ ਵਿੱਚ ਜਾਵੇ, ਮੇਰੇ ਬੱਚੇ ਸੁੱਖ ਮਾਨਣ। ਪਰ ਸਤਿਗੁਰਾਂ ਨੇ ਤਾਂ 19 ਸਾਲ 17 ਸਾਲ 9 ਸਾਲ ਤੇ 7 ਸਾਲ ਦੀ ਉਮਰ ਵਿੱਚ ਸਾਡੀ ਝੋਲੀ ਪਾਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਨਹੀਂ ਪਾਏ ਤਾਂ ਵੇਖ ਲਓ। ਸੋ ਉੱਥੋਂ ਫਿਰ ਮਹਾਰਾਜ ਜਦੋਂ ਕਹਿਣ ਲੱਗੇ, ਮਾਤਾ ਜੀ ਰਸਤਾ ਬੜਾ ਵਿਖੜਾ ਮੇਰੇ ਪੁੱਤਰਾਂ ਵਾਸਤੇ, ਪੈਂਡਾ ਬੜਾ ਔਖਾ, ਇਮਤਿਹਾਨ ਬੜਾ ਕਰੜਾ ਹੈ। ਇੰਨੇ ਨੂੰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਆ ਗਏ। ਪਾਤਸ਼ਾਹ ਗੁਰੂ ਜੀ ਚਰਨਾਂ ਤੇ ਮੱਥਾ ਟੇਕਿਆ, ਕੀ ਵਿਚਾਰਾਂ ਚੱਲ ਰਹੀਆਂ ਨੇ? ਕਲਗੀ ਵਾਲੇ ਪਾਤਸ਼ਾਹ ਉੱਠ ਕੇ ਖੜੇ ਹੋ ਗਏ, ਦੋਨੇ ਪੁੱਤਰਾਂ ਨੂੰ ਬੁੱਕਲ ਵਿੱਚ ਲੈ ਲਿਆ, ਥਾਪੜਾ ਦਿੱਤਾ, ਮੇਰੇ ਪੁੱਤਰੋ, ਮੇਰੇ ਬਹਾਦਰ ਸੂਰਬੀਰ ਪੁੱਤਰੋ, ਇਉਂ ਕਰੋ, ਜਿੰਨਾ ਵੀ ਤੀਰ, ਜਿੰਨੀਆਂ ਵੀ ਕਿਰਪਾਨਾਂ, ਜਿੰਨਾ ਵੀ ਹਥਿਆਰ ਅਸਲਾ, ਉਹ ਸਾਰਾ ਇਕੱਠਾ ਕਰ ਲਓ। ਤੁਹਾਡਾ ਪੇਪਰ ਹੋਣਾ ਹੈ, ਤੁਹਾਨੂੰ ਉਹਨਾਂ ਤੀਰਾਂ ਦੀ ਲੋੜ ਪੈਣੀ ਹੈ, ਧਨੁੱਖਾਂ ਦੀ ਲੋੜ ਪੈਣੀ ਹੈ, ਕਿਰਪਾਨਾਂ ਦੀ ਲੋੜ ਪੈਣੀ ਹੈ, ਤੇ ਤੁਸੀਂ ਘੋੜਿਆਂ ਦੀਆਂ ਕਾਠੀਆਂ ਪਾ ਲਓ ਤੇ ਤਿਆਰ ਹੋ ਜਾਓ ਮੇਰੇ ਪੁੱਤਰੋ, ਆਪਾਂ ਚੱਲਣਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ। ਕਲਗੀ ਵਾਲੇ ਪਾਤਸ਼ਾਹ ਉੱਠ ਕੇ ਖੜੇ ਹੋਏ। ਮਾਤਾ ਗੁਜਰੀ ਜੀ ਚੜ੍ਹਦੀ ਕਲਾ ਵਿੱਚ ਹਨ, ਪਰ ਫੈਸਲਾ ਬੜਾ ਵੱਡਾ ਸੀ। ਕਲਗੀ ਵਾਲੇ ਪਾਤਸ਼ਾਹ ਨੂੰ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਵੇ ਮੇਰੇ ਵੱਲ ਨੂੰ ਆ ਜਾ। ਵੇਖੋ, ਜਦੋਂ ਆਪਾਂ ਕਿਤੇ ਏਅਰਪੋਰਟ ਤੇ ਆਪਣੇ ਪਰਿਵਾਰ ਦੇ ਬੱਚੇ ਨੂੰ, ਆਪਣੇ ਮਾਤਾ ਪਿਤਾ ਨੂੰ, ਜਾਂ ਕਿਤੇ ਫੌਜ ਵਿੱਚ ਬੱਚਾ ਜਾਂਦਾ, ਜਾਂ ਕਿਤੇ ਜੌਬ ਕੀਤੀ ਹੈ, ਉਦੋਂ ਆਪਾਂ ਵਿਦਾ ਕਰਨ ਜਾਂਦੇ ਆ ਨਾ, ਭੁੱਬਾਂ ਨਿਕਲ ਜਾਂਦੀਆਂ ਨੇ ਸੰਸਾਰ ਦੀਆਂ। ਏਅਰਪੋਰਟਾਂ ਤੇ ਭੁੱਬਾਂ ਪੈਂਦੀਆਂ ਵੇਖਿਓ। ਪਰ ਮਾਤਾ ਜੀ ਨੂੰ ਤਾਂ ਪਤਾ ਹੈ ਨਾ ਵੀ ਅੱਜ ਚੱਲੇ ਆ ਕਿਲਾ ਛੱਡ ਕੇ, ਅੱਗੇ ਸੁੱਖ ਤਾਂ ਹੈ ਨਹੀਂ, ਸੁੱਖ ਨਹੀਂ ਹੈ ਅੱਗੇ, ਅੱਗੇ ਦੁੱਖਾਂ ਦੇ ਪਹਾੜ ਨੇ, ਉਹਨਾਂ ਪਹਾੜਾਂ ਨਾਲ ਟਕਰਾਉਣਾ ਹੈ। ਲਾਲ ਵੇ ਮੇਰੇ ਕੋਲ ਨੂੰ ਹੋ ਜਾ। ਕਲਗੀ ਵਾਲੇ ਪਾਤਸ਼ਾਹ ਸਾਧ ਸੰਗਤ ਕੋਲ ਨੂੰ ਹੋਏ। ਮਾਤਾ ਜੀ ਨੇ ਘੁੱਟ ਕੇ ਬੁੱਕਲ ਵਿੱਚ ਲੈ ਲਿਆ, ਛਾਤੀ ਨਾਲ ਲਾ ਲਿਆ। ਕਿੰਨਾ ਪਿਆਰ ਕੀਤਾ ਮਾਤਾ ਗੁਜਰੀ ਜੀ ਨੇ, ਕਿੰਨਾ ਜ਼ਿਆਦਾ ਪਿਆਰ ਕੀਤਾ ਹੈ। ਕਲਗੀ ਵਾਲੇ ਪਾਤਸ਼ਾਹ ਕਹਿੰਦੇ, ਮਾਤਾ ਜੀ ਹੋਰ ਰੱਜ ਕੇ ਪਿਆਰ ਕਰੋ, ਅਖੀਰ ਦੀ ਮਿਲਣੀ ਹੈ, ਇਹ ਤੋਂ ਬਾਅਦ ਮੈਂ ਤੁਹਾਡੀ ਬੁੱਕਲ ਵਿੱਚ ਨਹੀਂ ਆਉਣਾ ਹੈ। ਬਸ ਰੱਜ ਰੱਜ ਕੇ ਪਿਆਰ ਕਰੋ, ਤੇਰਾ ਤੇ ਮੇਰਾ ਇਹ ਅਖੀਰਲਾ ਮਿਲਾਪ ਹੈ, ਇਹ ਤੋਂ ਬਾਅਦ ਨਹੀਂ। ਸੱਚਮੁੱਚ ਉਹੀ ਹੋਇਆ। ਗੁਰੂ ਕੇ ਲਾਲ ਕਿੱਡੇ ਬਹਾਦਰ ਹੋਣਗੇ, ਕਿੱਡੇ ਸੂਰਬੀਰ ਹੋਣਗੇ ਇਹੋ ਜਿਹੇ ਸਮੇਂ ਦੇ ਵਿੱਚ। ਉਹਨੂੰ ਤੋਲਣ ਵਾਸਤੇ ਤੱਕੜੀਆਂ ਬਣ ਗਈਆਂ, ਪਰ ਅੱਜ ਤੱਕ ਕਲਗੀ ਵਾਲੇ ਪਾਤਸ਼ਾਹ ਦੇ ਜਿਗਰੇ ਨੂੰ ਤੋਲਣ ਵਾਲੀ ਤੱਕੜੀ ਨਹੀਂ ਬਣੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਡਾ ਵੱਡਾ ਜਿਗਰਾ ਨਹੀਂ ਕਿਸੇ ਦਾ ਹੋ ਸਕਦਾ। ਸਿਰਫ ਇੰਨਾ ਆਖਣਾ ਸੀ ਮਹਾਰਾਜ ਨੇ, ਸਿਰਫ ਇੰਨਾ। ਇਸੇ ਗੱਲ ਦੀ ਜਿੱਦ ਸੀ, ਇਸੇ ਗੱਲ ਦੀ ਜੰਗ ਸੀ ਵੀ ਅਸੀਂ ਤੁਹਾਡਾ ਮਤ ਕਬੂਲ ਕਰਦੇ ਹਾਂ, ਸਾਡੇ ਨਾਲ ਧੱਕਾ ਨਾ ਕਰੋ। ਬਸ ਇੰਨੀ ਗੱਲ ਆਖਣੀ ਸੀ। ਪਰ ਫਿਰ ਮਹਾਰਾਜ ਜੀ ਕਹਿੰਦੇ, ਉਹ ਸਰੀਰ ਕਰਕੇ ਅਸੀਂ ਜਿਉਂਦੇ ਰਹਿੰਦੇ, ਉਸ ਤਰ੍ਹਾਂ ਅਸੀਂ ਅਕਾਲ ਪੁਰਖ ਭਗਵਾਨ ਪਰਮੇਸ਼ਰ ਦੇ ਦਰ ਤੋਂ ਮਰ ਜਾਂਦੇ। ਹੁਣ ਅਸੀਂ ਸਰੀਰ ਕਰਕੇ ਭਾਵੇਂ ਹੈ ਨਹੀਂ, ਪਰ ਅਸੀਂ ਹਮੇਸ਼ਾ ਜਿਉਂਦੇ ਹਾਂ। ਉੱਥੋਂ ਫਿਰ ਆਨੰਦਪੁਰ ਸਾਹਿਬ ਦਾ ਕਿਲਾ ਅੱਧੀ ਰਾਤ ਦਾ ਵੇਲਾ ਛੱਡ ਦਿੱਤਾ। ਆਨੰਦਪੁਰ ਸਾਹਿਬ ਦੇ ਕਿਲੇ ਨੂੰ ਨਗਾਰੇ ਤੇ ਚੋਟਾਂ ਲੱਗ ਗਈਆਂ। ਖਾਲਸਾ ਅੱਗੇ ਨੂੰ ਵਧਿਆ। ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ ਨੂੰ ਨਮਸਕਾਰ ਕੀਤੀ ਹੈ। ਇੱਥੋਂ ਥੋੜ੍ਹੀ ਦੂਰ ਗਏ, ਦੁਸ਼ਮਣ ਨੇ ਹੱਲਾ ਬੋਲ ਦਿੱਤਾ। ਭਾਈ ਉਦੈ ਸਿੰਘ ਵੱਡਾ ਸੂਰਮਾ ਸੀ ਮਹਾਰਾਜ ਦਾ, ਸਾਰੇ ਸਿੰਘ ਵੱਡੇ ਸੂਰਮੇ ਸੀ। ਮਹਾਰਾਜ ਨੇ ਥਾਪੜਾ ਦਿੱਤਾ, ਉਦੈ ਸਿੰਘ ਦੁਸ਼ਮਣਾਂ ਨੂੰ ਰੋਕ ਕੇ ਰੱਖਣਾ, ਅਸੀਂ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਲੱਗੇ ਹਾਂ। ਧੰਨ ਭਾਈ ਉਦੈ ਸਿੰਘ ਨੇ 1.5 ਪਹਿਰ 100-150 ਦਾ ਜੱਥਾ ਸੀ ਉਹਨਾਂ ਕੋਲ ਸਿੰਘਾਂ ਦਾ। ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਮਹਾਰਾਜ ਨਿਕਲੇ ਨੇ ਨਾ, 500 ਸਿੰਘ ਸੀ ਮਹਾਰਾਜ ਦੇ ਨਾਲ ਉਸ ਵੇਲੇ, ਸਿਰਫ 500। ਇੱਕ ਪਾਸੇ 10 ਲੱਖ। ਤੇ ਭਾਈ ਉੱਥੋਂ ਫਿਰ ਜਦੋਂ ਜੰਗ ਹੋਇਆ, 1.5 ਪਹਿਰ ਰੋਕਿਆ। ਸਤਿਗੁਰ ਜੀ ਮੰਜ਼ਲਾਂ ਤੈਅ ਕਰਦੇ ਹੋਏ ਸਰਸਾ ਨਦੀ ਤੇ ਪਹੁੰਚ ਗਏ। ਇਸ਼ਾਰੇ ਮਾਤਰ ਰਸਤੇ ਵਿੱਚ ਫਿਰ ਬਹੁਤ ਕੁਝ ਹੋਇਆ। ਉੱਥੇ ਹੁਣ ਇੰਨਾ ਰੁਕਾਂਗੇ ਤਾਂ
ਆਪਾਂ ਛੋਟੇ ਸਾਹਿਬਜ਼ਾਦਿਆਂ ਤੱਕ ਉੱਥੇ ਜਾ ਨਹੀਂ ਹੋਣਾ ਆਪਣੇ ਤੋਂ। ਤੇ ਫਿਰ ਜਦੋਂ ਸਰਸਾ ਤੇ ਪਹੁੰਚ ਗਏ, ਇੱਥੇ ਇਹੋ ਜਿਹਾ ਨਾਜ਼ੁਕ ਸਮਾਂ ਬਣ ਗਿਆ, ਦੁਸ਼ਮਣ ਨੇ ਵੱਡਾ ਹਮਲਾ ਕਰ ਦਿੱਤਾ ਵੀ ਮੁੱਠੀ ਭਰ ਸਿੰਘ ਨੇ ਵੱਡਾ ਹਮਲਾ ਕਰ ਦਿਓ, ਜਿਹਦੇ ਵਿੱਚ ਫਿਰ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਹੋਰੀ, ਭਾਈ ਉਦੈ ਸਿੰਘ ਹੋਰੀ, ਇਹ ਜਥੇ ਦੁਸ਼ਮਣ ਦੇ ਅੱਗੇ ਚਟਾਨਾਂ ਬਣ ਕੇ ਅੜ ਗਏ, ਕਿਉਂਕਿ ਉਸ ਇਲਾਕੇ ਦੇ ਜਾਣੂ ਸੀ ਸਿੰਘ। ਪਹਾੜੀ ਏਰੀਆ, ਪਹਾੜੀਆਂ ਦਾ ਜਿਹੜੇ ਮੋਰਚੇ ਬਣਾ ਲਏ ਸਿੰਘਾਂ ਨੇ, ਦੁਸ਼ਮਣ ਨੂੰ ਭੇਤ ਨਹੀਂ ਸੀ ਇਲਾਕੇ ਦਾ, ਦੁਸ਼ਮਣ ਦਾ ਬਹੁਤ ਵੱਡਾ ਨੁਕਸਾਨ ਹੋਇਆ। ਤੇ ਫਿਰ ਕਲਗੀ ਵਾਲੇ ਪਾਤਸ਼ਾਹ ਨੇ ਨਾਜ਼ੁਕ ਸਮਾਂ ਜਾਣ ਕੇ ਸਿੰਘਾਂ ਨੂੰ ਹੁਕਮ ਕੀਤਾ ਵੀ ਸਰਸਾ ਪਾਰ ਹੋ ਜਾਓ। ਸਰਸਾ ਪਾਰ ਹੋ ਗਏ। ਗਿਣਤੀ ਦੇ ਸਿੰਘ ਗੁਰੂ ਕੇ ਵੱਡੇ ਲਾਲਾਂ ਨੂੰ ਤੇ ਗੁਰੂ ਜੀ ਨੂੰ ਛੱਡ ਕੇ 40 ਸਿੰਘ ਪਾਸ ਹੋਏ ਨੇ। ਬਾਕੀਆਂ ਨੂੰ ਠੰਡਾ ਪਾਣੀ ਰੋੜ ਕੇ ਲੈ ਗਿਆ, ਤੇਜ਼ ਵਹਾਅ ਚੱਲ ਰਿਹਾ ਸੀ। ਤੇ ਭਾਈ ਉੱਥੋਂ ਫਿਰ ਮਾਤਾ ਗੁਜਰੀ ਜੀ ਤੇ ਗੁਰੂ ਕੇ ਛੋਟੇ ਲਾਲ ਇੱਕ ਸਾਈਡ ਤੇ 40 ਸਿੰਘਾਂ ਸਮੇਤ, 2 ਵੱਡੇ ਲਾਲਾਂ ਸਮੇਤ ਕਲਗੀ ਵਾਲੇ ਪਾਤਸ਼ਾਹ ਇੱਕ ਸਾਈਡ, ਸਤਿਗੁਰਾਂ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਇਹ ਇੱਕ ਸਾਈਡ। 3 ਹਿੱਸਿਆਂ ਵਿੱਚ ਗੁਰੂ ਜੀ ਦਾ ਪਰਿਵਾਰ ਵੰਡਿਆ ਗਿਆ। ਚੌਥੇ ਹਿੱਸੇ ਨੂੰ ਸਰਸਾ ਰੁੜਾ ਕੇ ਲੈ ਗਿਆ, ਪਾਣੀ ਰੁੜਾ ਕੇ ਲੈ ਗਿਆ। ਉੱਥੇ ਕਹਿੰਦੇ ਖੇਰੂ ਖੇਰੂ ਪਰਿਵਾਰ ਹੋ ਗਿਆ। ਤੇ ਪਿਆਰ ਵਾਲਿਓ, ਕਲਗੀ ਵਾਲੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਚਲੇ ਜਾਂਦੇ ਨੇ। ਚਮਕੌਰ ਦੀ ਗੜੀ ਦੇ ਵਿੱਚ ਮੋਰਚਾਬੰਦੀ ਹੋ ਗਈ, ਕਿਉਂਕਿ ਰੁਕ ਕੇ ਇਤਿਹਾਸ ਨਹੀਂ ਆਪਣੇ ਤੋਂ ਵਿਚਾਰਿਆ ਜਾਣਾ, ਲੰਮਾ ਇਤਿਹਾਸ ਆ, ਬਹੁਤ ਸਾਰੀਆਂ ਵਿਚਾਰਾਂ ਦੇ ਵਿੱਚੋਂ ਵਿਚਾਰਾਂ ਹੁੰਦੀਆਂ ਨੇ। ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਹੋਇਆ ਤੇ ਉਸ ਵੇਲੇ 1.25 ਲੱਖ ਦੇ ਨਾਲ ਕੱਲੇ ਕੱਲੇ ਸਿੰਘ ਨੇ ਟਾਕਰਾ ਕੀਤਾ। ਪਹਿਲਾ ਜਥਾ ਗਿਆ 5 ਸਿੰਘਾਂ ਦਾ, ਪੌਣੇ 2 ਘੰਟੇ ਜੰਗ ਕੀਤਾ 5 ਸਿੰਘਾਂ ਨੇ। ਦੁਸ਼ਮਣਾਂ ਤੋਂ ਸ਼ਹੀਦ ਨਹੀਂ ਹੋਏ ਪੌਣੇ 2 ਘੰਟੇ 5 ਜਣੇ, 10 ਲੱਖ ਤੋਂ। ਇਤਿਹਾਸ ਹੈ ਆਪਣਾ। ਪੌਣੇ 2 ਘੰਟੇ 5 ਬੰਦੇ 10 ਲੱਖ ਦੇ ਨਾਲ ਜੰਗ ਕਰਨ, ਇਤਿਹਾਸ ਵਿਲੱਖਣ ਹੈ। ਤੇ ਭਾਈ ਫਿਰ ਦੂਜਾ ਜਥਾ ਬਾਬਾ ਅਜੀਤ ਸਿੰਘ ਜੀਆਂ ਦਾ, ਤੀਜਾ ਜਥਾ ਬਾਬਾ ਜੁਝਾਰ ਸਿੰਘ ਜੀਆਂ ਦਾ। ਇਉਂ ਜਥੇ ਜਾਂਦੇ ਰਹੇ, ਸ਼ਹਾਦਤਾਂ ਪਾਉਂਦੇ ਰਹੇ। ਰਾਤ ਨੂੰ ਜੰਗ ਰੁਕ ਗਿਆ। ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਚਮਕੌਰ ਦੀ ਗੜੀ ਛੱਡ ਦਿਓ, ਚਮਕੌਰ ਦੀ ਗੜੀ ਛੱਡ ਦਿਓ। ਕਿਵੇਂ ਲਾਲਾਂ ਨੂੰ ਤੋਰਿਆ ਸਾਧ ਸੰਗਤ, ਕਿਵੇਂ ਜਿਗਰੇ ਨੂੰ ਬਣਾਇਆ। ਇਤਿਹਾਸ ਕਹਿੰਦਾ ਪਾਤਸ਼ਾਹ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਨੂੰ ਤੋਰਿਆ, ਕਲਗੀ ਵਾਲੇ ਪਾਤਸ਼ਾਹ ਭਾਈ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘ ਅਸੀਂ ਹੁਣ ਸਿਖਰਲੇ ਮੋਰਚੇ ਤੇ ਬੈਠਣਾ ਹੈ। ਤੇ ਮਹਾਰਾਜ ਜੰਗ ਹੋ ਰਿਹਾ, ਜੰਗ ਹੋ ਰਿਹਾ। ਕਹਿੰਦੇ ਮੈਂ ਵੇਖਣਾ ਹੈ ਮੇਰਾ ਅਜੀਤ ਆਪਣੇ ਸਰੀਰ ਤੇ ਕਿੰਨੇ ਵਾਰ ਝੱਲਦਾ ਹੈ, ਕਿੰਨਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਦਾ। ਮੈਂ ਆਪਣੇ ਪੁੱਤਰ ਦਾ ਜੰਗ ਹੁੰਦਾ ਵੇਖਣਾ ਹੈ। ਜਿਗਰਾ ਵੇਖੋ, ਕੋਈ ਪਿਓ ਐਸਾ ਨਹੀਂ ਜਿਹੜਾ ਪੁੱਤ ਨੂੰ ਅੱਖਾਂ ਸਾਹਮਣੇ ਮਰਦਾ ਵੇਖੇ। ਪਿਓ ਅੱਖਾਂ ਬੰਦ ਕਰ ਸਕਦਾ ਹੈ, ਪਰੇ ਮੂੰਹ ਕਰ ਸਕਦਾ ਹੈ, ਪਰ ਕਲਗੀ ਵਾਲੇ ਪਾਤਸ਼ਾਹ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ, ਉਸ ਵੇਲੇ ਕਹਿੰਦੇ ਹੇ ਪਰਮੇਸ਼ਰ, ਹੇ ਪ੍ਰਮਾਤਮਾ, ਤੇਰੀ ਅਮਾਨਤ ਸੱਚੀ ਤੇ ਸੁੱਚੀ ਤੇਰੇ ਕੋਲ ਆ ਗਈ ਹੈ, ਮੈਂ ਸੁਰਖਰੂ ਹੋ ਗਿਆ। ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ। ਫਿਰ ਜਕਾਰਾ ਛੱਡਿਆ, ਆਖਿਆ ਪ੍ਰਮਾਤਮਾ ਤੇਰੀ ਅਮਾਨਤ ਸੱਚੀ ਤੇ ਸੁੱਚੀ ਤੇਰੇ ਕੋਲ ਆ ਗਈ ਹੈ, ਮੈਂ ਬਿਲਕੁਲ ਸੁਰਖਰੂ ਹੋ ਗਿਆ। ਜਕਾਰੇ ਛੱਡਦੇ ਨੇ ਮਹਾਰਾਜ। ਅੱਧੀ ਰਾਤ ਦਾ ਵੇਲਾ ਚਮਕੌਰ ਦੀ ਗੜੀ ਛੱਡ ਦਿੱਤੀ। 3 ਸਿੰਘਾਂ ਨੂੰ ਨਾਲ ਲੈ ਲਿਆ, ਬਾਕੀ ਸਿੰਘਾਂ ਦੀ ਡਿਊਟੀ ਲਾ ਦਿੱਤੀ। ਤੁਸੀਂ ਬਾਅਦ ਵਿੱਚ ਜੰਗ ਕਰਨਾ, ਦੁਸ਼ਮਣ ਦੇ ਜਿਉਂਦੇ ਜੀ ਹੱਥ ਨਹੀਂ ਆਉਣਾ। ਤੇ ਜਦੋਂ ਕਲਗੀ ਵਾਲੇ ਪਾਤਸ਼ਾਹ ਥੋੜੀ ਦੂਰ ਗਏ, ਧੰਨ ਬਾਬਾ ਜੁਝਾਰ ਸਿੰਘ, ਲੰਮਾ ਜੁੱਸਾ 6.5 ਫੁੱਟ ਸੀ ਕੱਦ ਗੁਰੂ ਕੇ ਲਾਲਾਂ ਦਾ, ਬਹੁਤ ਬਲਵਾਨ ਸੀ, ਕਮਜ਼ੋਰ ਨਹੀਂ ਸੀ ਸਰੀਰ ਕਰਕੇ ਵੀ, ਆਤਮਾ ਕਰਕੇ ਤਾਂ ਉਹ ਆਪਾਂ ਨੂੰ ਵੀ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਤੇ ਬਾਬਾ ਜੁਝਾਰ ਸਿੰਘ ਇੱਕ ਬਹੁਤ ਤਕੜਾ ਜਵਾਨ ਪਿਆ, ਲੰਮੇ ਲੰਮੇ ਕੇਸ ਖਿਲ ਰਹੇ ਨੇ, ਮੁੱਖ ਦੇ ਉੱਪਰ ਮਿੱਟੀ ਘੱਟਾ ਜੰਮਿਆ, ਮਾਨੋ ਬਹੁਤ ਜ਼ਿਆਦਾ ਥੱਕ ਕੇ ਕੋਈ ਪੈ ਜਾਂਦਾ ਹੈ, ਇਸ ਤਰ੍ਹਾਂ ਸੁੱਤਾ ਪਿਆ। ਗੌ ਦੇ ਨਾਲ ਤੱਕ ਲਿਆ ਕਲਗੀ ਵਾਲੇ ਪਾਤਸ਼ਾਹ ਨੇ। ਗੌ ਦੇ ਨਾਲ ਤੱਕ ਕੇ ਥੋੜਾ ਅੱਗੇ ਤੁਰੇ, ਥੋੜਾ ਅੱਗੇ ਤੁਰੇ, ਕੁਝ ਕਦਮਾਂ ਜਦੋਂ ਅੱਗੇ ਗਏ, ਇੰਨਾ ਸੁੰਦਰ ਨੌਜਵਾਨ, ਇੰਨਾ ਬਲਵਾਨ ਜਵਾਨ, ਲੰਮੇ ਕੇਸ, ਸੋਹਣਾ ਦਾੜਾ, ਚੰਦ ਸੂਰਜ ਨੀਵੀਆਂ ਪਾਉਂਦੇ ਮੁੱਖ ਨੂੰ ਵੇਖ ਕੇ ਤੇ ਗੁਰਮਖੋ
ਕਲਗੀ ਵਾਲੇ ਪਾਤਸ਼ਾਹ ਨੇ ਖੜ ਕੇ ਗਹੁ ਦੇ ਨਾਲ ਤੱਕ ਲਿਆ। ਬਸ ਗਹੁ ਨਾਲ ਤੱਕ ਕੇ ਫਿਰ ਅੱਗੇ ਤੁਰ ਪਏ। ਤੇ ਪਿੱਛੇ ਕੌਣ ਆ ਰਹੇ ਨੇ? ਪਿੱਛੇ ਆ ਰਹੇ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। 3 ਸਿੰਘ ਆ ਰਹੇ ਨੇ ਸਤਿਗੁਰਾਂ ਦੇ ਪਿੱਛੇ। ਤੇ ਜਦ ਇਉਂ ਤੱਕਿਆ, ਉੱਥੇ ਫਿਰ ਰਾਈਟਰ ਨੇ, ਕਵੀ ਨੇ ਉਸ ਵੇਲੇ ਦਾ ਨਕਸ਼ਾ ਖਿੱਚਿਆ। ਕੀ ਨਕਸ਼ਾ ਖਿੱਚਿਆ? ਕਹਿੰਦੇ ਜਦੋਂ ਕਿਸੇ ਦੇ ਘਰੇ ਮਰਗ ਹੋ ਜਾਵੇ, ਸਭ ਤੋਂ ਪਹਿਲਾਂ ਪਰਿਵਾਰ ਇਕੱਠਾ ਹੁੰਦਾ ਹੈ। ਧਿਆਨ ਨਾਲ ਸੁਣਨਾ ਇਹਨੂੰ। ਸਭ ਤੋਂ ਪਹਿਲਾਂ ਪਰਿਵਾਰ ਇਕੱਠਾ ਹੁੰਦਾ। ਜਦੋਂ ਪਰਿਵਾਰ ਵਾਲੇ ਰੋਣ ਲੱਗਦੇ ਨੇ, ਆਂਢ ਗੁਆਂਢ ਇਕੱਠਾ ਹੁੰਦਾ, ਫਿਰ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ। ਪਿੰਡ ਦੇ ਇਕੱਠੇ ਹੁੰਦਿਆਂ ਹੁੰਦਿਆਂ ਰਿਸ਼ਤੇਦਾਰ, ਸਕੇ ਸੰਬੰਧੀ ਆ ਜਾਂਦੇ ਨੇ। ਜਦੋਂ ਨੂੰ ਲਾਸ਼ ਚੁੱਕਣੀ ਹੁੰਦੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰ ਨੂੰ ਧਰਵਾਸ ਦੇਣ ਵਾਲੇ ਆ ਜਾਂਦੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ। ਪਰ ਕਹਿੰਦੇ ਇਹ ਸਮਾਂ ਇਹਦੇ ਬਿਲਕੁਲ ਵਿਪਰੀਤ ਹੈ, ਬਿਲਕੁਲ ਉਲਟ ਹੈ। ਪਾਤਸ਼ਾਹ ਦੇ ਜਿਗਰ ਦੇ ਟੋਟੇ, ਸਾਧ ਸੰਗਤ ਜੰਗ ਦੇ ਮੈਦਾਨ ਵਿੱਚ ਪਏ ਨੇ, ਗੁਰੂ ਜੀ ਨੇ ਵੇਖ ਲਏ, ਪਰ ਮਾਹੀ ਛੱਡ ਕੇ ਇਉਂ ਤੁਰ ਗਿਆ ਜਿਵੇਂ ਕੋਈ ਵਾਸਤਾ ਹੀ ਨਹੀਂ ਹੁੰਦਾ ਉਹਨਾਂ ਦੇ ਨਾਲ, ਇਉਂ ਤੁਰ ਗਿਆ। ਫਿਰ ਕਵੀ ਕੀ ਕਹਿੰਦਾ ਹੈ? ਕਹਿੰਦਾ ਉਸ ਵੇਲੇ ਨਾ ਆਹ ਘਟਨਾ ਵਾਪਰੀ ਉੱਥੇ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ, ਸੁੰਨੀਆਂ ਛੱਡ ਗਿਆ ਲਾਸ਼ਾਂ ਜੀਤ ਜੁਝਾਰ ਦੀਆਂ। ਦੇਖਿਓ ਗੁਰੂ ਪਿਆਰ ਵਾਲਿਓ, ਸਤਿਗੁਰ ਜੀ ਐਵੇਂ ਨਹੀਂ ਆਖਿਆ ਵੀ ਮੈਂ ਆਪਣੇ ਸਿੱਖ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦਾ। ਉਹਨਾਂ ਨੇ ਸਿੱਧ ਕਰਕੇ ਦਿਖਾਇਆ। ਪਹਿਲਾਂ ਆਪਣੇ ਦਿਲ ਤੇ ਲਾ ਕੇ ਸਾਡੇ ਨਾਲ ਫਿਰ ਵਾਅਦਾ ਕੀਤਾ ਹੈ। ਵੇਖੋ ਇਤਿਹਾਸ ਪੜ੍ਹਿਆ ਤੁਸੀਂ, ਜਦੋਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਦੀ ਲੰਘੇ, ਲਾਸ਼ ਨੂੰ ਹੱਥ ਤੱਕ ਨਹੀਂ ਲਾਇਆ ਗੁਰੂ ਜੀ ਨੇ, ਨਹੀਂ ਬਸ ਵੇਖਿਆ ਤੇ ਅੱਗੇ ਕਦਮਾਂ ਪੱਟ ਗਏ। ਹੁਣ ਜਦੋਂ ਖਿਦਰਾਣੇ ਦੀ ਢਾਬ ਤੇ ਜਾਂਦੇ ਨੇ, ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ, ਜਥੇਦਾਰ ਭਾਈ ਮਹਾ ਸਿੰਘ, ਕੋਈ ਸਾਹ ਅਟਕਿਆ ਸਰੀਰ ਦੇ ਵਿੱਚ, ਵੀਰ ਆਸਣ ਹੋ ਕੇ ਧਰਤੀ ਤੇ ਗੋਡਾ ਲਾ ਕੇ ਆਪਣੇ ਸਿੱਖ ਦਾ ਸਰੀਰ ਪੱਟ ਤੇ ਰੱਖ ਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕੀਤਾ ਨਹੀਂ ਸਿੱਧ ਵੀ ਮੈਂ ਪੁੱਤਾਂ ਤੋਂ ਵੱਧ ਪਿਆਰ ਕਰਦਾ, ਕਰਕੇ ਵਿਖਾਇਆ। ਤੇ ਨਾਲੇ ਮਹਾ ਸਿੰਘ ਨੂੰ ਕੀ ਕਹਿੰਦੇ? ਪੁੱਤਾਂ ਤੋਂ ਪਿਆਰਾ ਮਹਾ ਸਿੰਘਾ ਲੱਗਦਾ ਉਹ ਮੰਗ ਜੋ ਮੰਗਣਾ। ਜੋ ਮੰਗਣਾ ਕਹਿੰਦੇ ਮੰਗ ਲੈ, ਪੁੱਤਾਂ ਤੋਂ ਵੱਧ ਪਿਆਰ ਆਉਂਦਾ ਹੈ। ਸੱਚ ਜਾਣੋ, ਜਦੋਂ ਅਸੀਂ ਅਧਿਆਤਮਕ ਤੌਰ ਤੇ ਵਿਚਾਰਾਂਗੇ, ਕਿਸੇ ਵੀ ਧਰਮ ਦੇ ਅਨੁਸਾਰ ਜੋ ਗੁਰੂ ਹੈ, ਗੁਰੂ ਆਪਣੇ ਸਿੱਖ ਨੂੰ ਪੁੱਤ ਤੋਂ ਵੱਧ ਪਿਆਰ ਕਰਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਕਰੋ। ਪੁੱਤ ਤੋਂ ਵੱਧ, ਆਪਣੇ ਪਰਿਵਾਰ ਤੋਂ ਵੱਧ ਪਿਆਰ ਕਰਦਾ ਹੈ। ਸੋ ਉੱਥੋਂ ਫਿਰ ਮਹਾਰਾਜ ਜਦੋਂ ਤੁਰੇ, ਪਿੱਛੇ ਕੀ ਹੋਇਆ?
ਭਾਈ ਦਇਆ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਪੱਟ ਤੇ ਰੱਖ ਲਿਆ ਤੇ ਭਾਈ ਧਰਮ ਸਿੰਘ ਨੇ ਬਾਬਾ ਜੁਝਾਰ ਸਿੰਘ ਜੀ ਦਾ ਮ੍ਰਿਤਕ ਸਰੀਰ ਪੱਟ ਤੇ ਰੱਖ ਲਿਆ ਤੇ ਸਿੰਘ ਬਰਾਗ ਵਿੱਚ ਅਥਰੂ ਡਿੱਗ ਰਹੇ ਨੇ। ਪਾਤਸ਼ਾਹ ਜਲਦੀ ਮੁੜ ਕੇ ਆਏ, ਦਇਆ ਸਿੰਘ ਕੀ ਕਰ ਰਹੇ ਹੋ? ਦਇਆ ਸਿੰਘ ਉੱਠ ਕੇ ਕਲਗੀ ਵਾਲੇ ਪਾਤਸ਼ਾਹ ਨੂੰ ਕਹਿੰਦਾ, ਪਾਤਸ਼ਾਹ ਲਾਲਾ ਨੂੰ ਹੱਥੀਂ ਖੜਾਇਆ, ਘੋੜ ਸਵਾਰੀ ਸਿਖਾਈ ਹੈ, ਸ਼ਾਸਤਰ ਵਿੱਦਿਆ ਸਿਖਾਈ ਹੈ, ਚੂਰੀਆਂ ਕੁੱਟ-ਕੁੱਟ ਕੇ ਦਿੱਤੀਆਂ ਨੇ। ਸਾਡੇ ਕਿੱਡੇ ਮਾੜੇ ਭਾਗ ਮਹਾਰਾਜ, ਲਾਲਾਂ ਤੋਂ ਪਹਿਲਾਂ ਅਸੀਂ ਕਿਉਂ ਨਾ ਸੱਚਖੰਡ ਚਲੇ ਗਏ? ਸਾਡੀ ਵਾਰੀ ਸਾਨੂੰ ਕਿਉਂ ਨਹੀਂ ਕਿਸੇ ਜਥੇ ਨਾਲ ਭੇਜਿਆ? ਸਾਥੋਂ ਦੁੱਖ ਨਹੀਂ ਵੇਖਿਆ ਜਾਂਦਾ। ਕਹਿੰਦੇ ਦਇਆ ਸਿੰਘ ਤੂੰ ਤਾਂ ਬਾਜੀ ਜਿੱਤ ਗਿਆ। ਮਹਾਰਾਜ ਬਿਲਕੁਲ ਮੈਂ ਭਾਣੇ ਦੇ ਵਿੱਚ ਹਾਂ, ਹੁਕਮ ਦੇ ਵਿੱਚ ਹਾਂ, ਪਰ ਲਾਲਾਂ ਨਾਲ ਦਿਲੋਂ ਪਿਆਰ ਇੰਨਾ ਸੀ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਮਹਾਰਾਜ ਸਾਨੂੰ ਪਹਿਲਾਂ ਮੌਤ ਆ ਜਾਂਦੀ। ਆਹ ਪਿਆਰ ਸੀ ਸਿੱਖਾਂ ਦਾ ਆਪਸੀ। ਇਹੀ ਚੀਜ਼ਾਂ ਆਪਾਂ ਸਿੱਖਣੀਆਂ ਨੇ। ਅੱਜ ਭਾਵੇਂ ਬਿਜ਼ਨਸ ਵਧਾ ਲਓ, ਭਾਵੇਂ ਸਮਾਜ ਵਿੱਚ ਵੱਡੇ ਬਣ ਜਾਓ, ਜੇ ਹਿਰਦੇ ਵਿੱਚ ਪਿਆਰ ਨਹੀਂ, ਅਸੀਂ ਕੌਡੀ ਦੇ ਵੀ ਹੈ ਨਹੀਂ। ਪਿਆਰ ਦੀ ਪਰਿਭਾਸ਼ਾ ਨੂੰ ਸਮਝਣਾ ਆਪਾਂ ਨੇ। ਤਾਂ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਫਿਰ ਕੱਫਣ ਦੀ ਗੱਲ ਆਈ, ਕਹਿੰਦੇ ਨਹੀਂ ਪਾਉਣਾ। ਜੇ ਸਾਰੇ ਸਿੰਘਾਂ ਵਾਸਤੇ ਤਾਂ ਪਾ ਦਿਓ, ਨਹੀਂ ਤਾਂ ਉੱਠ ਕੇ ਮੇਰੇ ਨਾਲ ਚੱਲੋ। ਭਾਈ ਦਇਆ ਸਿੰਘ ਕਹਿੰਦਾ, ਪਾਤਸ਼ਾਹ ਬੜੇ ਹੀ ਗਰੀਬ ਮਾਪੇ ਜੱਗ ਵਿੱਚ ਪਏ ਨੇ, ਕੱਫਣੋਂ ਬਗੈਰ ਦੱਸੀ ਕਿਹਦੇ ਪੁੱਤ ਗਏ ਨੇ। ਕੱਫਣ ਤੋਂ ਬਗੈਰ ਤਾਂ ਗਰੀਬ ਤੋਂ ਗਰੀਬ ਮਾਪੇ ਵੀ 2 ਗਜ ਕੱਪੜਾ ਪਾਉਂਦੇ ਨੇ। ਧੰਨ ਹੈ ਕਲਗੀ ਵਾਲਿਆ। ਤੇ ਉਸ ਵੇਲੇ ਲੱਗਾ ਹੋਇਆ, ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ? ਬੱਚਿਆਂ ਦਾ ਦੁੱਖ ਤਾਂ ਪੰਖੇਰੂ ਵੀ ਨਹੀਂ ਝੱਲਦੇ। ਬੱਚਾ ਤਾਂ ਕਿਸੇ ਪੰਛੀ ਦਾ ਮਰ ਜਾਵੇ, ਰੋ ਰੋ ਕੇ ਕਮਲੇ ਹੋ ਜਾਂਦੇ ਨੇ। ਪਾਤਸ਼ਾਹ ਧੰਨ ਤੁਹਾਡਾ ਜਿਗਰਾ, ਤੁਹਾਡੇ ਪੁੱਤ ਤੁਹਾਡੀਆਂ ਅੱਖਾਂ ਸਾਹਮਣੇ, ਛੋਟੇ ਲਾਲਾਂ ਦਾ ਮਾਤਾ ਦਾ ਅਜੇ ਪਤਾ ਤੱਕ ਨਹੀਂ ਕਿੱਥੇ ਨੇ। ਤੇ ਸਾਧ ਸੰਗਤ ਉੱਥੇ ਫਿਰ ਕੀ ਹੋਇਆ? ਪਾਤਸ਼ਾਹ ਜੀ ਕਹਿੰਦੇ, ਦਇਆ ਸਿੰਘ ਤੁਹਾਡਾ ਪਿਆਰ ਮੁਬਾਰਕ ਹੈ, ਆਓ ਫਿਰ ਹੁਣ ਰੱਖ ਦਿਓ ਲਾਸ਼ਾਂ ਨੂੰ, ਸ਼ਰੀਰਾਂ ਨੂੰ ਰੱਖ ਦਿਓ, ਆਓ ਮੇਰੇ ਨਾਲ ਚੱਲੋ। ਤੇ ਪਾਤਸ਼ਾਹ ਇਹਨਾਂ ਸਿੰਘਾਂ ਬਾਰੇ 2 ਸ਼ਬਦ, ਸਮੁੱਚੇ ਸਿੰਘ ਜਿਹੜੇ ਸੀ ਨਾ ਉਹਨਾਂ ਵਾਸਤੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ, ਚੰਗਾ ਅਜੀਤ ਸਿਆਂ ਪੁੱਤਰ ਜੁਝਾਰ ਸਿਆਂ ਤੇ ਬਾਕੀ ਦੇ ਸਿੰਘੋ ਮੇਰੇ ਪੁੱਤਰੋ, ਅਸੀਂ ਚੱਲੇ ਆਂ। ਕੀ ਕਹਿ ਕੇ ਸੁਣੋ। ਤੁਹਾਡਾ ਹੋਵੇ ਸੱਚਖੰਡ ਵਿੱਚ ਵਾਸਾ, ਮੈਂ ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਸੱਚਖੰਡ ਵਿੱਚ ਵਾਸਾ, ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਸੱਚਖੰਡ ਵਿੱਚ ਵਾਸਾ, ਮੈਂ ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਸੱਚਖੰਡ ਵਿੱਚ ਵਾਸਾ, ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਸੱਚਖੰਡ ਵਿੱਚ ਵਾਸਾ, ਮੈਂ ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਸੱਚਖੰਡ ਵਿੱਚ ਵਾਸਾ, ਮੈਂ ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਗੁਰ ਚਰਨਾਂ ਚ ਵਾਸਾ ਜੀ, ਗੁਰ ਚਰਨਾਂ ਵਿੱਚ ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਗੁਰ ਚਰਨਾਂ ਚ ਵਾਸਾ, ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਗੁਰ ਚਰਨਾਂ ਚ ਵਾਸਾ, ਮੈਂ ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਗੁਰ ਚਰਨਾਂ ਚ ਵਾਸਾ, ਦੇ ਕੇ ਅਸੀਸ ਚੱਲਿਆ। ਹੋਵੇ ਗੁਰ ਚਰਨਾਂ ਚ ਵਾਸਾ, ਦੇ ਕੇ ਅਸੀਸ ਚੱਲਿਆ। ਤੁਹਾਡਾ ਹੋਵੇ ਗੁਰ ਚਰਨਾਂ ਚ ਵਾਸਾ, ਦੇ ਕੇ ਅਸੀਸ ਚੱਲਿਆ। ਇੱਥੋਂ ਫਿਰ ਮਹਾਰਾਜ ਜੀ ਆਸ਼ੀਰਵਾਦ ਦੇ ਕੇ ਕਹਿੰਦੇ, ਮੇਰਾ ਸਿੱਖ ਹੈ ਨਾ ਜਿਹੜਾ, ਉਹ ਜਿਉਂਦਾ ਵੀ ਗੁਰੂ ਚਰਨਾਂ 'ਚ ਤੇ ਸਰੀਰ ਛੱਡਣ ਤੋਂ ਬਾਅਦ ਵੀ ਗੁਰੂ ਚਰਨਾਂ ਦੇ ਵਿੱਚ ਹੈ, ਤੇ ਸਰੀਰ ਛੱਡਣ ਤੋਂ ਬਾਅਦ ਵੀ ਉਹ ਜਿਉਂਦਾ ਹੈ। ਉਹਨਾਂ ਦੇ ਮਹਾਨ ਗੁਣ, ਮਹਾਨ ਸਿੱਖਿਆਵਾਂ ਕਦੇ ਨਹੀਂ ਮਰਦੀਆਂ। ਵੇਖੋ ਅੱਜ ਗੁਰੂ ਕੇ ਲਾਲ, ਗੁਰੂ ਕਾ ਪਰਿਵਾਰ ਸਰੀਰ ਕਰਕੇ ਤਾਂ ਆਪਣੇ ਪਾਸ ਆਏ ਨਹੀਂ, ਸ਼ਬਦ ਕਰਕੇ, ਜੋਤ ਕਰਕੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ। ਭਾਵੇਂ ਕੋਈ ਵੀ ਧਰਮ ਦਾ ਬੰਦਾ ਹੈ, ਉਹਦਾ ਦਿਲ ਰੋ ਰਿਹਾ ਅੱਜ, ਕਿਉਂਕਿ ਉਹਨਾਂ ਦੀ ਕੁਰਬਾਨੀ, ਉਹਨਾਂ ਦੇ ਲਾਸਾਨੀ ਕਾਰਨਾਮੇ ਆਪਣੇ ਆਪ ਦੇ ਵਿੱਚ ਵਿਲੱਖਣ ਨੇ, ਸੋਚਣ ਤੇ ਮਜਬੂਰ ਕਰਦੇ ਨੇ, ਖਿੱਚ ਲੈਂਦੇ ਨੇ ਸੁਰਤ ਨੂੰ।
ਤਾਂ ਕਲਗੀ ਵਾਲੇ ਪਾਤਸ਼ਾਹ ਇੱਥੋਂ ਮੰਜ਼ਲੋਂ ਮੰਜ਼ਲੀ ਹੁੰਦੇ 30 ਕਿਲੋਮੀਟਰ ਦਾ ਰਸਤਾ, ਵਿਖੜਾ ਪੈਂਦਾ, ਹੱਥ ਵਿੱਚ ਬਾਜ ਨਹੀਂ, ਸੀਸ ਉੱਤੇ ਤਾਜ ਨਹੀਂ, ਚਰਨਾਂ ਵਿੱਚ ਜੋੜਾ ਨਹੀਂ, ਚੜ੍ਹਨ ਵਾਸਤੇ ਘੋੜਾ ਨਹੀਂ। ਮਾਹੀ ਦਾ ਕਿੱਡਾ ਵੱਡਾ ਪਰਿਵਾਰ। ਅੱਜ ਸਾਧ ਸੰਗਤ ਚਮਕੌਰ ਦੀ ਗੜੀ ਨੂੰ ਛੱਡ ਕੇ ਨਾ ਪੱਗ ਡੰਡੀ, ਡੰਡੀਆਂ ਜਿਹੜੀਆਂ ਪਹਿਲੇ ਪਿੰਡਾਂ ਦੇ ਵਿੱਚ ਡੰਡੀਆਂ ਜਾਂਦੀਆਂ, ਉਹ ਡੰਡੀ ਜਾ ਰਹੇ ਨੇ ਮਹਾਰਾਜ ਕੱਲੇ, ਕੋਈ ਵੀ ਸਿੰਘ ਨਾਲ ਨਹੀਂ। ਜਿਹੜੇ 3 ਸਿੰਘ ਸੀ ਉਹ ਵੀ ਵਿਛੜ ਗਏ ਤੇ ਸਾਧ ਸੰਗਤ ਕੱਲੇ ਜਾ ਰਹੇ ਨੇ। ਤੇ ਉਸ ਵੇਲੇ ਦਾ ਜਿਹੜਾ ਸੀਨ ਸੀ ਉਹ ਕੀ ਸੀ? ਵੱਡੇ ਲਾਲਾਂ ਨੂੰ ਚਮਕੌਰ ਦੀ ਗੜੀ ਵਿੱਚ ਅੱਖਾਂ ਸਾਹਮਣੇ ਛੱਡ ਆਏ ਤੇ ਛੋਟਿਆਂ ਬਾਰੇ ਖਬਰ ਕੋਈ ਨਹੀਂ, ਸਿੰਘ ਨਾਲ ਕੋਈ ਨਹੀਂ। ਪਿੱਛੋਂ ਹੁਕਮ ਆ ਰਿਹਾ ਵੀ ਸਿੱਖਾਂ ਦਾ ਗੁਰੂ ਲੰਘ ਕੇ ਨਾ ਜਾਵੇ, ਫੜ ਲਓ, ਫੜ ਲਓ, ਪਕੜ ਲਓ, ਮਾਰ ਦਿਓ। ਕਿਹੋ ਜਿਹਾ ਸਮਾਂ। ਫਿਰ ਮੁੱਖੋਂ ਨਿਕਲਦਾ ਨਹੀਂ, ਧੰਨ ਕਲਗੀ ਵਾਲਿਆ, ਧੰਨ ਬਾਜਾਂ ਵਾਲਿਆ। ਤੇ ਮਾਛੀਵਾੜੇ ਜੰਗਲਾਂ ਵਿੱਚ ਪਹੁੰਚ ਗਏ। ਉੱਥੇ ਭਾਈ ਗੁਲਾਬਾ, ਭਾਈ ਪੰਜਾਬਾ ਸਕੇ ਭਰਾ ਸੀ, ਬੜੇ ਕਾਰੋਬਾਰੀ ਸੀ, ਬੜੀ ਸ਼ਰਧਾਵਾਨ ਸੀ। ਗੁਰਮੁਖੋ ਸਮੇਂ ਸਮੇਂ ਤੇ ਜਿਹੜਾ ਸੇਵਾ ਨਿਭਾ ਕੇ ਨਾ ਉਹ ਲਾਹਾ ਖੱਟ ਕੇ। ਸੇਵਾ ਉਹ ਹੁੰਦੀ ਹੈ ਜਿਹੜੀ ਮੌਕੇ ਤੇ ਹੋ ਜਾਵੇ, ਸਹੀ ਥਾਂ ਤੇ ਹੋ ਜਾਵੇ, ਸਹੀ ਢੰਗ ਨਾਲ ਹੋ ਜਾਵੇ ਤੇ ਉਹ ਸੇਵਾ ਦੇ ਜੈਕਾਰੇ ਵੱਜ ਜਾਂਦੇ ਨੇ। ਤੇ ਫਿਰ ਇੱਥੇ ਭਾਈ ਗੁਲਾਬਾ ਤੇ ਭਾਈ ਪੰਜਾਬਾ ਸਤਿਗੁਰਾਂ ਨੂੰ ਆਪਣੇ ਘਰ ਲੈ ਜਾਂਦੇ ਨੇ। ਬੜੀ ਸੇਵਾ ਕੀਤੀ। ਮਾਛੀਵਾੜੇ ਨੂੰ ਘੇਰਾ ਪੈ ਜਾਂਦਾ ਹੈ। ਅੱਜ ਦੇ ਦਿਨ ਸਤਿਗੁਰੂ ਕਲਗੀਧਰ ਮਹਾਰਾਜ ਅੱਜ ਦੇ ਦਿਨ ਦੀ ਵਿਆਖਿਆ ਕਰੀਏ ਥੋੜ੍ਹੀ ਜੀ, ਤਾਂ ਕਿ ਪਤਾ ਚੱਲੇ ਵੀ ਅੱਜ ਆਪਾਂ ਕਿਹੜੇ ਦਿਨ ਵਿੱਚ ਬੈਠੇ ਆ। ਅੱਜ 11 ਪੋਹ ਹੈ। ਅੱਜ ਦੇ ਦਿਨ ਕਲਗੀ ਵਾਲੇ ਪਾਤਸ਼ਾਹ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੇ ਘਰ ਦੇ ਵਿੱਚ ਬੈਠੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਕੇ ਭਰਾ ਸੀ ਮੁਸਲਮਾਨ ਵੀਰ। ਇਹਨਾਂ ਨੂੰ ਪਤਾ ਜਦੋਂ ਲੱਗਿਆ ਵੀ ਕਲਗੀ ਵਾਲੇ ਪਾਤਸ਼ਾਹ ਦੇ ਪਰਿਵਾਰ ਉੱਪਰ ਔਰ ਖਾਲਸੇ ਉੱਪਰ ਆ ਸਮਾਂ ਆਣ ਬਣਿਆ, ਇਹ ਮੁਸਲਮਾਨ ਭਰਾ ਸਤਿਗੁਰਾਂ ਦੇ ਚਰਨੀ ਆ ਕੇ ਹਾਜ਼ਰ ਹੋ ਗਏ ਭਾਈ ਗੁਲਾਬੇ ਦੇ ਘਰ। ਪਾਤਸ਼ਾਹ ਸਾਡੇ ਲਾਇਕ ਸੇਵਾ ਦੱਸੋ। ਮਹਾਰਾਜ ਜੀ ਕਹਿੰਦੇ ਤੁਹਾਡੇ ਘਰ ਚੱਲਦੇ ਆ, ਫਿਰ ਦੱਸਾਂਗੇ। ਅੱਜ ਮਹਾਰਾਜ ਨਬੀ ਖਾਂ ਤੇ ਗਨੀ ਖਾਂ ਦੇ ਘਰ ਬੈਠੇ ਨੇ, ਪਹਿਲੀ ਗੱਲ। ਦੂਸਰੀ ਸਾਈਡ ਅੱਜ 11 ਪੋਹ ਹੈ। 10 ਪੋਹ ਨੂੰ ਪੇਸ਼ੀ ਹੋ ਗਈ ਗੁਰੂ ਕੇ ਲਾਲਾਂ ਦੀ ਪਹਿਲੀ ਪੇਸ਼ੀ, ਜਦੋਂ ਮੋਰਿੰਡੇ ਤੋਂ ਗਏ ਨੇ। ਕੱਲ ਮੋਰਿੰਡੇ ਤੋਂ ਗੁਰੂ ਕੇ ਲਾਲ ਸਰਹੰਦ ਪਹੁੰਚ ਗਏ। ਇੱਕ ਰਾਤ ਮੋਰਿੰਡੇ ਲਾਈ ਹੈ, ਇੱਕ ਰਾਤ ਗੰਗੂ ਦੇ ਘਰ ਲਾਈ ਹੈ, ਇੱਕ ਰਾਤ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਲਾਈ ਹੈ। ਤੇ ਇਸ ਤਰ੍ਹਾਂ ਦਾ ਪੈਂਡਾ ਸੀ ਗੁਰੂ ਕੇ ਲਾਲਾਂ ਦਾ, ਗੁਰੂ ਕੇ ਪਰਿਵਾਰ ਦਾ। ਅੱਜ ਦੇ ਦਿਨ ਦੂਜੀ ਪੇਸ਼ੀ ਹੈ। ਅੱਜ 11 ਤਰੀਕ ਹੈ, ਦੂਸਰੀ ਪੇਸ਼ੀ ਹੈ। ਤੇ ਭਾਈ ਕਲਗੀ ਵਾਲੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਨੇ। ਇੱਧਰੋਂ ਗੰਗੂ ਦੇ ਘਰ ਜਾਣ ਤੋਂ ਪਹਿਲਾਂ ਕੁੰਮੇ ਮਾਸ਼ਕੀ ਦੇ ਘਰ ਮਾਤਾ ਗੁਜਰੀ ਜੀ ਔਰ ਗੁਰੂ ਕੇ ਛੋਟੇ ਲਾਲ, ਉਮਰਾਂ ਵਿੱਚ ਛੋਟੇ, ਸੋਚ ਛੋਟੀ ਨਹੀਂ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਦੋਂ ਪਹਾੜ ਦੀ ਬੱਖੀ ਬੱਖੀ ਤੁਰੇ ਜਾ ਰਹੇ ਨੇ। ਇਤਿਹਾਸ ਕਹਿੰਦਾ ਵੀ ਉਸ ਵੇਲੇ ਕਿਨਮਣ ਕਣੀ ਹੋਣ ਲੱਗ ਗਈ। ਠੰਡ ਬਹੁਤ ਜ਼ਿਆਦਾ, ਹੱਡਾਂ ਨੂੰ ਚੀਰਦੀ ਠੰਡ। ਸਿਆਣੇ ਦੱਸਦੇ ਨੇ ਵੀ ਅੱਜ ਕੱਲ੍ਹ ਤਾਂ ਨਾ ਤਾਂ ਉਹ ਕਾਲੀਆਂ ਰਾਤਾਂ ਨੇ, ਨਾ ਓਨੀ ਠੰਡ ਪੈਂਦੀ ਆ ਹੱਡਾਂ ਨੂੰ ਚੀਰਨ ਵਾਲੀ। ਉਹ ਠੰਡ ਜਦੋਂ ਪਾਣੀ ਜੰਮ ਜਾਂਦਾ ਸੀ, ਉਸ ਵੇਲੇ ਦੀ ਠੰਡ ਹੁੰਦੀ ਸੀ ਉਦੋਂ, ਕਿਉਂਕਿ ਉਦੋਂ ਵਾਤਾਵਰਨ, ਦਰਖਤ, ਇਹ ਚੀਜ਼ਾਂ ਬਹੁਤ ਜ਼ਿਆਦਾ ਸੀਆਂ। ਇਹਨਾਂ ਦੇ ਕਾਰਨ ਫਿਰ ਠੰਡ ਵੀ ਜ਼ਿਆਦਾ ਪੈਂਦੀ ਹੈ। ਅੱਜ ਦਰਖਤ ਕੱਟ ਗਿਆ, ਵਾਤਾਵਰਨ ਦੇ ਵਿੱਚ ਚੇਂਜ ਆ ਗਿਆ, ਗਰਮੀ ਜ਼ਿਆਦਾ ਹੋ ਗਈ ਹੈ। ਤੇ ਉਸ ਵੇਲੇ ਜਦੋਂ ਤੁਰੇ ਜਾ ਰਹੇ ਨੇ, ਲਾਲ ਪੁੱਛਦੇ ਨੇ ਕਿੱਥੇ ਨੂੰ ਦਾਦੀ ਜਾਵਾਂਗੇ। ਉੱਤੋਂ ਪੈ ਗਈ ਰਾਤ ਹਨੇਰੀ। ਦਾਦੀ ਮਾਂ ਕਹਿੰਦੀ ਹੈ ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਪੁੱਤਰੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਜਿੱਥੇ ਵਾਹਿਗੁਰੂ ਲੈ ਕੇ ਜਾਵੇ, ਜਿੱਥੋਂ ਦੀ ਡਿਊਟੀ ਲੈ ਕੇ ਆਏ ਆ, ਜਿਵੇਂ ਜਿਵੇਂ ਖੇਡਾਂ ਵਰਤਣੀਆਂ ਨੇ ਉਵੇਂ ਜਾਵਾਂਗੇ। ਅੱਗੇ ਇੱਕ ਛੰਨ ਹੈ, ਉਹ ਛੰਨ ਦੇ ਵਿੱਚ ਦੀਵਾ ਜਗ ਰਿਹਾ ਹੈ, ਕਿਉਂਕਿ ਛਕਿਆ ਕੁਝ ਨਹੀਂ ਮਾਤਾ ਜੀ ਨੇ, ਗੁਰੂ ਕੇ ਲਾਲਾਂ ਨੇ। ਉੱਪਰੋਂ ਠੰਡ ਹੱਡਾਂ ਨੂੰ ਚੀਰਦੀ। ਤੇ ਮਾਤਾ ਜੀ ਦੀ ਨਜ਼ਰ ਪਹਿਲਾਂ ਤੋਂ ਜਾਣਦੇ ਸੀ, ਜਾਣ ਪਛਾਣ ਸੀ, ਪਰ ਇਹ ਨਹੀਂ ਸੀ ਪਤਾ ਵੀ ਇਹ ਛੰਨ ਕਿਹਦੀ ਹੈ। ਜਦੋਂ ਮਾਤਾ ਜੀ ਉਧਰ ਨੂੰ ਮੁੜੇ, ਛੰਨ ਦੇ ਕੋਲ ਗਏ, ਅੰਦਰੋਂ ਆਵਾਜ਼ ਆਈ, ਠਹਿਰ ਜੋ, ਅੱਗੇ ਨਾ ਆਇਓ, ਕੌਣ ਹੋ ਤੁਸੀਂ? ਖਬਰਦਾਰ ਜੀ, ਅੱਗੇ ਪੈਰ ਪੱਟਿਆ। ਅੱਗੋਂ ਇੱਕ ਬੰਦਾ ਬੋਲ ਰਿਹਾ, ਮਰਦ ਬੋਲ ਰਿਹਾ, ਕੌਣ ਹੋ ਤੁਸੀਂ? ਮਾਤਾ ਜੀ ਨਹੀਂ ਬੋਲੇ। ਇੱਕ ਦੋ ਕਦਮ ਹੋਰ ਅੱਗੇ ਹੋਏ, ਫਿਰ ਪੁੱਛਦਾ ਕੌਣ ਹੋ ਤੁਸੀਂ? ਤਾਂ ਉਸ ਵੇਲੇ ਸਾਧ ਸੰਗਤ ਮਾਤਾ ਗੁਜਰੀ ਜੀ ਕਹਿਣ ਲੱਗੇ, ਪੁੱਤਰ ਤੂੰ ਰੌਲਾ ਨਾ ਪਾ, ਸਮਾਂ ਨਾਜ਼ੁਕ ਹੈ, ਕਮਜ਼ੋਰ ਸਮਾਂ ਹੈ, ਰੌਲਾ ਨਾ ਪਾ।
फिर कहना मैनू दसो तो सही तुसी अगे क्यों आ रहे हो, कौन हो तुसी। माता जी ने फिर भरे मन दे नाल कुम्मे माशकी नूं आख्या, औखा वेला है, विखड़ा पिंड है, मेरा पुत्र ते मेरे बड़े पोतरे, पता नहीं उन्हां ते किहो जिहा समा होवेगा, की बन रहा होवेगा। मेरा पूरा परिवार, मेरियां दो नूहां माता साहिब कौर ते माता सुंदर कौर और जाना तो प्यारे सिंह, 5 प्यारे साहिबान ते गुरु का सूरबीर जोधे सिंह, उन्हां ते पता नहीं किहो जिहा समा होवेगा। पर कहंदे असीं तां औखे समय दे विच इधर नूं आए आ, छपरी दा मालका वे राही रात गुजारन आए, 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 रात गुजारन आए, रात गुजारन राही रात गुजारन आए, रात गुजारन आए, 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 राही रात गुजारन आए, राही रात गुजारन आए, छपरी दा मालका वे राही रात गुजारन आए, छपरी दा मालका वे राही रात गुजारन आए, 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 मालका वे राही रात गुजारन आए। ਵੇਖੋ ਇੱਥੇ ਇੱਕ ਗੱਲ ਵਿਚਾਰ ਅਧੀਨ ਹੈ। ਜਿਹੜੇ ਬੰਦਾ ਤਾਂ ਪਹਿਲਾਂ ਤੋਂ ਗਰੀਬੀ ਵਿੱਚ ਰਿਹਾ ਹੋਵੇ, ਉਸੇ ਤਰ੍ਹਾਂ ਵੀ ਜਿਹੋ ਜਿਹੇ ਮਿਲ ਗਏ ਪਹਿਨ ਲਏ, ਕਦੇ ਜੋੜਾ ਪੈਰਾਂ 'ਚ ਹੈਗਾ ਕਦੇ ਨਹੀਂ, ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਮੌਸਮ ਦੇ ਨਾਲ, ਕਿਉਂਕਿ ਉਹ ਉਹਦੇ 'ਚ ਹੰਢਿਆ ਹੋਇਆ। ਪਰ ਕਲਗੀ ਵਾਲੇ ਪਾਤਸ਼ਾਹ ਦਾ ਪਰਿਵਾਰ ਤੇ ਖਾਲਸਾ ਤਾਂ ਕਿਸੇ ਬਾਦਸ਼ਾਹ ਦੀ ਵੀ ਆਨ ਸ਼ਾਨ ਨਹੀਂ ਹੋਈ ਜੀ ਸੀ ਜਿਹੋ ਜਿਹੀ ਅਨੰਦਪੁਰ ਸਾਹਿਬ ਦੀ ਆਨ ਤੇ ਸ਼ਾਨ ਸੀ। ਗੁਰੂ ਕੇ ਸੂਰਬੀਰ ਯੋਧੇ ਜਿਹੜੇ ਸੀ ਨਾ, ਇਉਂ ਸਾਧ ਸੰਗਤ ਛਾਤਰ ਲੈ ਕੇ ਖੜ ਜਾਂਦੇ ਜਦੋਂ ਮਾਤਾ ਜੀ ਆਉਂਦੇ, ਗੁਰੂ ਕੇ ਲਾਲ ਆਉਂਦੇ, ਹੱਥੀਂ ਛਾਵਾਂ ਭਾਵ ਕਹਿਣ ਤੋਂ। ਇੰਨਾ ਸੌਖਾ ਸਮਾਂ ਜਾਂ ਇਉਂ ਕਹਿ ਲਓ, ਇੱਕ ਕਿਸੇ ਬਹੁਤ ਅਮੀਰ ਬੰਦੇ ਨੂੰ ਅਚਨਚੇਤ ਇਹੋ ਜਿਹਾ ਵੇਲਾ ਆ ਜਾਵੇ ਵੀ ਉਹ ਜਿਵੇਂ ਕਹੀਏ ਵੀ ਫਰਸ਼ਾਂ 'ਤੇ ਆ ਜਾਣਾ, ਤੇ ਉਹ ਸਮਾਂ ਸੀ ਅਨੰਦਪੁਰ ਸਾਹਿਬ ਨੂੰ ਇੱਕਦਮ ਛੱਡਣਾ ਵੱਡਾ ਫੈਸਲਾ ਤੇ ਇੱਕਦਮ ਹੀ ਮੁਸ਼ਕਲ ਦਾ ਵੇਲਾ, ਬਹੁਤ ਵੱਡੀ ਗੱਲ ਸੀ। ਤਾਂ ਫਿਰ ਕੁੰਮੇ ਮਾਸ਼ਕੀ ਨੂੰ ਕਹਿਣ ਲੱਗੇ, ਕੁੰਮਿਆ ਮੈਂ ਤੇਰੀ ਆਵਾਜ਼ ਨੂੰ ਪਛਾਣ ਲਿਆ, ਮੈਂ ਦਸ਼ਮੇਸ਼ ਪਿਤਾ ਦੇ ਮਾਤਾ ਗੁਜਰੀ ਜੀ ਹਾਂ ਤੇ ਨਾਲ ਮੇਰੇ ਛੋਟੇ ਪੋਤਰੇ ਨੇ। ਜਦੋਂ ਆਵਾਜ਼ ਸੁਣੀ ਕੁੰਮੇ ਮਾਸ਼ਕੀ ਦੀਆਂ ਭੁੱਬਾਂ ਨਿਕਲ ਗਈਆਂ। ਪਿਆਰ ਵਾਲਿਓ, ਸਾਰੇ ਧਰਮਾਂ ਦੇ ਵਿੱਚ ਛੱਪਰੀਆਂ ਦੀ ਗੱਲ ਬਹੁਤ ਆਉਂਦੀ ਹੈ।
ਮਹਾਰਾਜ ਕਹਿੰਦੇ ਛੱਪਰੀ ਵੀ ਭਾਗਾਂ ਵਾਲੀ ਹੋ ਜਾਂਦੀ ਹੈ ਜਿੱਥੇ ਬੈਠ ਕੇ ਪਰਉਪਕਾਰ ਕੀਤਾ ਜਾਵੇ, ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਵੇ। ਉਹ ਭਾਵੇਂ ਕੁੰਮੇ ਮਾਹੀ ਦੀ ਛੱਪਰੀ, ਕੁੰਮੇ ਮਾਸ਼ਕੀ ਦੀ ਛੱਪਰੀ ਤੇ ਭਾਵੇਂ ਬਿਦਰ ਦੀ ਛੱਪਰੀ। ਆਉਂਦਾ ਨਹੀਂ, ਭਗਵਾਨ ਕ੍ਰਿਸ਼ਨ ਸਿਰਫ ਇੱਕ ਰਾਤ ਗੁਜ਼ਾਰੀ ਹੈ ਬਿਦਰ ਦੀ ਛੱਪਰੀ 'ਚ। ਦੁਰਯੋਧਨ ਦੇ ਮਹਿਲਾਂ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਤਾ। ਕਹਿੰਦੇ ਦੁਰਯੋਧਨਾ, ਤੇਰੇ ਮਹਿਲਾਂ 'ਚ ਪਿਆਰ ਨਹੀਂ ਦਿਸਦਾ, ਤੇਰੇ ਹਿਰਦੇ ਰੂਪੀ ਘਰ ਵਿੱਚ ਪਿਆਰ ਨਹੀਂ ਦਿਸਦਾ। ਉਹ ਬਿਦਰ ਤਾਂ ਪ੍ਰੇਮ ਦੀ ਮੂਰਤ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਤੂੰ ਉਹ ਬਦਾਮਾਂ ਵਾਲੀ ਖੀਰ ਦੀ ਗੱਲ ਕਰਦਾ ਹੈ। ਕਹਿੰਦੇ ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਐਸੋ ਭਾਉ ਬਿਦਰ ਕੋ ਦੇਖਿਆ, ਉਹ ਗਰੀਬ ਮੋਹੇ ਭਾਵੈ। ਕਹਿੰਦੇ ਉਹ ਗਰੀਬ ਮੈਨੂੰ ਭਾ ਗਿਆ, ਉਹਦੇ ਅੰਦਰ ਪਿਆਰ ਹੈ, ਉਹਦੇ ਕੇਲਿਆਂ ਦੇ ਛਿਲਕੇ ਵੀ ਮੈਨੂੰ ਮਨਜ਼ੂਰ ਨੇ, ਉਹਦਾ ਅਲੂਣਾ ਸਾਗ ਵੀ ਮੈਨੂੰ ਮਨਜ਼ੂਰ ਹੈ। ਜਿਹੜੇ ਤੂੰ ਖੀਰ ਦੀ ਗੱਲ ਕਰਦਾ ਬਦਾਮਾਂ ਵਾਲੀ, ਕਹਿੰਦੇ ਉਹਦੇ ਘਰ ਦੇ ਪਾਣੀ ਦੇ ਬਰਾਬਰ ਤੇਰੀ ਖੀਰ ਨਹੀਂ ਹੈ, ਕਿਉਂਕਿ ਤੇਰੇ ਅੰਦਰ ਹੰਕਾਰ ਦੀ ਬੋ ਹੈ। ਉਹ ਕੋਠੀ ਨੂੰ ਕੀ ਕਰੇਗਾ ਜਿਹੜੀ ਕੋਠੀ 'ਚ ਭਗਵਾਨ ਦੀ ਮਹਿਮਾ ਨਹੀਂ ਹੈ। ਉਹ ਵੱਡੇ 6.5 ਫੁੱਟ ਦੀ ਹਾਈਟ ਨੂੰ ਕੀ ਕਰੇਗਾ ਜੇ ਉਹਦੇ ਵਿੱਚ ਭਗਵਾਨ ਦੀ ਦਇਆ ਕਿਰਪਾ ਪਰਉਪਕਾਰ ਸਿਮਰਨ ਬੰਦਗੀ ਨਹੀਂ ਹੈ, ਉਹਨੂੰ ਕੀ ਕਰੇਗਾ। ਉਹ ਤਾਂ ਇੱਕ ਡਰਨਾ ਤੁਰਿਆ ਫਿਰਦਾ, ਜਿਵੇਂ ਖੇਤ ਵਿੱਚ ਡਰਨਾ ਨਹੀਂ ਹੁੰਦਾ ਪਸ਼ੂਆਂ ਨੂੰ ਪੰਛੀਆਂ ਨੂੰ ਡਰਾਉਣ ਵਾਸਤੇ, ਉਹ ਤਾਂ ਇੱਕ ਡਰਨਾ ਹੈ, ਹੋਰ ਕੁਛ ਨਹੀਂ ਹੈ। ਤਾਂ ਕੁੰਮਾ ਮਾਸ਼ਕੀ ਪੁੱਬਾਂ ਨਿਕਲ ਗਈਆਂ, ਮਾਂ ਇਹੋ ਜਿਹਾ ਵੇਲਾ। ਕੁੰਮਿਆ ਮੇਰੇ ਲਾਲ ਦੀਆਂ ਖੇਡਾਂ ਨੇ, ਉਹ ਖੇਡਾਂ ਵਰਤਾ ਰਹੇ ਨੇ। ਹੱਕ ਤੇ ਸੱਚ ਦੀ ਲੜਾਈ ਹੈ, ਆਜ਼ਾਦੀ ਤੇ ਗੁਲਾਮੀ ਦੀ ਲੜਾਈ ਹੈ, ਧਰਮ ਤੇ ਜ਼ਾਲਮ ਤੇ ਜ਼ੁਲਮ ਦੀ ਲੜਾਈ ਹੈ, ਤੇ ਸੱਚ ਤੇ ਝੂਠ ਦੀ ਲੜਾਈ ਹੈ। ਉਹਦੇ ਵਿੱਚ ਮੇਰੇ ਲਾਲ ਨੇ ਇਹ ਫੈਸਲੇ ਲਏ ਨੇ, ਮੈਨੂੰ ਮਨਜ਼ੂਰ ਨੇ। ਮਾਤਾ ਜੀ ਤੁਸੀਂ ਕਦੋਂ ਦੇ ਤੁਰੇ ਹੋ, ਤੁਹਾਨੂੰ ਠੰਡ ਲੱਗ ਰਹੀ ਹੈ, ਬੱਚਿਆਂ ਨੂੰ ਠੰਡ ਲੱਗ ਰਹੀ ਹੈ। ਕੁੰਮੇ ਮਾਸ਼ਕੀ ਦਾ ਜਿਹੜਾ ਉਸ ਵੇਲੇ ਦਾ ਬਿਸਤਰਾ ਸੇਵਾ ਮੌਕੇ ਦੀ, ਮਾਤਾ ਜੀ ਪੋਤਰਿਆਂ ਨੂੰ ਰਜਾਈ ਦੇ ਵਿੱਚ ਬਿਠਾ ਦਿਓ, ਮੈਂ ਤਾਂ ਬਾਹਰ ਥੋੜ੍ਹੀ ਬਹੁਤੀ ਅੱਗ ਮਚਾ ਲਾਂਗਾ, ਮੈਂ ਤਾਂ ਰਾਤ ਉੱਥੇ ਬੈਠ ਕੇ ਕੱਢਾਂਗਾ, ਤੁਸੀਂ ਵੀ ਸੇਕੋ ਤੇ ਬੱਚਿਆਂ ਨੂੰ ਇਹਦੇ 'ਚ ਬਿਠਾਓ। ਗੁਰੂ ਕੇ ਲਾਲਾਂ ਨੂੰ ਰਜਾਈ ਵਿੱਚ ਬਿਠਾਇਆ, ਮੌਕੇ ਦੀ ਸੇਵਾ, ਬਸ ਡੰਕੇ ਵੱਜ ਜਾਂਦੇ ਨੇ। ਤੇ ਫਿਰ ਕਹਿੰਦਾ ਮਾਤਾ ਮੇਰੇ ਕੋਲ ਤਾਂ ਮੈਂ ਤਾਂ ਸਵੇਰੇ ਪ੍ਰਸ਼ਾਦਾ ਜਾਂ ਇੱਥੋਂ ਲੈ ਕੇ ਆਉਣਾ ਕਿਤੋਂ, ਜਾਂ ਕਿਵੇਂ ਨਾ ਕਿਵੇਂ ਮੈਂ ਤਿਆਰ ਕਰਦਾ, ਹੁਣ ਮੇਰੇ ਕੋਲ ਕੁਛ ਨਹੀਂ ਹੈ। ਮਾਤਾ ਜੀ ਜੇ ਹੁਕਮ ਹੋਵੇ, ਆ ਨੇੜੇ ਲక్ష్ਮੀ ਦੇਵੀ ਹੈ, ਬੀਬੀ ਹੈ, ਉਹਦਾ ਪਰਿਵਾਰ ਹੈ, ਉਹ ਆਏ ਗਏ ਦੀ ਬੜੀ ਸੇਵਾ ਕਰਦੇ ਨੇ। ਮਾਤਾ ਜੀ ਜੇ ਹੁਕਮ ਹੋਵੇ ਮੈਂ ਪ੍ਰਸ਼ਾਦਾ ਲੈ ਆਵਾਂ, ਭੋਜਨ ਲੈ ਆਵਾਂ। ਮਾਤਾ ਜੀ ਕਹਿੰਦੇ ਕੁੰਮਿਆ ਤੇਰੀ ਇੱਛਾ। ਕੁੰਮਾ ਮਾਸ਼ਕੀ ਭੱਜਿਆ ਗਿਆ। ਅੱਧੀ ਰਾਤ ਦੇ ਵੇਲੇ ਲక్ష్ਮੀ ਦੇਵੀ ਦਾ ਦਰਵਾਜ਼ਾ ਖੜਕਾਇਆ। ਲక్ష్ਮੀ ਦੇਵੀ ਕਹਿੰਦੀ ਕੁੰਮਿਆ ਤੂੰ ਇਸ ਵੇਲੇ? ਮਾਤਾ ਮੇਰੇ ਘਰ ਗੁਰੂ ਜੀ ਦੇ ਮਾਤਾ ਛੱਪਰੀ ਦੇ ਵਿੱਚ ਆਏ ਹੋਏ ਨੇ ਤੇ ਛੋਟੇ ਲਾਲ ਆਏ ਨੇ। ਫਿਰ ਦੱਸ ਸੇਵਾ? ਕਹਿੰਦੇ ਪ੍ਰਸ਼ਾਦੇ ਦੀ ਸੇਵਾ। ਕਿੱਡੇ ਭਾਗਾਂ ਵਾਲੀ ਉਹ ਬੀਬੀ ਹੋਣੀ ਆ ਲక్ష్ਮੀ ਦੇਵੀ, ਪੂਰੇ ਪਰਿਵਾਰ ਨੂੰ ਜਗਾ ਕੇ ਪ੍ਰਸ਼ਾਦਾ ਤਿਆਰ ਕਰਵਾਇਆ। ਅੱਜ ਜਿਹੜੇ ਆਪਾਂ ਲੰਗਰ ਲਾਉਨੇ ਆ ਨਾ, ਇਹਨਾਂ ਦੀ ਅਹਿਮੀਅਤ ਹੈ ਜਿਹੜੀ ਨਾ ਉਹ ਬਹੁਤ ਵੱਡੀ ਹੈ। ਕਿਸੇ ਭੁੱਖੇ ਦੇ ਮੂੰਹ ਵਿੱਚ ਭੋਜਨ ਪੈਣਾ ਤੇ ਗੁਰਮੁਖੋ ਆਪਣੇ ਵਾਸਤੇ ਤਾਂ ਬੰਦਾ ਸਾਰੀ ਜ਼ਿੰਦਗੀ ਕਮਾਉਂਦਾ ਹੈ, ਉਹ ਤਾਂ ਉਹਦੀ ਡਿਊਟੀ ਹੈ। ਫਲ ਉਸ ਚੀਜ਼ ਦਾ ਮਿਲਦਾ ਜਿਹੜਾ ਦੂਜੇ ਵਾਸਤੇ ਕਰੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਆਪਾਂ ਬਿਜ਼ਨਸਮੈਨ ਆ, ਦੁਕਾਨਾਂ ਤੇ ਬੈਠ ਕੇ ਕਮਾਉਂਦੇ ਆ, ਖੇਤਾਂ ਵਿੱਚ ਕਮਾਉਂਦੇ ਆ, ਉਹ ਤਾਂ ਆਪਣੇ ਪਰਿਵਾਰ ਵਾਸਤੇ ਕਮਾਉਂਦੇ ਆ। ਇਹ ਤਾਂ ਸ਼ਰਅ ਹੈ, ਇਹ ਤਾਂ ਇੱਕ ਮਰਜ਼ਾਦਾ, ਇਹ ਤਾਂ ਕਰਨਾ ਪੈਣਾ, ਇਹਦਾ ਫਲ ਫੁੱਲ ਕੋਈ ਨਹੀਂ ਹੈ। ਜੇ ਕੋਈ ਬੰਦਾ ਕਹੇ ਨਾ ਮੈਂ ਆਪਣੇ ਬੱਚਿਆਂ ਨੂੰ ਅਰਬਾਂਪਤੀ ਬਣਾਤਾ, ਫਿਰ ਤੂੰ ਆਪਣਿਆਂ ਨੂੰ ਬਣਾਇਆ, ਉਹਦਾ ਤੈਨੂੰ ਤਾਂ ਕੋਈ ਲਾਭ ਨਹੀਂ ਨਾ। ਉਹ ਸਾਨੂੰ ਲਾਭ ਕਿਹੜੀ ਚੀਜ਼ ਦਾ? ਜਿਹੜਾ ਅਸੀਂ ਕਿਸੇ ਪਰਉਪਕਾਰ ਹਿੱਤ ਕਰਦੇ ਹਾਂ, ਪਰਉਪਕਾਰ ਦਾ ਲਾਭ ਹੁੰਦਾ, ਹੋਰ ਨਹੀਂ ਕਿਸੇ ਦਾ ਲਾਭ ਹੁੰਦਾ। ਸੋ ਜੇ ਆਪਾਂ ਕਹੀਏ ਵੀ ਅਸੀਂ ਬਹੁਤ ਕੁਝ ਕਮਾ ਲਿਆ, ਵੱਡੇ ਬਣ ਗਏ, ਨਹੀਂ, ਉਹ ਤਾਂ ਤੂੰ ਆਪਣਿਆਂ ਵਾਸਤੇ ਕੀਤਾ, ਉਹ ਤਾਂ ਹਰ ਕੋਈ ਕਰਦਾ ਆਇਆ, ਤੇ ਬਾਕੀ ਤੇਰਾ ਇੱਥੋਂ ਦਾ ਕਮਾਇਆ ਇੱਥੇ ਹੀ ਰਹਿਣ ਵਾਲਾ ਹੈ। ਇੱਕੋ ਹੀ ਪਰਿਵਾਰ ਵਿੱਚ ਉਹਦੇ 5 ਮਾਲਕ ਬੈਠੇ ਨੇ, ਇੱਕੋ ਹੀ ਪਰਿਵਾਰ ਵਿੱਚ ਜਿਹੜਾ ਕੁਝ ਆਪਾਂ ਕਮਾਉਂਦੇ ਆ ਨਾ, 5 ਮਾਲਕ ਬੈਠੇ ਹੁੰਦੇ ਨੇ। ਦਾਦਾ ਬੈਠਾ, ਪਿਓ ਬੈਠਾ, ਪੁੱਤ ਬੈਠਾ, ਪੋਤਾ ਬੈਠਾ, ਪੜੋਤਾ ਬੈਠਾ ਹੈ। 5 ਮਾਲਕ ਨੇ ਉਸੇ ਚੀਜ਼ ਦੇ। ਬੰਦਾ ਐਵੇਂ ਮੈਂ ਮੇਰੀ ਝੂਠੀ ਮੈਂ ਮੇਰੀ ਕਰੀ ਜਾਂਦਾ, ਉਹ ਨਹੀਂ ਕਰਨੀ ਚਾਹੀਦੀ। ਸੋ ਕੁੰਮੇ ਮਾਸ਼ਕੀ ਨੇ ਸੇਵਾ ਕੀਤੀ। ਤੇ ਉਸ ਵੇਲੇ ਇਤਿਹਾਸ ਕਹਿੰਦਾ ਵੀ ਇੱਥੇ ਜਿਹੜਾ ਰਸੋਈਆ ਸੀ ਗੁਰੂ ਘਰ ਦਾ, ਗੰਗੂ ਬ੍ਰਾਹਮਣ। ਹੁਣ ਇੱਥੇ ਵਿਚਾਰ ਇਹ ਕਰਨੀ ਹੁੰਦੀ ਹੈ ਵੀ ਕੋਈ ਧਰਮ ਨਹੀਂ ਮਾੜਾ ਹੁੰਦਾ, ਧਰਮ ਦੇ ਵਿੱਚ ਕੁਝ ਲੋਕ ਮਾੜੇ ਹੁੰਦੇ ਨੇ ਜਿਨ੍ਹਾਂ ਨੇ ਸਮਝਿਆ ਨਹੀਂ ਹੁੰਦਾ ਗੱਲ ਨੂੰ। ਤੇ ਭਾਈ ਗੰਗੂ ਬੜਾ ਸ਼ਰਧਾਵਾਨ ਸੀ, ਬੜਾ ਭਰੋਸਾਵਾਨ ਸੀ। ਇਹਨੇ ਜਦੋਂ ਵੇਖਿਆ ਮਾਤਾ ਜੀ ਨੂੰ ਤੇ ਗੁਰੂ ਕੇ ਲਾਲਾਂ ਨੂੰ, ਇਹ ਵੀ ਭੁੱਬਾ ਮਾਰ ਕੇ ਰੋਇਆ, ਮਾਂ ਆ ਮੇਰੇ ਘਰ, ਉਹ ਘਰ ਤੇਰਾ ਹੈ, ਇਹ ਕਹਿ ਕੇ ਲੈ ਗਿਆ ਸੀ। ਉਦੋਂ ਉਹਦੇ ਅੰਦਰ ਸੱਚ ਸੀ,
ਉਦੋਂ ਉਹਦੇ ਅੰਦਰ ਧਰਮ ਸੀ। ਤੇ ਜਦੋਂ ਘਰ ਲੈ ਜਾਂਦਾ, ਇਸ਼ਾਰੇ ਮਾਤਰ ਗੱਲ ਕਰਾਂਗੇ, ਤੇ ਉਸ ਵੇਲੇ ਮਾਤਾ ਜੀ ਕਹਿਣ ਲੱਗੇ, ਪੁੱਤਰ ਗੰਗੂ ਆ ਮੋਹਰਾਂ ਦੀਆਂ ਖੁਰਜੀਆਂ ਨੇ ਸੰਭਾਲ ਕੇ ਰੱਖ ਦੇ, ਜਿੱਥੇ ਸਾਡਾ ਮੰਜਾ ਹੈ ਨਾ ਉਹ ਮੰਜੇ ਦੇ ਥੱਲੇ ਰੱਖ ਦੇ। ਜਦੋਂ ਇਹਨੇ ਮੋਹਰਾਂ ਦਾ ਵਜਨ ਵੇਖਿਆ ਨਾ, ਹੁਣ ਇਹ ਮਨ ਹੈ ਗੁਰਮੁਖੋ, ਇਹ ਬੰਦੇ ਨੂੰ ਅਰਸ਼ਾਂ ਤੇ ਲੈ ਜਾਂਦਾ ਹੈ, ਪਰ ਜਦੋਂ ਬਦਲ ਜਾਵੇ ਤੇ ਮੁੱਦੇ ਮੂੰਹ ਸਿੱਟਦਿਆਂ ਇਹ ਸਮਾਂ ਨਹੀਂ ਲਾਉਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੰਗੂ ਸੱਚਮੁੱਚ ਉਹਦੀ ਸੁਰਤ ਉੱਚੀ ਉੱਠੀ ਸੀ ਗੁਰੂ ਕਿਰਪਾ ਨਾਲ, ਰਸੋਈਆ ਰਿਹਾ ਸੀ ਗੁਰੂ ਘਰ ਦਾ, ਸੇਵਾਦਾਰ ਸੀ। ਪਰ ਜਦੋਂ ਇਹ ਮੋਹਰਾਂ ਖੜਕੀਆਂ ਨਾ, ਮੋਹਰਾਂ, ਮਿੱਟੀ ਤੇ ਡੁੱਲ ਗਿਆ ਗੰਗੂ। ਕਹਿੰਦਾ ਉਹ ਮਨਾ ਸਾਰੀ ਜ਼ਿੰਦਗੀ ਗਰੀਬੀ 'ਚ ਲੰਘਾ ਦੇਗਾ। ਮਾਂ ਸੋਭੀ ਜਦੋਂ ਪ੍ਰਸ਼ਾਦਾ ਤਿਆਰ ਕਰਨ ਲੱਗੀ ਨਾ, ਪਿੰਡ 'ਚ ਜਾ ਕੇ ਕਿਸੇ ਵੈਦ ਤੋਂ ਜ਼ਹਿਰ ਦੀਆਂ ਪੁੜੀਆਂ ਫੜ ਲਿਆਇਆ, 3 ਪੁੜੀਆਂ ਆਪਣੀ ਮਾਂ ਦੇ ਕੋਲੇ ਕੰਨ ਦੇ ਕੋਲ ਲੱਗ ਕੇ ਕਹਿੰਦਾ, ਮਾਂ ਸਾਰੀ ਜ਼ਿੰਦਗੀ ਗਰੀਬੀ ਨਾਲ ਹੀ ਘੁਲੀ ਗਏ, ਗੁਰਮੁਖੋ ਅਮੀਰ ਬਣੋ ਪਰ ਤਰੀਕੇ ਨਾਲ ਬਣੋ, ਕਿਸੇ ਦਾ ਖੂਨ ਪੀ ਕੇ ਨਹੀਂ, ਆਪਣੀ ਮਿਹਨਤ ਕਰਕੇ ਬਣੋ, ਮਹਾਰਾਜ ਖੁਸ਼ ਹੋਣਗੇ। ਜੇ ਕਿਸੇ ਦਾ ਖੂਨ ਪੀ ਕੇ ਬਣਨਾ ਉੱਤੇ ਤਾਂ ਫਿਰ ਉਹ ਤਾਂ ਭੋਗਣਾ ਪੈਣਾ ਹੈ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਲਿਖੇ ਪਏ ਨੇ ਮਹਾਰਾਜ ਨੇ ਬਚਨ ਵੀ, ਫਿਰ ਭੋਗਣ ਵਾਸਤੇ ਤਿਆਰ ਹੋ ਜਾ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਏ ਆਣ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਕਹਿਣ ਲੱਗਿਆ ਸੋਭੀ ਨੂੰ, ਆਪਣੀ ਮਾਂ ਨੂੰ, ਮਾਂ ਆ ਦੁੱਧ ਦੇ ਗਲਾਸ ਤਿਆਰ ਹੋ ਗਏ। ਕਹਿੰਦੀ ਹਾਂ ਪੁੱਤ, ਗੁਰੂ ਕੇ ਲਾਲਾ ਨੂੰ ਛਕਾਉਣਾ, ਮਾਤਾ ਜੀ ਨੂੰ ਛਕਾਉਣਾ, ਤੇ ਦਰਵਾਜ਼ਾ ਬੰਦ ਕਰ ਦੇ। ਕਹਿੰਦਾ ਨਹੀਂ ਮਾਂ, ਦਰਵਾਜ਼ੇ ਦੀ ਕਿੱਡੀ ਕੁ ਗੱਲ ਹੈ, ਜਦੋਂ ਲੈ ਕੇ ਆਇਆ ਸੀ ਉਦੋਂ ਗੰਗੂ ਨੇ ਖੁਦ ਬੰਦ ਕੀਤੇ ਸੀ। ਕਹਿੰਦਾ ਵੇਖੀ ਕੋਈ ਵੇਖਦਾ ਤਾਂ ਨਹੀਂ, ਦਰਵਾਜ਼ੇ ਬੰਦ ਕਰ ਦਿਓ, ਕਿਸੇ ਨੂੰ ਪਤਾ ਨਾ ਚੱਲ ਜਾਵੇ। ਪਰ ਅੱਜ ਜਦੋਂ ਮੋਹਰਾਂ ਵੇਖ ਲੀਆਂ ਨਾ, ਕਹਿੰਦਾ ਦਰਵਾਜ਼ੇ ਦੀ ਕੀ ਗੱਲ ਹੈ, ਰਹਿਣ ਦੇ ਖੁੱਲਾ। ਆਹ ਲੈ ਮਾਂ 3 ਪੁੜੀਆਂ। ਇਹ ਕੀ ਹੈ? ਕਹਿੰਦਾ ਇਹ ਅਮੀਰ ਬਣਨ ਦੀ ਜੁਗਤੀ ਹੈ। ਮਾਂ ਸੋਭੀ ਕਹਿੰਦੀ ਦੱਸ ਕੀ ਗੱਲ ਹੈ, ਮੈਨੂੰ ਖੋਲ ਕੇ ਦੱਸ ਮਾਂ। ਇਹ ਮੈਂ ਵੈਦ ਤੋਂ ਜ਼ਹਿਰ ਦੀਆਂ ਪੁੜੀਆਂ ਫੜ ਕੇ ਲਿਆਇਆ, 1-1 ਗਲਾਸ 'ਚ 1-1 ਪੁੜੀ ਪਾ ਦੇ, ਦਾਦੀ ਮਰ ਜਾਵੇਗੀ, ਪੋਤੇ ਮਰ ਜਾਣਗੇ, ਮੋਹਰਾਂ ਦੀਆਂ ਖੁਰਜੀਆਂ ਆਪਣੀਆਂ ਤੇ ਆਪਾਂ ਅਮੀਰ ਬਣ ਜਾਵਾਂਗੇ। ਧੰਨ ਮਾਂ ਸੋਭੀ। ਮਾਂ ਸੋਭੀ ਦੇ ਕੰਨਾਂ ਨੇ ਜਦੋਂ ਇਹ ਗੱਲ ਸੁਣੀ, ਪਹਿਲਾਂ ਤਾਂ ਖਿੱਚ ਕੇ ਮਾਰੀਆਂ ਚਪੇੜਾਂ ਮਾਂ ਸੋਭੀ ਨੇ। ਦੂਜੀ ਗੱਲ ਆਖੀ, ਗੰਗੂਆ ਤੈਨੂੰ ਜਨਮ ਦੇਣ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਈ, ਤੂੰ ਇਹੋ ਜਿਹਾ ਪੁੱਤ ਜੰਮਿਆ ਮੇਰੇ, ਤੂੰ ਮੇਰੀ ਕੁੱਖ ਨੂੰ ਦਾਗ ਲਾ ਦਿੱਤਾ। ਤੇ ਪਿਆਰਿਓ, ਦਾਗ ਜਿਹੜਾ ਹੁੰਦਾ ਨਾ, ਦਾਗ ਲੱਗਿਆ ਬਹੁਤ ਭੈੜਾ ਹੁੰਦਾ, ਮਾੜਾ ਦਾਗ ਲੱਗਿਆ। ਚਿੱਟੇ ਕੱਪੜੇ ਨੂੰ ਦਾਗ ਲੱਗ ਜਾਵੇ, ਆਪਾਂ ਕਿਸੇ ਫੰਕਸ਼ਨ 'ਚ ਨਹੀਂ ਲੈ ਕੇ ਜਾਂਦੇ, ਘਰ ਹੀ ਉਤਾਰ ਦਿੰਦੇ ਆ ਵੀ ਦਾਗ ਲੱਗ ਗਿਆ। ਹੁਣ ਮਹਾਰਾਜ ਜੀ ਕਹਿੰਦੇ ਜੇ ਤੇਰਾ ਜੀਵਨ ਹੈ ਨਾ, ਕਲਗੀ ਵਾਲੇ ਪਾਤਸ਼ਾਹ ਦੇ ਜਦੋਂ ਲਾਲ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਵਿੱਚ, ਤੇ ਉਸ ਵੇਲੇ ਪਾਤਸ਼ਾਹ ਨੇ ਆਖਿਆ ਸੀ, ਪ੍ਰਮਾਤਮਾ ਭਗਵਾਨ ਪਰਮੇਸ਼ਰ ਤੇਰੀ ਅਮਾਨਤ ਤੇਰੇ ਕੋਲ ਬੇਦਾਗ ਆ ਰਹੀ ਹੈ। ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਮੈਨੂੰ ਮਾਣ ਹੈ ਇਸ ਗੱਲ ਦਾ। ਮੇਰੇ ਪੁੱਤਰਾਂ ਨੇ ਜਵਾਨੀਆਂ ਮਾਣੀਆਂ ਬੇਦਾਗ, ਦਾਗ ਨਹੀਂ ਕੋਈ ਹੈਗਾ। ਸਤਿਗੁਰ ਜੀ ਇੱਥੇ ਸਾਨੂੰ ਇਹੋ ਹੀ ਦੱਸਦੇ ਨੇ ਵੀ ਤੂੰ ਦਾਗ ਨੂੰ ਛਪਾਉਣਾ ਨਹੀਂ, ਤੂੰ ਦਾਗ ਲੱਗਣ ਤੋਂ ਹੀ ਬਚ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਨਹੀਂ ਹੈ ਵੀ ਮੈਨੂੰ ਦਾਗ ਤਾਂ 1000 ਤਰ੍ਹਾਂ ਦੇ ਨੇ ਤੇ ਮੈਂ ਉਹਨਾਂ ਨੂੰ ਛਪਾਈ ਜਾਵਾਂ, ਉਹ ਤਾਂ ਰੋਗ ਬਣੇਗਾ ਪਿਆਰਿਓ, ਉਹ ਤਾਂ ਰੋਗ ਬਣੇਗਾ। ਪਾਤਸ਼ਾਹ ਕਹਿੰਦੇ ਬੇਦਾਗ ਜ਼ਿੰਦਗੀ ਜਿਹਦੀ ਹੈ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਬੱਪਰਾ ਪੁੱਜੈ ਨਾ ਰਤਨ ਕਰੋੜ। ਬੇਦਾਗ ਕੋਈ ਜੀਵਨ ਹੋਵੇ। ਆਪਾਂ ਜਿਨ੍ਹਾਂ ਦੀਆਂ ਯਾਦਾਂ ਮਨਾ ਰਹੇ ਹਾਂ ਉਹ ਸਾਰੇ ਬੇਦਾਗ ਨੇ, ਤਾਈਓ ਅੱਜ ਦਿਲ ਰੋਂਦਾ ਹੈ, ਤਾਈਓ ਅੱਖਾਂ ਰੋਂਦੀਆਂ ਨੇ। ਤਾਂ ਰਹੋ ਵਿਚਾਰ। ਇੱਥੋਂ ਫਿਰ ਮਾਂ ਨੇ ਝਿੜਕਿਆ। ਅਖੀਰ ਸਾਧ ਸੰਗਤ ਫਿਰ ਅੱਧੀ ਰਾਤ ਦੇ ਵੇਲੇ ਇਹ ਮੋਹਰਾਂ ਚੁੱਕਣ ਲੱਗਿਆ। ਮਾਤਾ ਜੀ ਨੇ ਬਾਂਹ ਤੋਂ ਫੜ ਲਿਆ, ਗੰਗੂਆ ਥੋੜਾ ਸਮਾਂ, ਕੋਈ ਗੱਲ ਨਹੀਂ, ਤੇਰੇ ਬਰਾਬਰ ਮੋਹਰਾਂ ਤੋਲ ਦਿਆਂਗੇ। ਆਹ ਤੂੰ ਕੀ ਕਰਨ ਲੱਗਿਆ, ਐਡੀ ਵੱਡੀ ਪਦਵੀ ਦਾ ਮਾਲਕ ਹੋ ਕੇ ਇਹ ਕੀ ਹੈ, ਮਿੱਟੀ ਤੇ ਡੁੱਲ ਗਏ। ਬਸ ਫਿਰ ਸੋਚਿਆ ਵੀ ਮੂੰਹ ਕਿਵੇਂ ਦਿਖਾਵਾਂਗਾ। ਕਹਿੰਦਾ ਠੀਕ ਹੈ, ਇੱਕ ਤਾਂ ਮੈਂ ਗੁਨਾਹੀਆਂ ਨੂੰ ਆਪਣੇ ਘਰੇ ਪਨਾਹ ਦਿੰਨਾ, ਖਤਰਾ ਮੁੱਲ ਲੈਣਾ, ਦੂਜਾ ਮੈਨੂੰ ਚੋਰ ਬਣਾਉਂਦੇ ਹੋ। ਤੇ ਗੁਰਮੁਖੋ ਉਸ ਵੇਲੇ ਜਾਨੀ ਖਾਂ ਤੇ ਮਾਨੀ ਖਾਂ ਸੂਬੇਦਾਰਾਂ ਨੂੰ, ਥਾਣੇਦਾਰਾਂ ਨੂੰ ਕਹਿ ਲਓ ਮੋਰਿੰਡੇ ਤੋਂ ਚੜ੍ਹਾ ਲਿਆਇਆ, ਚੌਧਰੀ ਪਿੰਡ ਦਾ ਨਾਲ ਲੈ ਲਿਆ, CID ਕਰਤੀ, ਮੁਖਮਰੀ ਕਰਤੀ। ਪਿਆਰਿਓ, ਨਿੰਦਕ ਬੰਦਾ, ਚੁਗਲ ਬੰਦਾ, ਮੁਖਮਰ ਬੰਦਾ, ਜਿਹਨੂੰ ਅੱਜ ਦੇ ਜ਼ਮਾਨੇ 'ਚ ਟਾਊਟ ਕਹਿੰਦੇ ਆਪਾਂ ਨਾ, ਕਿਸੇ ਬੰਦੇ ਦੀ ਜਾ ਕੇ ਥਾਣੇ ਦਰਬਾਰੇ ਚੁਗਲੀ ਲਾ ਦੇਣੀ, ਉਹਨੂੰ ਫੜਾ ਦੇਣਾ, ਉਹਦੇ ਤੇ ਕੇਸ ਪਵਾ ਦੇਣੇ ਝੂਠੇ, ਉਹ ਤੋਂ ਮਾੜਾ ਬੰਦਾ ਕੋਈ ਵੀ ਨਹੀਂ ਦੁਨੀਆ ਤੇ।
पर्दा रखना, क्योंकि गुरु सतगुर सिख का पर्दा ढक है। वो जे गुरु साडे पर्दे ढकदा, आपां किसी दे पर्दे चक्कण वाले कौन? आपां कित्थों अथॉरिटी ले लईए? किसी का पर्दा नहीं चकना चाहिए। किसी के घर की गल, किसी के नूह धी की गल, किसी के पुत की गल, किसी के परिवार की गल, तो असीं स्वाद लैने आ 10-10 बंदियां च बैठ के, फलाणे दे आ हो गया। फिर तेरे ते गुरु की खुशी नहीं है। गुरु की खुशी तो उदों है गल दा तैनूं पता होवे, तैनूं अगों कोई पुछे, तू आखे ना भाई मैनूं तां पता नहीं, फिर गुरु खुश है तेरे ते। जे स्वाद लैने किसी दियां गल्लां कर करके, किसी के परिवार दियां, किसी के बिजनस दियां, किसी के दुकानां दियां, उत्थे फिर अजे बहुत कमी है। सीखण वास्ते अजे होर चल, होर सिख, अजे अपने काम ते ध्यान दिओ, टारगेट बनाओ, परोपकार, निमरता, सोहणे कर्म, ये टारगेट लाइफ का होना चाहिए। तो फिर जदों लैके आया गुरु के लाला नूं, माता गुजरी जी नूं, वेखो इक्को ही घिनौणी हरकत कीती, किड्डे बड़े विपता दे विच परिवार नूं पा दिता। प्यार वालिओ, हत्थीं हत्थ कड़ियां, पैरां नूं बेड़ियां ला के, जानी खां ते मानी खां गड्डियां दे विच बिठा के दादी मां नूं अमृत वेला सवेर दा जे पंछी जागे सी उस वेले पकड़ के तोर लिया। ते साध संगत माता गुजरी जी कहंदे, गंगूआ साडा तां रब रख है, असीं तां जिहड़ी ड्यूटी लैके आए वो बजावांगे, पर पूरा पिंड बाहर आ गया। खेड़ी पिंड जदों बाहर आ गया ना, की हो गया, की हो गया, फौज क्यों आ गई है, बड़ा घेरा पै गया। दादी मां गड्डे विच बैठी गंगू नूं की लाहनत पाउंदी है, लोकां नूं समझा के आखदी है, कहंदे भी लोको, दादी मां कहंदी लोभी बंदे दा बसा ना करिए, केड़े वेले डंग मार जे, लोभी बंदे दा बसा ना बई, केड़े वेले डंग मार जे, लोभी बंदे दा बसा ना करिए, केड़े वेले डंग मार जे, लोभी बंदे दा बसा ना करिए, केड़े वेले डंग मार जे, लोभी बंदे दा बसा ना करिए, केड़े वेले डंग मार जे, लोभी बंदे दा बसा ना करिए, केड़े वेले डंग मार जे, लोभी बंदे दा बसा ना करिए, वही बसाना केड़े वेले डंग मार जे, लोभी बंदे दा बसाना केड़े वेले डंग मार जे, लोभी बंदे दा बसाना करिए, केड़े वेले डंग मार जे, लोभी बंदे दा बसाना करिए, केड़े वेले डंग मार जे, लोभी बंदे दा बसाना करिए, केड़े वेले डंग मार जे, लोभी बंदे दा बसाना करिए, केड़े वेले डंग मार जे। वचन लिखे ने महाराज ने, लोभी का बेसाहो ना कीजै, जे का पार वसाए। कहंदे जिथों तक पार वसावे ना, लोभी बंदे दा संग ना करिए। कहंदे जी क्यों? कहंदे अंतकाल तिथै तो है, अखीर नूं उहने जिंदगी विच तेरा हथ उत्थे छड्डना जिथे तेरे सारे रस्ते बंद हो जाणगे। आखो सतनाम श्री, भाव डोब देना है, धार दे थल्ले हथ छड्डदा लोभी बंदा, डोबदा है। इतिहास वेख लो, संसार वेख लो। अंतकाल तिथै तो है जिथे हथ ना पाए। कहंदे जी लोभी किहो जिहा हुंदा है? महाराज जी कहंदे हलके कुत्ते वर्गा, ज्यों कूकर हरकाया धावै दहद सजाए, लोभी जंत ना जाणई भख अपख सब खाए। क्योंकि उन्हें एक ही गल जिहड़ी है ठाणी हुंदी है जिंदगी च, वो कहंदा चक दिओ फट्टे की हुंदा है, कौन वेखदा है। जदों इहदे अंदर ये धारना बन गई, ये भावना बन गई, वो नहीं वेखदा सही की है ते गलत की है। रहो विचार, मुरिंडे रात लाई है, बड़े तसीहे दिते गए। सूबे सरहंद ने जिहड़ा गुरु के लाला नूं, माता जी नूं फिर कहंदे सरहंद लैके आओ। इतिहास कहंदा एक तां ये कहंदे ने भी गड्डियां ते बिठा के ले गए,
ਦੂਜਾ ਇਹ ਵੀ ਸੂਬੇ ਸਰਹੰਦ ਦੇ ਅੰਦਰ ਇੰਨੀ ਜ਼ਿਆਦਾ ਈਰਖਾ ਤੇ ਵੈਰ ਭਾਵਨਾ ਸੀ, ਉਹ ਕਹਿੰਦਾ ਵੱਧ ਤੋਂ ਵੱਧ ਤਸੀਹੇ ਦਿਓ। ਇੱਕ ਇਤਿਹਾਸਕਾਰ ਕਹਿੰਦਾ ਵੀ ਮਾਤਾ ਜੀ ਨੂੰ ਤੇ ਗੁਰੂ ਕੇ ਲਾਲਾ ਨੂੰ ਤੋੜ ਕੇ ਲੈ ਕੇ ਗਏ, ਜਿੱਥੇ ਥੱਕ ਕੇ ਬੈਠ ਜਾਂਦੇ ਸੀ ਉੱਥੇ ਛਟੀਆਂ ਮਾਰਦੇ ਸੀ ਤਸੀਹੇ, ਕਿਉਂਕਿ ਦੁਸ਼ਮਣ ਹੈ ਜਿਹੜਾ ਉਹਦੇ ਅੰਦਰ ਦਇਆ ਨਾਮ ਦੀ ਚੀਜ਼ ਤਾਂ ਹੁੰਦੀ ਨਹੀਂ ਕੋਈ, ਇਹ ਗੱਲ ਮਨ ਲੱਗਦੀ ਹੈ। ਤੋੜ ਕੇ ਲੈ ਕੇ ਗਏ। ਹੁਣ ਸਰੀਰ ਕਰਕੇ ਤਾਂ ਥਕੇਮਾ ਆਉਂਦਾ ਨਾ, ਜਦੋਂ ਬੈਠਦੇ ਨੇ ਨਾ ਧੱਕਾ ਮਾਰਦੇ ਨੇ ਗੁਰੂ ਕੇ ਲਾਲਾਂ ਦੇ, ਇਉਂ ਮੂੰਹ ਜਿਹੜੇ ਨੇ ਨਾ ਮੁੱਖ ਉਹ ਮਿੱਟੀ ਦੇ ਵਿੱਚ ਲੱਗ ਜਾਂਦੇ ਨੇ। ਕਿਹੋ ਜਿਹੇ ਤਸੀਹੇ ਧੰਨ ਗੁਰੂ ਕੇ ਲਾਲ ਮੂੰਹੋਂ ਇਸੇ ਕਰਕੇ ਨਿਕਲਦਾ ਵੀ ਕਿਸੇ ਵੀ ਤਸ਼ੱਦਦ ਦੀ, ਕਿਸੇ ਵੀ ਦੁੱਖ ਦੀ ਪਰਵਾਹ ਹੀ ਨਹੀਂ ਕੀਤੀ। ਕਾਹਦੇ ਵਾਸਤੇ? ਕਹਿੰਦੇ ਆਉਣ ਵਾਲਾ ਜ਼ਮਾਨਾ ਸਾਡਾ ਪਰਿਵਾਰ ਸੁਖੀ ਬਸੇ। ਇਹਦੇ ਕਰਕੇ ਸਰਹੰਦ ਪਹੁੰਚਦੇ ਨੇ। ਸੂਬੇ ਨੇ ਸੋਚਿਆ ਵੀ ਮਾਂ ਬੁੱਢੀ ਹੈ, ਪੁੱਤ ਛੋਟੇ ਨੇ, ਤੇ ਵੱਡਾ ਉਹਦਾ ਜਿਹੜਾ ਖਿਆਲ ਇਹ ਸੀ ਵੀ ਵੱਡੇ ਪੁੱਤ ਸ਼ਹੀਦ ਹੋ ਗਏ ਤੇ ਛੋਟੇ ਮੇਰੇ ਕੋਲੇ ਕੈਦ ਹੋ ਜਾਣਗੇ, ਦਾਦੀ ਮਾਂ ਕੈਦ, ਤੇ ਸਿੱਖਾਂ ਦਾ ਗੁਰੂ ਮੇਰੇ ਕੋਲੇ ਭੱਜਿਆ ਆਵੇਗਾ, ਜੋ ਮਰਜ਼ੀ ਗੱਲ ਮਨਾ ਲਾਂ ਉਹ ਮੰਨ ਜਾਵੇਗਾ। ਉਹਦੇ ਅੰਦਰ ਇਹ ਸੀ। ਪਰ ਗੁਰੂ ਕੇ ਲਾਲ ਜਦੋਂ ਸੂਬਾ ਸਰਹੰਦ ਵੱਡਾ ਇਕੱਠ ਕਰ ਲਿਆ ਇਹਨੇ, ਜਦੋਂ ਮਾਤਾ ਜੀ ਤੇ ਗੁਰੂ ਕੇ ਲਾਲ ਪਹੁੰਚੇ, ਇਹਨੇ ਸੋਚਿਆ ਵੀ ਮੈਨੂੰ ਵੇਖ ਕੇ, ਮੇਰੇ ਲਸ਼ਕਰ ਨੂੰ ਵੇਖ ਕੇ ਘਬਰਾ ਜਾਣਗੇ। ਪਰ ਪਿਆਰਿਓ, ਦਾਦੀ ਮਾਂ ਦੀ ਤਿਆਰੀ ਇੰਨੀ ਕਮਜ਼ੋਰ ਨਹੀਂ ਸੀ। ਕਲਗੀ ਵਾਲੇ ਪਾਤਸ਼ਾਹ ਦੀ ਜਿਹੜੀ ਤਿਆਰੀ ਕਰਵਾਈ ਹੋਈ ਸੀ, ਜੰਮਦਿਆਂ ਸਾਰ, ਜਨਮ ਲੈਂਦਿਆਂ ਸਾਰ ਗੁੜਤੀ ਹੀ ਸਤਨਾਮ ਵਾਹਿਗੁਰੂ ਦੀ ਸੀ, ਗੁੜਤੀ ਹੀ ਗੁਰਮੰਤਰ ਦੀ ਸੀ, ਤੇ ਨਾਲ ਗੁਰਸਿੱਖੀ ਦੇ ਸੰਸਕਾਰਾਂ ਦੇ ਵਿੱਚ ਪਰਪੱਕ ਕੀਤਾ ਹੋਇਆ ਸੀ ਵੀ ਸਰੀਰ ਬੋਟੀ ਬੋਟੀ ਹੋ ਜਾਵੇ ਪਰ ਧਰਮ ਤੋਂ, ਦੇਸ਼ ਕੌਮ ਤੋਂ ਮੁੱਖ ਨਹੀਂ ਮੋੜਨਾ, ਗਦਾਰੀ ਨਹੀਂ ਕਰਨੀ, ਬਸ ਸਰੀਰ ਦਾ ਕੋਈ ਖਿਆਲ ਨਹੀਂ ਕਰਨਾ, ਕਰਮ ਉੱਤਮ ਕਰਨਾ ਹੈ, ਉਮਰ ਦਾ ਖਿਆਲ ਨਹੀਂ ਕਰਨਾ। ਉਹ ਤਾਂ ਖੇਡਣ ਦੀਆਂ ਉਮਰਾਂ ਸੀ ਗੁਰਮੁਖੋ, ਉਹ ਤਾਂ ਨੱਚਣ ਟੱਪਣ ਦੀਆਂ ਉਮਰਾਂ ਸੀ। ਦੁਨੀਆ ਦਾ ਕੋਈ ਬੱਚਾ ਸੋਚ ਵੀ ਨਹੀਂ ਸਕਦਾ ਉੱਥੇ। ਉਹ ਫੇਰ ਹੀ ਕਿਹਾ ਨਿੱਕੀਆਂ ਜਿੰਦਾਂ ਵੱਡੇ ਸਾਕੇ। ਤਾਂ ਉਸ ਵੇਲੇ ਜਦੋਂ ਖੜਾ ਹੈ ਸਾਹਮਣੇ, ਖੁਸ਼ ਹੋ ਰਿਹਾ, ਹੱਸ ਰਿਹਾ, ਪਰ ਗੁਰੂ ਕੇ ਲਾਲਾਂ ਨੇ ਉਹਦੇ ਮਨਸੂਬਿਆਂ ਤੇ ਉਦੋਂ ਪਾਣੀ ਫੇਰ ਦਿੱਤਾ ਜਦੋਂ ਸੂਬੇ ਦੇ ਸਾਹਮਣੇ ਛਾਤੀਆਂ ਚੌੜੀਆਂ ਕਰਕੇ ਬੋਲੇ ਸੋ ਨਿਹਾਲ ਦਾ ਜਕਾਰਾ ਗਜਾ ਦਿੱਤਾ ਗੁਰੂ ਕੇ ਲਾਲਾਂ ਨੇ। ਉਹ ਕਹਿੰਦਾ ਇੱਥੇ ਜਕਾਰਾ ਨਹੀਂ, ਇੱਥੇ ਸਿਜਦਾ ਕਰੋ, ਇੱਥੇ ਮੱਥਾ ਟੇਕੋ, ਸਾਨੂੰ ਹੱਥ ਬੰਨੋ ਸਾਡੇ ਅੱਗੇ। ਗੁਰੂ ਕੇ ਲਾਲਾਂ ਦਾ ਜਵਾਬ ਸੀ, ਹੱਥ ਤਾਂ ਅਸੀਂ ਇੱਕ ਅਕਾਲ ਪੁਰਖ ਦੇ ਅੱਗੇ ਬੰਨ੍ਹਦੇ ਹਾਂ, ਤੇਰੇ ਵਰਗੇ ਝੂਠੇ ਸੂਬੇ ਦੇ ਅੱਗੇ ਅਸੀਂ ਹੱਥ ਨਹੀਂ ਬੰਨਾਂਗੇ। ਹੱਸ ਕੇ ਗੱਲ ਟਾਲ ਗਿਆ। ਕੱਲ੍ਹ ਵਾਲੇ ਦਿਨ 10 ਤਰੀਕ ਨੂੰ ਗੁੱਸੇ ਵਿੱਚ ਆ ਕੇ ਕਹਿੰਦਾ ਠੰਡੇ ਬੁਰਜ ਵਿੱਚ ਬੰਦ ਕਰ ਦਿਓ। ਤੇ ਜਦੋਂ ਠੰਡੇ ਬੁਰਜ ਦਾ ਤੁਹਾਨੂੰ ਪਿਛਲੇ ਸਾਲ ਦੱਸਿਆ ਸੀ ਵੀ ਉਹਦੇ ਥੱਲੋਂ ਦੀ, ਉਹਦੇ ਆਲੇ ਦੁਆਲੇ ਦੀ ਪਾਣੀ ਲੰਘਦਾ ਸੀ। ਜੇਠ ਹਾੜ ਦੇ ਮਹੀਨੇ ਵੀ ਉੱਥੇ ਸੂਬਾ ਆਰਾਮ ਕਰਿਆ ਕਰਦਾ ਉਸ ਜਗ੍ਹਾ ਤੇ। ਜੇਠ ਹਾੜ ਦੇ ਮਹੀਨੇ ਵੀ ਕੱਪੜਾ ਲੈਣਾ ਪੈਂਦਾ ਸੀ ਉੱਪਰ, ਇਹੋ ਜਿਹੀ ਠੰਡ ਸੀ। ਅੱਜ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਲੈ ਕੇ ਠੰਡੇ ਬੁਰਜ ਵਿੱਚ ਬੈਠੀ ਹੈ। ਉਹ ਸਮਾਂ ਯਾਦ ਆ ਗਿਆ ਆਨੰਦਪੁਰ ਸਾਹਿਬ ਦੇ ਕਿਲੇ ਵਾਲਾ। ਮਾਤਾ ਜੀ ਗਰਮ ਗਰਮ ਕੱਪੜੇ ਬੰਨ੍ਹ ਲਓ, ਸੋਹਣੇ ਸੋਹਣੇ ਜੋੜੇ ਪਾ ਲਓ, ਰਸਤਾ ਪਥਰੀਲਾ ਹੈ, ਬਹੁਤ ਠੰਡ ਆਵੇਗੀ, ਮੇਰੇ ਮਾਸੂਮ ਲਾਲਾ ਨੂੰ ਠੰਡ ਨਾ ਲੱਗੇ। ਤੇ ਨਾਲੇ ਤਾਂ ਦਾਦੀ ਮਾਂ ਉਹ ਕੱਪੜੇ ਕੱਢਦੀ ਹੈ ਜੋ ਕਿਸੇ ਗੁਥਲੀ ਦੇ ਵਿੱਚ ਜਾਂ ਕੱਪੜੇ ਵਿੱਚ ਬੰਨੇ ਹੋਏ ਆਪਣੇ ਲਾਲਾ ਨੂੰ ਸਜਾਉਂਦੀ ਹੈ, ਤੇ ਨਾਲੇ ਆਪਣੇ ਪੁੱਤਰ ਦੇ ਉਹ ਬਚਨ ਕੰਨਾਂ ਵਿੱਚ ਗੂੰਜਦੇ ਨੇ, ਭਵਿੱਖਤ ਕਾਲ ਦੇ ਬਚਨ, ਅੰਤਰਜਾਮੀ ਸਤਿਗੁਰਾਂ ਦੇ ਬਚਨ। ਤੇ ਪਿਆਰ ਵਾਲਿਓ, ਨਾਲ ਆਪਣੇ ਪੋਤਰਿਆਂ ਨੂੰ ਉਹ ਹੌਸਲਾ ਜੋ ਇੱਕ ਦਾਦੀ ਦਾ ਫਰਜ਼ ਬਣਦਾ, ਉਹ ਫਰਜ਼ ਅਦਾ ਕਰ ਰਹੀ ਹੈ, ਆਪਣੀ ਗੋਦ ਦਾ ਨਿੱਘ ਦੇ ਰਹੀ ਹੈ। ਅੱਜ ਵਾਲੇ ਦਿਨ ਫਿਰ ਲਾਲਾਂ ਦੀ ਫਿਰ ਜਾ ਕੇ ਪੇਸ਼ੀ ਹੋਈ ਹੈ। ਇਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ, ਤਾਕੀ ਖੁੱਲੀ ਰੱਖ ਦਿੱਤੀ ਵੀ ਉਸ ਤਰ੍ਹਾਂ ਤਾਂ ਝੁਕਦੇ ਨਹੀਂ ਹਨ। ਜਦੋਂ ਤਾਕੀ ਵਿੱਚੋਂ ਦੀ ਸਿਰ ਲੰਘਾਉਣਗੇ ਕਹਿ ਦਿਆਂਗੇ ਵੀ ਸਿਜਦਾ ਕਰ ਦਿੱਤਾ, ਮੱਥਾ ਟੇਕ ਦਿੱਤਾ। ਆਪਾਂ ਮੱਥਾ ਟੇਕਣਾ ਕਹਿੰਦੇ, ਉਹ ਸਿਜਦਾ ਕਹਿੰਦੇ ਨੇ। ਪਰ ਗੁਰੂ ਕੇ ਲਾਲ ਬਾਬਾ ਫਤਿਹ ਸਿੰਘ ਜੀ ਲੰਘਣ ਲੱਗੇ, ਬਾਬਾ ਜੋਰਾਵਰ ਸਿੰਘ ਨੇ ਬਾਂਹ ਤੋਂ ਫੜ ਲਿਆ, ਵੀਰ ਦੁਸ਼ਮਣਾਂ ਦੀ ਚਾਲ ਵੇਖ, ਤੂੰ ਉਮਰ ਵਿੱਚ ਛੋਟਾ ਹੈ, ਮੇਰਾ ਤਜਰਬਾ ਵੱਡਾ ਹੈ, ਪਿੱਛੇ ਹਟ, ਜਿਵੇਂ ਮੈਂ ਲੰਘਾਂਗਾ ਤੂੰ ਉਵੇਂ ਕਰਨਾ ਹੈ। ਬਾਬਾ ਜੋਰਾਵਰ ਸਿੰਘ ਨੇ ਨੋਕਦਾਰ ਜੁੱਤੀ ਪਾਈ ਸੀ, ਤੇ ਜਦੋਂ ਉਹਨਾਂ ਦੀ ਚਾਲ ਨੂੰ ਪਕੜਿਆ, ਬਾਬਾ ਜੋਰਾਵਰ ਸਿੰਘ ਨੇ ਜੁੱਤੀ ਲੰਘਾਈ ਪਹਿਲਾਂ ਅੱਗੇ, ਸੂਬੇ ਸਰਹੰਦ ਨੂੰ ਜੁੱਤੀ ਦਿਖਾਈ, ਫਿਰ ਦੂਸਰਾ ਚਰਨ ਲੰਘਾਇਆ, ਫਿਰ ਪਿੱਛੇ ਨੂੰ ਸਰੀਰ ਕਰਕੇ ਇਸ ਤਰ੍ਹਾਂ ਗਰਦਨ ਉੱਚੀ ਕਰਕੇ ਲੰਘੇ। ਉਸੇ ਤਰ੍ਹਾਂ ਛੋਟਾ ਵੀਰ। ਤੇ ਉਹ ਤੋਂ ਅੱਗੇ ਜਦੋਂ ਕਚਹਿਰੀ ਵਿੱਚ ਗਏ ਨਾ,
ਇਤਿਹਾਸ ਕਹਿੰਦਾ ਹੈ, ਉਹ ਲਾਲਾ ਫਤਿਹ ਦਾ ਜਕਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏ ਕੈ, ਲਾਲਾ ਫਤਿਹ ਦਾ ਜਕਾਰਾ, ਸੂਬੇ ਦੀ ਕਚਹਿਰੀ ਜਾਏ ਕੈ, ਫਤਿਹ ਦਾ ਜਕਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏ ਕੈ, ਲਾਲਾ ਫਤਿਹ ਦਾ ਜਕਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏ ਕੈ, ਲਾਲਾ ਫਤਿਹ ਦਾ ਜਕਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏ ਕੈ, ਲਾਲਾ ਫਤਿਹ ਦਾ ਜਕਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏ ਕੈ, ਲਾਲਾ ਫਤਿਹ ਦਾ ਜਕਾਰਾ ਛੱਡਿਆ, ਸੂਬੇ ਦੀ ਕਚਹਿਰੀ ਜਾਏ ਕੈ, ਉਹ ਲਾਲਾ ਫਤਿਹ ਦਾ ਜਕਾਰਾ ਛੱਡਿਆ ਬਈ, ਸੂਬੇ ਦੀ ਕਚਹਿਰੀ ਜਾਏ ਕੈ। ਉੱਥੇ ਫਿਰ ਗੁਰੂ ਕੇ ਲਾਲਾ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾਈ। ਸੂਬਾ ਸਰਹੰਦ ਤੇ ਉਹਦੇ ਅਹਿਲਕਾਰ ਖੜੇ ਖੜਾਏ ਰਹਿ ਗਏ। ਆਖਰ ਪਿਆਰ ਦੇ ਨਾਲ ਲਾਲਚ ਦੇ ਕੇ ਪਹਿਲੇ 2 ਦਿਨ ਪਹਿਲਾਂ ਪਿਆਰ ਦਿੱਤਾ, ਤੁਹਾਨੂੰ ਬੇਗਮਾਂ ਦੇ ਡੋਲੇ ਦੇਵਾਂਗੇ, ਤੁਸੀਂ ਸਿੱਖੀ ਛੱਡ ਦਿਓ, ਮੁਸਲਮਾਨ ਹੋ ਜਾਓ। ਦੂਸਰੇ ਦਿਨ ਸਾਧ ਸੰਗਤ ਪਹਿਲੇ ਦਿਨ ਪਿਆਰ ਨਾਲ, ਦੂਸਰੇ ਦਿਨ ਫਿਰ ਥੋੜਾ ਬਹੁਤਾ ਲਾਲਚ ਦਿੱਤਾ ਵੀ ਤੁਹਾਨੂੰ ਬਹੁਤ ਸਾਰੀ ਮਾਇਆ ਦੇ ਕੇ ਹਾਕਮ ਬਣਾ ਦਿਆਂਗੇ, ਆ ਵੱਡੇ ਵੱਡੇ ਬੰਗਲੇ ਤੁਹਾਡੇ ਨਾਂ ਕਰ ਦਿਆਂਗੇ। ਪਰ ਪੜ੍ਹਾਈ ਐਸੀ ਸੀ ਗੁਰੂ ਕੇ ਲਾਲਾਂ ਦੀ, ਕਿਤੇ ਵੀ 1% ਵੀ ਡੋਲਣ ਵਾਲੀ ਗੱਲ ਇਤਿਹਾਸ ਵਿੱਚ ਨਹੀਂ ਆਈ। ਕਿਉਂਕਿ ਦਾਦੀ ਮਾਂ ਦੀ, ਗੁਰੂ ਤੇਗ ਬਹਾਦਰ ਮਹਾਰਾਜ ਦਾਦਾ ਜੀਆਂ ਦੀ ਔਰ ਕਲਗੀ ਵਾਲੇ ਪਾਤਸ਼ਾਹ ਦੀ ਪੜ੍ਹਾਈ ਐਸੀ ਸੀ, ਮਾਤਾ ਜੀ ਹੋਰਾਂ ਨੇ ਐਸਾ ਪੜ੍ਹਾਇਆ ਸੀ ਕਿ ਸੱਚ ਦੀ ਖਾਤਰ ਜਿੰਦ ਵਾਰ ਦਿਓ, ਸੌਦਾ ਮਹਿੰਗਾ ਨਹੀਂ ਹੈਗਾ, ਸੌਦਾ ਸਸਤਾ ਹੈ। ਤੇ ਭਾਈ ਫਿਰ ਤੀਸਰਾ ਦਿਨ ਜਿਹੜਾ ਕੱਲ੍ਹ ਵਾਲਾ ਦਿਨ ਹੈ, 12 ਤਰੀਕ ਵਾਲਾ, 12 ਪੋਹ ਵਾਲਾ, ਇਸ ਦਿਨ ਫਿਰ ਗੁਰੂ ਕੇ ਲਾਲਾ ਨੂੰ ਡਰਾਇਆ ਜਾਂਦਾ, ਧਮਕਾਇਆ ਜਾਂਦਾ, ਬਹੁਤ ਸਾਰੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਇੱਥੋਂ ਤੱਕ ਕਈ ਕਵੀਆਂ ਨੇ ਲਿਖਿਆ ਹੈ, ਕਹਿੰਦੇ ਇੱਕ ਦਿਨ ਗੁਰੂ ਕੇ ਲਾਲਾ ਨੂੰ ਉੱਥੇ ਖੂਹ ਹੈ, ਉਸ ਖੂਹ ਦੇ ਵਿੱਚ ਵੀ ਲਮਕਾਇਆ ਗਿਆ ਰੱਸੇ ਬੰਨ੍ਹ ਕੇ ਵੀ ਤਸ਼ੱਦਦ ਦਿਓ, ਤਸੀਹੇ ਦਿਓ, ਡਰਦੇ ਕਹਿ ਦੇਣਗੇ ਮੁਸਲਮਾਨ ਬਣਾਂਗੇ, ਉਮਰਾਂ ਛੋਟੀਆਂ ਨੇ, ਘਬਰਾ ਜਾਣਗੇ। ਪਰ ਧੰਨ ਜਿਗਰਾ ਗੁਰੂ ਕੇ ਲਾਲਾਂ ਦਾ ਵੀ ਨਹੀਂ ਘਬਰਾਏ। ਇੱਕ ਦਿਨ ਫਿਰ ਕਹਿੰਦੇ ਪਿੱਪਲ ਦੇ ਨਾਲ ਬੰਨ੍ਹ ਕੇ ਸਾਧ ਸੰਗਤ ਇਉਂ ਹੱਥਾਂ ਦੇ ਉੱਪਰ ਗਲੇਲੇ ਮਾਰੇ ਗਏ। ਗਲੇਲ ਤਾਂ ਜਾਣਦੇ ਆ ਨਾ ਆਪਾਂ, ਇਉਂ ਰੱਸੀ ਤੇ ਚਾੜ ਕੇ ਰੋੜਾ ਤੇ ਉਹ ਖਿੱਚ ਕੇ ਛੱਡਣਾ, ਜਿਵੇਂ ਆਪਾਂ ਪਿਸਟਲ ਦੇ ਵਿੱਚੋਂ ਗੋਲੀ ਨਿਕਲਦੀ ਆ, ਇੰਨੀ ਚੋਟ ਕਰਦਾ ਉਹ। ਤੇ ਉਹ ਹੱਥਾਂ ਦੇ ਉੱਪਰ ਜਦੋਂ ਮਾਰੇ ਗਏ, ਇੱਕ ਕਹਿੰਦੇ ਨਿਸ਼ਾਨਚੀ ਤੋਂ ਨਿਸ਼ਾਨਾ ਜਿਹੜਾ ਨਾ ਬਾਬਾ ਫਤਿਹ ਸਿੰਘ ਦੀ ਅੱਖ ਤੇ ਵੱਜ ਗਿਆ। ਬਾਬਾ ਫਤਿਹ ਸਿੰਘ ਦੀ ਅੱਖ ਬਾਹਰ ਆ ਗਈ ਤੇ ਅੱਖ ਦੇ ਵਿੱਚੋਂ ਖੂਨ ਨਿਕਲਣ ਲੱਗ ਗਿਆ। ਧੰਨ ਬਾਬਾ ਜੋਰਾਵਰ ਸਿੰਘ ਨੇ ਵੇਖਿਆ ਵੀ ਵੀਰ ਨੂੰ ਸੱਟ ਬਹੁਤ ਜ਼ਿਆਦਾ ਵੱਜ ਗਈ ਹੈ। ਉਹਨਾਂ ਨੇ ਆਪਣਾ ਪੱਲੂ ਸੀ ਜਿਹੜਾ ਨਾ, ਉਹ ਪੱਲੂ ਅੱਖ ਦੇ ਉੱਪਰ ਲਾ ਦਿੱਤਾ ਤੇ ਆਪਣੀ ਜਿਹੜੀ ਭਾਫ ਸੀ ਗਰਮ, ਉਹ ਭਾਫ ਦੇਣ ਲੱਗੇ ਨੇ ਬਾਬਾ ਜੋਰਾਵਰ ਸਿੰਘ ਜੀ। ਜ਼ਾਲਮਾਂ ਨੇ ਉਹ ਪੱਲਾ ਵੀ ਖੋਹ ਲਿਆ ਤੇ ਉਹ ਭਾਫ ਵੀ ਦੇਣ ਨਹੀਂ ਦਿੱਤੀ। ਬਾਬਾ ਫਤਿਹ ਸਿੰਘ ਉਸ ਪੀੜਾ ਨੂੰ, ਉਸ ਦੁੱਖ ਨੂੰ ਅੰਮ੍ਰਿਤ ਕਰਕੇ ਪੀ ਗਏ। ਬਹੁਤ ਤਸੀਹੇ ਦਿੱਤੇ ਗੁਰਮਖੋ। ਸ਼ਮਕ ਸੀ, ਸ਼ਮਕ, ਤੂਤ ਦੀ ਛਟੀ ਜਿਹਨੂੰ ਆਪਾਂ ਬੋਲਦੇ ਹਾਂ। ਜਦੋਂ ਗੁਰੂ ਕੇ ਲਾਲ ਕਹਿੰਦੇ ਨੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਹੀਂ ਝੁਕਾਂਗੇ, ਫਿਰ ਇਤਿਹਾਸਕਾਰ ਕਹਿੰਦਾ ਗੁਰੂ ਕੇ ਲਾਲਾਂ ਨੂੰ ਉਹ ਛਟੀਆਂ ਮਾਰੀਆਂ ਗਈਆਂ, ਇੰਨੇ ਜ਼ੋਰ ਦੀਆਂ ਮਾਰੀਆਂ ਗਈਆਂ। ਕੋਮਲ ਸਰੀਰ, ਕੋਮਲ ਜਿੰਦਾਂ ਗੁਰੂ ਕੇ ਲਾਲਾਂ ਦੇ ਸਰੀਰ ਦੇ ਉੱਪਰ ਖੜੀਆਂ ਹੋ ਗਈਆਂ। ਜਦੋਂ ਦਾਦੀ ਮਾਂ ਦੇ ਕੋਲ ਜਾਂਦੇ ਨੇ ਗੁਰੂ ਕੇ ਲਾਲ ਤੇ ਦਾਦੀ ਮਾਂ ਪੁੱਛਦੀ ਹੈ, ਮੇਰੇ ਪੋਤਰਿਓ ਤੁਹਾਡਾ ਪੇਪਰ ਸੀ, ਕਿਸ ਤਰ੍ਹਾਂ ਦਾ ਪੇਪਰ ਹੋਇਆ? ਤਾਂ ਜਦੋਂ ਬਾਬਾ ਫਤਿਹ ਸਿੰਘ ਦੀ ਅੱਖ ਵੱਲ ਦਾਦੀ ਮਾਂ ਵੇਖਦੀ ਹੈ ਤੇ ਗੁਰਮੁਖੋ ਕੀ ਬੀਤਦਾ ਹੋਣਾ, ਆਪਾਂ ਬੱਚਿਆਂ ਵਾਲੇ ਆ ਨਾ, ਉਹ ਤਾਂ ਪ੍ਰਤੱਖ ਹੈ, ਉਹ ਤਾਂ ਕੋਈ ਲੁਕੋ ਛਪੋ ਵਾਲੀ ਗੱਲ ਨਹੀਂ ਹੈ ਨਾ। ਤੇ ਜਦੋਂ ਬਾਬਾ ਫਤਿਹ ਸਿੰਘ ਦੀ ਅੱਖ ਨੂੰ ਵੇਖਿਆ, ਦਾਦੀ ਮਾਂ ਨੇ ਛਾਤੀ ਨਾਲ ਲਾ ਲਿਆ ਪੋਤਰੇ ਨੂੰ, ਧੰਨ ਮੇਰੇ ਪੋਤਰਿਓ, ਧੰਨ ਹੋ ਤੁਸੀਂ, ਧੰਨ ਹੈ ਤੁਹਾਡੀ ਕਮਾਈ ਪੋਤਰਿਓ।
ਇਹ ਤੋਂ ਵੀ ਲੱਖਾਂ ਦੁੱਖ ਜ਼ਿਆਦਾ ਆ ਜਾਣ, ਤੁਸੀਂ ਡੋਲਣਾ ਨਹੀਂ ਹੈ। ਨਹੀਂ ਦਾਦੀ ਮਾਂ, ਅਸੀਂ ਦੁਸ਼ਮਣਾਂ ਅੱਗੇ ਝੁਕਾਂਗੇ ਨਹੀਂ, ਨਾ ਝੁਕਿਆ ਨਾ ਝੁਕਾਂਗੇ ਤੇ ਨਾ ਅਸੀਂ ਝੁਕਣ ਵਾਲੇ ਆ। ਤੁਸੀਂ ਪਰਵਾਹ ਨਾ ਕਰੋ, ਸਰੀਰ ਕੀ ਹੈ, ਮਿੱਟੀ ਹੈ, ਅੱਜ ਹੈਗਾ ਕੱਲ ਹੈ ਨਹੀਂ। ਤੇ ਦਾਦੀ ਮਾਂ, ਅਸੀਂ ਉਹ ਕਰਮ ਕਰਕੇ ਜਾਵਾਂਗੇ ਜਿਹਦੇ ਕਰਕੇ ਦਾਦਾ ਗੁਰੂ ਦਾ, ਤੁਹਾਡਾ ਪਿਤਾ ਜੀਆਂ ਦਾ ਸਿਰ ਮਾਣ ਦੇ ਨਾਲ ਉੱਚਾ ਕਰ ਦਿਆਂਗੇ, ਪੂਰੇ ਪੰਥ ਦਾ ਸਿਰ ਉੱਚਾ ਕਰ ਦਿਆਂਗੇ। ਤਾਂ ਫਿਰ ਕਹਿਣ ਲੱਗੇ ਬਾਬਾ ਜੋਰਾਵਰ ਸਿੰਘ ਜੀ, ਹਾਂ ਦਾਦੀ ਮਾਂ ਆਹ ਤਸੀਹੇ ਦਿੱਤੇ। ਬਾਬਾ ਫਤਿਹ ਸਿੰਘ ਜੀ ਕਹਿੰਦੇ ਨਹੀਂ ਦਾਦੀ, ਵੱਡਾ ਵੀਰ ਗੱਲ ਛੁਪਾ ਰਿਹਾ। ਕਹਿੰਦੇ ਕੀ? ਤੇ ਬਾਬਾ ਜੋਰਾਵਰ ਸਿੰਘ ਦਾ ਜਿਹੜਾ ਚੋਲਾ ਸੀ ਨਾ, ਬਾਬਾ ਫਤਿਹ ਸਿੰਘ ਨੇ ਉੱਪਰ ਕਰ ਦਿੱਤਾ। ਜਦੋਂ ਉੱਪਰ ਕੀਤਾ, ਪਿੰਡਾ ਨੰਗਾ ਹੋਇਆ। ਦਾਦੀ ਮਾਂ ਨੇ ਵੇਖਿਆ ਉਹਦੇ ਤੇ 20 ਜਾਂ 30 ਜਾਂ 40 ਸ਼ਮਕਾਂ ਮਾਰੀਆਂ ਗਿਣੀਆਂ ਜਾ ਸਕਦੀਆਂ ਸੀ ਕੋਮਲ ਸਰੀਰ ਤੇ। ਦਾਦੀ ਮਾਂ ਕਹਿੰਦੀ ਹੈ, ਪੁੱਤਰੋ, ਧਰਮ ਦੀ ਖਾਤਰ, ਦੇਸ਼ ਦੀ ਖਾਤਰ, ਸੱਚ ਦੀ ਖਾਤਰ, ਜ਼ੁਲਮ ਨੂੰ ਮਿਟਾਉਣ ਦੀ ਖਾਤਰ ਇਹ ਤੋਂ ਵੀ ਜ਼ਿਆਦਾ ਸਹਿਣੇ ਪੈ ਜਾਣ ਤਾਂ ਸਹਿ ਲਿਓ, ਇਹ ਦਰਦ ਦੀ ਪਰਵਾਹ ਨਾ ਕਰਿਓ। ਐਸਾ ਸਾਡਾ ਮਹਾਨ ਵਿਰਸਾ। ਉੱਥੇ ਫਿਰ ਜਦੋਂ ਕੱਲ੍ਹ ਵਾਲਾ ਦਿਨ ਆ ਗਿਆ, 12 ਪੋਹ ਵਾਲਾ, ਅੱਜ 11 ਪੋਹ, ਬਾਬਾ ਮੋਤੀ ਰਾਮ ਮਹਿਰਾ ਉਹਨੇ ਬਾਜ ਵਾਲੀ ਅੱਖ ਰੱਖੀ ਹੋਈ ਹੈ ਸਾਰੀ ਘਟਨਾ ਤੇ। ਕੀ ਹੋ ਰਿਹਾ ਸਭਾ ਦੇ ਵਿੱਚ, ਕੀ ਹੋ ਰਿਹਾ ਗੁਰੂ ਕੇ ਲਾਲਾਂ ਨਾਲ। ਤੇ ਉਹਨੂੰ ਪਤਾ ਸੀ ਵੀ ਜਿਹੜਾ ਦਾਦੀ ਮਾਂ ਦੇ ਵਿਛਾਉਣ ਵਾਸਤੇ ਥੱਲੇ ਗਰਮ ਕੱਪੜਾ ਸੀ ਨਾ, ਜ਼ਾਲਮਾਂ ਨੇ ਉਹ ਵੀ ਖੋਲਿਆ ਸੀ, ਠੰਡੇ ਫਰਸ਼ ਤੇ ਬਿਠਾਤਾ। ਸਿਰਫ ਪਹਿਨਣ ਵਾਲੇ ਕੱਪੜੇ ਸੀ ਕੋਲ। ਦਾਦੀ ਮਾਂ ਦੀ ਗੋਦ ਦਾ ਨਿੱਘ ਸੀ। ਤਾਂ ਬਾਬਾ ਮੋਤੀ ਰਾਮ ਮਹਿਰੇ ਨੂੰ ਪਤਾ ਹੈ ਵੀ ਸਿਰਫ ਇੱਕ ਛਕਣ ਵਾਸਤੇ ਜਲ ਦਿੱਤਾ ਜਾ ਰਿਹਾ, ਪਾਣੀ, ਹੋਰ ਕੁਛ ਨਹੀਂ। ਬਾਬਾ ਮੋਤੀ ਰਾਮ ਮਹਿਰਾ ਬਹੁਤ ਉਦਾਸ ਹੈ। ਇਹਦੇ ਅੰਦਰ ਪਿਆਰ ਸੀ, ਇਹਦੇ ਅੰਦਰ ਕਿਣਕਾ ਸੀ ਸਿੱਖੀ ਦਾ, ਇਹ ਜਾਗਦੀ ਜ਼ਮੀਰ ਵਾਲਾ ਸੀ। ਤੇ ਆਪਣੇ ਘਰ ਜਦੋਂ ਸ਼ਾਮ ਨੂੰ ਗਿਆ, ਇਹਦੇ ਘਰ ਵਾਲੀ ਬੀਬੀ ਉਡੀਕ ਰਹੀ ਹੈ, ਮੇਰੇ ਪਤੀ ਨੇ ਆਉਣਾ, ਕਿਉਂਕਿ ਨੌਕਰੀ ਤੇ ਸੀ ਸੂਬੇ ਸਰਹੰਦ ਦੇ, ਵਧੀਆ ਰਸੂਖ ਰੱਖਦਾ ਸੀ, ਸਾਰੇ ਜਣੇ ਇਹਦੇ ਨਾਲ ਪਿਆਰ ਕਰਦੇ ਸੀ। ਜਦੋਂ ਘਰ ਗਿਆ ਉਡੀਕਦੀ ਹੈ, ਆਟਾ ਗੁੰਨ ਕੇ ਰੱਖ ਦਿੱਤਾ, ਸਬਜ਼ੀ ਗਰਮ ਰੱਖੀ ਹੋਈ ਹੈ। ਕਹਿੰਦੀ ਜਦੋਂ ਮੇਰਾ ਪਤੀ ਆਵੇਗਾ ਮੈਂ ਗਰਮ ਪ੍ਰਸ਼ਾਦੇ ਲਾਹਾਂਗੀ, ਹੱਡਾਂ ਨੂੰ ਚੀਰਦੀ ਠੰਡ ਹੈ, ਠੰਡੇ ਨਹੀਂ ਮੈਂ ਛਕਾਉਣੇ। ਬਾਬਾ ਮੋਤੀ ਰਾਮ ਮਹਿਰਾ ਜਦੋਂ ਪਹੁੰਚਿਆ, ਘਰ ਵਾਲੀ ਕਹਿਣ ਲੱਗੀ, ਆਓ ਪਤੀ ਜੀ ਅੱਜ ਲੇਟ ਹੋ ਗਏ। ਤੇ ਜਦੋਂ ਬਾਬਾ ਮੋਤੀ ਰਾਮ ਮਹਿਰੇ ਵਾਸਤੇ ਪੀੜੀ ਡਾਹ ਦਿੱਤੀ, ਇੱਥੇ ਬੈਠੋ ਅੱਗ ਸੇਕ ਲਓ। ਪਰ ਜਦੋਂ ਆਪਾਂ ਨਾ ਬਾਹਰੋਂ ਕਿਸੇ ਦੁੱਖ ਚੋਂ ਗਏ ਹੋਈਏ, ਅੱਗੇ ਘਰ ਵਾਲਾ ਖੁਸ਼ੀ ਜਤਾ ਰਿਹਾ ਹੋਵੇ, ਪਰਿਵਾਰ, ਉਹਨਾਂ ਦੀ ਖੁਸ਼ੀ ਆਪਾਂ ਨੂੰ ਭੋਰਾ ਚੰਗੀ ਨਹੀਂ ਲੱਗਦੀ, ਕਿਉਂਕਿ ਆਪਣਾ ਦਿਲ ਬੁਝਿਆ ਹੁੰਦਾ ਉਸ ਵੇਲੇ। ਹੁਣ ਬਾਬਾ ਮੋਤੀ ਰਾਮ ਮਹਿਰੇ ਦੇ ਘਰ ਵਾਲੀ ਆਪਣੀ ਜਗ੍ਹਾ ਸਹੀ ਹੈ, ਉਹ ਕਹਿੰਦੀ ਮੇਰੇ ਸਿਰ ਦਾ ਸੁਹਾਗ ਆਇਆ, ਮੈਂ ਸੇਵਾ ਕਰਾਂ। ਪਰ ਬਾਬਾ ਮੋਤੀ ਰਾਮ ਜੋ ਵੇਖ ਕੇ ਗਿਆ, ਉਹਦੇ ਸਹਿਣ ਤੋਂ ਬਾਹਰ ਸੀ ਪੀੜਾ ਸਾਰੀ। ਉਦਾਸ ਹੈ, ਨੀਵੀਂ ਪਾ ਕੇ ਬੈਠ ਗਿਆ। ਤੇ ਘਰ ਵਾਲੀ ਕਹਿੰਦੀ ਹੈ, ਜੀ ਆਓ ਮੈਂ ਗਰਮ ਪ੍ਰਸ਼ਾਦਾ ਬਣਾਉਣੀ ਆ ਤੇ ਤੁਸੀਂ ਬੈਠੋ, ਛਕੋ, ਰੱਜ ਕੇ ਛਕੋ। ਭਰੇ ਗਲੇ ਦੇ ਨਾਲ ਬਾਬਾ ਮੋਤੀ ਰਾਮ ਮਹਿਰਾ ਕਹਿੰਦਾ, ਭਾਗਵਾਨੇ ਅੱਜ ਪ੍ਰਸ਼ਾਦਾ ਗਲੇ ਤੋਂ ਥੱਲੇ ਨਹੀਂ ਲੰਘਣਾ। ਕੀ ਗੱਲ, ਮੈਨੂੰ ਗੱਲ ਦੱਸੋ ਸਾਰੀ, ਅੱਜ ਤੁਸੀਂ ਉਦਾਸ ਕਿਉਂ ਆ? ਤੁਹਾਡਾ ਚਿਹਰਾ ਉੱਡਿਆ ਪਿਆ, ਤੁਹਾਡੇ ਅੱਖਾਂ ਵਿੱਚ ਹੰਝੂ ਨੇ। ਪੁੱਬ ਨਿਕਲ ਗਈ ਬਾਬਾ ਮੋਤੀ ਰਾਮ ਮਹਿਰੇ ਦੀ। ਕਹਿੰਦਾ, ਭਾਗਵਾਨੇ ਆਪਾਂ ਬੱਚਿਆਂ ਵਾਲੇ ਹਾਂ, ਆਪਣੇ ਵੀ ਪੁੱਤ ਹੈ, ਆਪਣੇ ਵੀ ਮਾਂ ਹੈ, ਬੁੱਢੀ ਮਾਂ ਬੈਠੀ ਹੈ ਸਾਈਡ ਤੇ। ਕਹਿੰਦਾ ਮੈਂ ਜੋ ਵੇਖ ਰਿਹਾ 10 ਪੋਹ ਤੋਂ ਅੱਜ 11, ਮੇਰੇ ਨਾਲ ਤਾਂ ਆ ਬੀਤ ਰਹੀ ਹੈ। ਕੀ ਬੀਤ ਰਿਹਾ ਤੇਰੇ ਨਾਲ? ਮੈਥੋਂ ਦੁੱਖ ਝੱਲਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਝੱਲਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਝੱਲਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਝੱਲਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਝੱਲਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਝੱਲਿਆ ਨਾ ਜਾਵੇ, ਗੁਰੂ ਜੀ ਦੇ ਲਾਲਾਂ
ਚੱਲਿਆ ਨਾ ਚੱਲਿਆ ਨਾ ਦੁੱਖ ਜਾਵੇ ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਚੱਲਿਆ ਨਾ ਜਾਵੇ ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਚੱਲਿਆ ਨਾ ਜਾਵੇ ਗੁਰੂ ਜੀ ਦੇ ਲਾਲਾਂ ਦਾ ਉਹ ਮੈਥੋਂ ਦੁੱਖ ਚੱਲਿਆ ਨਾ ਜਾਵੇ ਗੁਰੂ ਜੀ ਦੇ ਲਾਲਾਂ ਦਾ ਦੁੱਖ ਚੱਲਿਆ ਨਾ ਜਾਵੇ ਗੁਰੂ ਜੀ ਦੇ ਲਾਲਾਂ ਦਾ ਮੈਥੋਂ ਦੁੱਖ ਚੱਲਿਆ ਨਾ ਜਾਵੇ ਗੁਰੂ ਜੀ ਦੇ ਲਾਲਾਂ ਦਾ ਕਹਿਣ ਲੱਗਿਆ ਭਾਗਵਾਨੇ ਕੱਲ ਦੇ ਗੁਰੂ ਕੇ ਲਾਲ ਤੇ ਦਾਦੀ ਮਾਂ ਆਏ ਨੇ। ਆਪਾਂ ਤਾਂ ਅੱਗ ਸੇਕਦੇ ਆ, ਗਰਮ ਕੱਪੜਿਆਂ ਵਿੱਚ ਪਏ ਆ, ਉਹਨਾਂ ਨੂੰ ਤਾਂ ਕੜਕਦੀ ਠੰਡ ਦੇ ਵਿੱਚ ਰੱਖਿਆ ਹੋਇਆ, ਛਕਣ ਛਕਾਉਣ ਨੂੰ ਕੁਛ ਨਹੀਂ ਦਿੱਤਾ। ਮੈਂ ਕਿਵੇਂ ਪ੍ਰਸ਼ਾਦਾ ਛਕ ਲਾਂ, ਮੈਨੂੰ ਪਾਪ ਲੱਗ ਜੂ। ਕਹਿੰਦੇ ਫਿਰ ਦੱਸੋ ਕਹਿਣਾ ਕੀ ਚਾਹੁੰਦੇ ਹੋ? ਕਹਿੰਦਾ ਮੇਰਾ ਜੀ ਕਰਦਾ ਹੈ ਮੈਂ ਗੁਰੂ ਕੇ ਲਾਲਾ ਨੂੰ ਗਰਮ ਦੁੱਧ ਤੇ ਪ੍ਰਸ਼ਾਦਾ ਛਕਾਵਾਂ। ਇਹ ਜਿਹੜਾ ਫੈਸਲਾ ਸੀ ਬਾਬਾ ਮੋਤੀ ਰਾਮ ਨੂੰ ਵੀ ਪਤਾ ਸੀ ਵੀ ਸਿੱਧਾ ਮੌਤ ਨੂੰ ਆਵਾਜ਼ ਮਾਰਨੀ ਹੈ ਇਹ। ਹੁਣ ਵੇਖੋ ਜਿਵੇਂ 84 ਦੇ ਵੇਲੇ ਸਿੰਘ ਜੀ ਦੇ ਘਰੇ ਠਹਿਰ ਜਾਂਦੇ ਸੀ ਸਾਧ ਸੰਗਤ, ਉਹਦੇ ਨਾਲ ਕੀ ਬਣਿਆ ਉਹਨਾਂ ਦੇ ਪਰਿਵਾਰਾਂ ਦੇ ਨਾਲ। ਭਾਵੇਂ ਕਿਸੇ ਦੇ ਘਰੇ ਘੰਟਾ ਚਾਹ ਪਾਣੀ ਪੀ ਗਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਗੌਰਮੈਂਟਾਂ ਨੇ। ਇਹੋ ਹੀ ਚੀਜ਼ ਸੀ ਬਾਬਾ ਮੋਤੀ ਰਾਮ ਮਹਿਰੇ ਦੀ, ਮੌਤ ਨੂੰ ਹਾਕ ਮਾਰਨੀ, ਗੁਰੂ ਕੇ ਲਾਲਾਂ ਦੇ ਨਾਲ ਸੰਬੰਧ ਰੱਖਣਾ ਸੂਬੇ ਦਾ ਉਦੇਸ਼ ਸੀ ਵੀ ਜਿਹੜਾ ਵੀ ਕੋਈ ਇਹਨਾਂ ਦੀ ਸੇਵਾ ਕਰੇਗਾ, ਜਿਹੜਾ ਵੀ ਕੋਈ ਇਹਨਾਂ ਦੀ ਹੈਲਪ ਕਰੇਗਾ, ਮੈਂ ਸਣ ਬੱਚੇ ਕੋਲੂ ਵਿੱਚੋਂ ਦੀ ਲੰਘਾ ਦੂੰਗਾ। ਇਹ ਹੁਕਮ ਸੀ। ਘਰ ਵਾਲੀ ਕਹਿੰਦੀ ਦੱਸੋ? ਕਹਿੰਦਾ ਪ੍ਰਸ਼ਾਦਾ ਛਕਾਉਣਾ, ਦੁੱਧ ਛਕਾਉਣਾ। ਕਹਿੰਦੀ ਮੈਂ ਤੁਹਾਡੇ ਨਾਲ ਖੜੀ ਹਾਂ। ਲਿਆ ਫਿਰ ਭਾਗਵਾਨੇ ਸਾਰੀ ਜ਼ਿੰਦਗੀ ਦੀ ਜਿਹੜੀ ਤੇਰੀ ਕਮਾਈ ਹੈ ਨਾ, ਮੈਨੂੰ ਟੂਮਾਂ ਦੇ ਫਿਰ ਸਾਰੀਆਂ। ਉਹ ਕਾਹਦੇ ਵਾਸਤੇ? ਕਹਿੰਦੇ ਪਹਿਰਾ ਬਹੁਤ ਤਕੜਾ ਹੈ, ਲਾਲਚ ਦਿੱਤੇ ਬਿਨਾਂ ਲੰਘਣ ਨਹੀਂ ਦੇਣਾ, ਲਾਲਚ ਦੇਣਾ ਪੈਣਾ। ਬੜੀ ਕਿਸਮਤ ਜਾਗੀ ਗੁਰਮਖੋ। ਇਹ 2 ਸਰੀਰ 3 ਸਰੀਰ ਕਹਿ ਲੋ। ਪੁੱਛਿਆ ਸੀ ਕਿਸੇ ਨੇ, ਕਹਿੰਦੇ ਕਲਗੀ ਵਾਲੇ ਪਾਤਸ਼ਾਹ ਨੇ ਪੁੱਛਿਆ ਸੀ ਨੂਰੇ ਮਾਹੀ ਨੂੰ। ਮਾਹੀ ਜਦੋਂ ਆਪਣਾ ਸਾਹਿਬਜ਼ਾਦਿਆਂ ਦੀ ਖਬਰ ਦਿੱਤੀ ਕਲਗੀ ਵਾਲੇ ਪਾਤਸ਼ਾਹ ਨੂੰ, ਕਹਿੰਦੇ ਮਾਹੀ ਜਦੋਂ ਮੇਰੇ ਲਾਲਾ ਨੂੰ ਨੀਹਾਂ ਵਿੱਚ ਚਿਣਿਆ ਗਿਆ ਸਰਹੰਦ ਵਿੱਚ ਬੰਦੇ ਕਿੰਨੇ ਸੀ? ਆ ਧਿਆਨ ਨਾਲ ਸੁਣਿਓ। ਕਹਿੰਦੇ ਸਰਹੰਦ ਵਿੱਚ ਬੰਦੇ ਕਿੰਨੇ ਸੀ? ਨੂਰਾ ਮਾਹੀ ਕਹਿੰਦਾ ਮਹਾਰਾਜ ਸਰਹੰਦ ਵਿੱਚ 3 ਬੰਦੇ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਬਾਕੀ ਬਸ 3 ਸੀ? ਕਹਿੰਦੇ ਨਹੀਂ ਜੀ, ਪੱਥਰ ਦੀਆਂ ਮੂਰਤਾਂ ਬਹੁਤ ਸੀ, ਬੰਦੇ 3 ਸੀ। ਕਹਿੰਦੇ ਕਿਹੜੇ ਕਿਹੜੇ? ਇੱਕ ਬਾਬਾ ਮੋਤੀ ਰਾਮ ਮਹਿਰਾ, ਇੱਕ ਸ਼ਾਹੂਕਾਰ ਟੋਡਰ ਮੱਲ ਖੱਤਰੀ ਤੇ ਇੱਕ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲਾ। ਇਹ 3 ਬੰਦੇ ਸੀ, ਬਾਕੀ ਪੱਥਰ ਦੀਆਂ ਮੂਰਤਾਂ ਸੀ। ਹੁਣ ਸਮਝ ਆ ਗਈ ਨਾ ਵੀ ਪਾਤਸ਼ਾਹ ਮਨੁੱਖ ਕਿਹਨੂੰ ਕਹਿੰਦੇ ਨੇ, ਬੰਦਾ ਕਿਹਨੂੰ ਕਹਿੰਦੇ ਨੇ? ਜਿਹਦੇ ਅੰਦਰ ਪਰਉਪਕਾਰ ਦੇ ਹੜ ਚੱਲਦੇ ਨੇ, ਉਹਨੂੰ ਕਹਿੰਦੇ ਨੇ। ਤਾਂ ਘਰ ਵਾਲੀ ਦੀ ਕਿਸਮਤ ਜਾਗੀ, ਜਿੰਨਾ ਸਿਉਣਾ ਸੀ ਆ ਲਓ, ਚੁੱਕ ਕੇ ਪ੍ਰਸ਼ਾਦਾ ਤਿਆਰ ਕਰਕੇ। ਕਿਉਂਕਿ ਦਾਸ ਦਾ ਮੰਨਣਾ ਹੈ, ਤੁਸੀਂ ਵੀ ਸਹਿਮਤ ਹੋਵੋਗੇ, ਜੇ ਬਾਬਾ ਮੋਤੀ ਰਾਮ ਦੁੱਧ ਛਕਾ ਸਕਦਾ ਹੈ ਤਾਂ ਉਹਨਾਂ ਨੂੰ ਇਹ ਵੀ ਪਤਾ ਵੀ ਭੋਜਨ ਛਕੇ ਨੂੰ ਕਿੰਨਾ ਚਿਰ ਹੋ ਗਿਆ। ਬਾਬਾ ਮੋਤੀ ਰਾਮ ਭੋਜਨ ਛਕਾਏ ਬਿਨਾਂ ਰਹਿ ਨਹੀਂ ਸਕਿਆ ਹੋਣਾ, ਉਹਨਾਂ ਨੇ ਪ੍ਰਸ਼ਾਦਾ ਵੀ ਪੱਕਾ ਛਕਾਇਆ ਹੋਊਗਾ। ਮੇਰਾ ਆਪਦੀ ਜ਼ਮੀਰ ਦਾ ਮੰਨਣਾ ਹੈ, ਛਕਾਇਆ ਹੋਵੇਗਾ ਪੱਕਾ। ਤੇ ਭਾਈ ਬਾਬਾ ਮੋਤੀ ਰਾਮ ਮਹਿਰਾ ਰਾਜਮਾ ਪ੍ਰਸ਼ਾਦਾ ਲੈ ਕੇ ਦੁੱਧ ਦਾ ਭਰ ਕੇ ਗੜਬਾ ਤੇ ਸਾਧ ਸੰਗਤ ਪਹਿਰੇਦਾਰਾਂ ਨੂੰ ਦਿੰਦਾ ਲਾਲਚ। ਕੌਣ ਹੈ ਤੂੰ? ਮੈਂ ਮੋਤੀ ਰਾਮ ਆ। ਕਿੱਧਰ ਚੱਲੇ ਆ? ਮੈਂ ਗੁਰੂ ਕੇ ਲਾਲਾਂ ਨੂੰ ਮਿਲਣ ਚੱਲਿਆ। ਕਹਿੰਦੇ ਪਹਿਰਾ ਸਖਤ ਹੈ, ਹੁਕਮ ਆਰਡਰ ਤਕੜਾ ਹੈ, ਨਹੀਂ ਜਾ ਸਕਦਾ। ਬਸ ਮੋਹਰਾਂ ਧਰਦਾ ਹੱਥ ਤੇ, ਪਹਿਰੇਦਾਰ ਪਰੇ ਹੋ ਜਾਂਦਾ, ਪਹੁੰਚ ਜਾਂਦਾ। ਤੇ ਜਦੋਂ ਸਾਧ ਸੰਗਤ ਪੌੜੀਆਂ ਦੇ ਕੋਲ ਪਹੁੰਚਦਾ, ਉਸ ਵੇਲੇ ਅੰਦਰੋਂ ਆਵਾਜ਼ ਆਉਂਦੀ ਹੈ। ਮਾਤਾ ਗੁਜਰੀ ਜੀ ਕਹਿਣ ਲੱਗੇ ਕੌਣ ਹੈ ਤੂੰ? ਇਸ ਵੇਲੇ ਇੱਕ ਮਰਦ ਦਾ ਆਉਣਾ ਇੱਥੇ ਇਹ ਕਾਨੂੰਨ ਮੁਤਾਬਕ ਵੀ ਠੀਕ ਨਹੀਂ, ਮਰਜ਼ਾਦਾ ਮੁਤਾਬਕ ਵੀ ਠੀਕ ਨਹੀਂ। ਵਾਪਸ ਮੁੜ ਜਾ, ਦਿਨ ਚੜ੍ਹਦੇ ਨਾਲ ਆ ਜੀ। ਪਰ ਬਾਬਾ ਮੋਤੀ ਰਾਮ ਮਹਿਰਾ ਨਹੀਂ ਰੁਕ ਰਿਹਾ, ਉਹ ਅੰਦਰ ਅੱਗੇ ਨੂੰ ਜਾ ਰਿਹਾ। ਬਿਲਕੁਲ ਅਖੀਰਲੀ ਪੌੜੀ ਤੇ ਪਹੁੰਚ ਗਿਆ। ਮਾਤਾ ਜੀ ਕਹਿੰਦੇ ਖਬਰਦਾਰ ਹੋ ਜੀ, ਜੇ ਅੱਗੇ ਪੈਰ ਰੱਖਿਆ ਵਾਪਸ ਮੁੜ ਜਾ, ਦੱਸ ਮੈਨੂੰ ਕੌਣ ਹੈ? ਉਸ ਵੇਲੇ ਬਾਬਾ ਮੋਤੀ ਰਾਮ ਦਾ ਗਲਾ ਭਰ ਗਿਆ ਤੇ ਭਰੇ ਗਲੇ ਦੇ ਨਾਲ ਕਹਿੰਦਾ ਮਾਂ ਮੈਂ ਤੇਰੇ ਚਰਨਾਂ ਦਾ ਸੇਵਕ, ਤੁਹਾਡਾ ਅਦਨਾ ਜਾਂ ਸੇਵਕ
ਬਾਬਾ ਮੋਤੀ ਰਾਮ ਮਹਿਰਾ ਹਾਂ। ਮੈਂ ਤੁਹਾਡੀ ਦਿੱਤੀ ਕਮਾਈ ਦੇ ਵਿੱਚੋਂ, ਤੁਹਾਡੇ ਦਿੱਤੇ ਭੋਜਨ ਦੇ ਵਿੱਚੋਂ ਤੁਹਾਡੇ ਵਾਸਤੇ ਥੋੜਾ ਭੋਜਨ ਲੈ ਕੇ ਆਇਆ, ਲਾਲਾਂ ਵਾਸਤੇ ਤੇ ਦੁੱਧ ਦਾ ਗੜਬਾ ਲੈ ਕੇ ਆਇਆ। ਮਾਂ ਮੇਰੀ ਸੇਵਾ ਪ੍ਰਵਾਨ ਕਰ ਲੈ, ਮੈਂ ਇੰਨੀ ਕੁ ਸੇਵਾ ਲੈ ਕੇ ਆਇਆ। ਦਾਦੀ ਮਾਂ ਨੇ ਪਿਆਰ ਵੇਖਿਆ, ਸ਼ਰਧਾ ਵੇਖੀ, ਨਿਮਰਤਾ ਵੇਖੀ, ਕਿਉਂਕਿ ਹਮੇਸ਼ਾ ਗੁਰੂ ਸਾਡੀ ਸ਼ਰਧਾ ਵੇਖਦਾ, ਸਾਡੀ ਭਾਵਨਾ ਵੇਖਦਾ। ਉਹ ਸਾਡੇ ਕੱਪੜੇ, ਉਹ ਸਾਡੀਆਂ ਗੱਡੀਆਂ, ਉਹ ਸਾਡਾ ਬਿਜ਼ਨਸ ਕਦੇ ਵੀ ਨਹੀਂ ਵੇਖਦਾ। ਉਹ ਤਾਂ ਸਿਰਫ ਸ਼ਰਧਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੋਬਿੰਦ ਜਿਹੜਾ ਭਗਵਾਨ ਪਰਮੇਸ਼ਰ ਪ੍ਰਮਾਤਮਾ ਹੈ, ਉਹ ਤਾਂ ਪਿਆਰ ਦਾ ਭੁੱਖਾ ਹੈ, ਦੂਜੀ ਤਾਂ ਉੱਥੇ ਗੱਲ ਹੀ ਕੋਈ ਹੈ ਨਹੀਂ। ਇਸ ਗੱਲ ਨੂੰ ਚੇਤੇ ਰੱਖਣਾ ਚਾਹੀਦਾ। ਤਾਂ ਮਾਤਾ ਜੀ ਕਹਿਣ ਲੱਗੇ, ਲਿਆ ਮੋਤੀ, ਜੇ ਭਾਵਨਾ ਨਾਲ ਲੈ ਕੇ ਆਇਆ ਤਾਂ ਫਿਰ ਛਕ ਲੈਂਦੇ ਆ। ਤੇ ਜਦੋਂ ਛਕਿਆ, ਗਲਾਸਾਂ ਵਿੱਚ ਗਰਮਾ ਗਰਮ ਦੁੱਧ ਪਾਇਆ। ਸਾਧ ਸੰਗਤ, ਮਾਂ ਦਾ ਇਹ ਸੁਭਾਅ ਹੈ, ਮਾਂ ਕਦੇ ਵੀ ਚੌਂਕੇ ਵਿੱਚ ਭੋਜਨ ਤਿਆਰ ਕਰਕੇ ਪਹਿਲਾਂ ਨਹੀਂ ਛਕਦੀ। ਮਾਂ ਕਹਿੰਦੀ ਹੈ ਪਹਿਲਾਂ ਮੇਰੇ ਪੁੱਤ ਨੂੰ ਛਕਣ ਦੇ, ਮੈਂ ਬਾਅਦ ਵਿੱਚ ਛਕਾਂਗੀ। ਇਹੋ ਹੀ ਦਾਦੀ ਮਾਂ ਨੇ ਕੀਤਾ ਹੈ। ਦਾਦੀ ਮਾਂ ਨੇ ਗਰਮ ਦੁੱਧ ਦੇ ਗਲਾਸ ਆਪਣੇ ਦੋਨੇ ਪੋਤਰਿਆਂ ਨੂੰ ਫੜਾਏ, ਲਓ ਪੁੱਤਰੋ ਤੁਸੀਂ ਦੁੱਧ ਛਕੋ। ਤੇ ਦੁੱਧ ਛਕਿਆ, ਭੋਜਨ ਛਕਿਆ, ਦਾਦੀ ਮਾਂ ਨੇ ਛਕਿਆ। ਤੇ ਮਾਤਾ ਜੀ ਕਹਿਣ ਲੱਗੇ ਫਿਰ ਮੁੱਖ ਤੋਂ ਆਪਣੇ ਆਪ, ਕਿਉਂਕਿ ਜਦੋਂ ਸਰੀਰ ਨੂੰ ਲੱਗਦੀ ਹੋਵੇ ਠੰਡ, ਲੱਗੀ ਹੋਵੇ ਭੁੱਖ, ਭੁੱਖੇ ਨੂੰ ਮਿਲ ਜਾਵੇ ਛਕਣ ਨੂੰ ਪ੍ਰਸ਼ਾਦਾ, ਤੇ ਠੰਡ ਵਿੱਚ ਸੇਕਣ ਨੂੰ ਮਿਲ ਜਾਵੇ ਅੱਗ, ਇਹ ਤੋਂ ਵਧੀਆ ਜ਼ਿੰਦਗੀ ਤੇ ਜੀਵਨ ਹੀ ਨਹੀਂ ਮਿਲਦਾ। ਫਿਰ ਜਦੋਂ ਜੀਵਨ ਮਿਲਿਆ, ਫਿਰ ਮੂੰਹ ਨਾਲ ਬੋਲਣ ਦੀ ਲੋੜ ਨਹੀਂ, ਅਸੀਸ ਆਪਣੇ ਆਪ ਅੰਦਰੋਂ ਨਿਕਲਦੀ ਹੈ। ਕਿਤੇ ਪੁੱਤ ਪਿਓ ਨੂੰ ਜੱਫੀ ਵਿੱਚ ਲੈ ਲਵੇ, ਬਜ਼ੁਰਗ ਪਿਓ ਨੂੰ, ਕਿਤੇ ਪੁੱਤ ਬਜ਼ੁਰਗ ਮਾਂ ਨੂੰ ਜੱਫੀ ਵਿੱਚ ਲੈ ਲਵੇ, ਪਿਓ ਨੂੰ ਬੋਲ ਕੇ ਕਹਿਣ ਦੀ ਲੋੜ ਨਹੀਂ, ਅੰਦਰੋਂ ਆਪਣੇ ਆਪ ਅਸੀਸ ਨਿਕਲ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਪੁੱਤ ਕੋਲੋਂ ਦੀ ਇਉਂ ਲੰਘ ਜਾਵੇ ਵੀ ਜਿਵੇਂ 100 ਬਗਾਨਿਆਂ ਦਾ ਬਗਾਨਾ ਹੁੰਦਾ, ਬੋਲ ਕੇ ਦਰਸੀਸ ਦੇਣ ਦੀ ਲੋੜ ਨਹੀਂ, ਆਤਮਾ ਕਹਿ ਦਿੰਦੀ ਆ ਲਾਹਣਤ ਹੈ ਤੇਰੇ ਜੰਮਣ ਦੇ। ਤੇ ਮਾਤਾ ਜੀ ਨੇ ਉਸ ਵੇਲੇ ਸੁਭਾਵਕ ਆਖਿਆ, ਕਹਿੰਦੇ ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਆਇਆ। ਕਹਿੰਦੇ ਠੀਕ ਹੈ ਮਹਿਰਾ, ਮਹਿਰਾ ਝੀਵਰ, ਕਹਿੰਦੇ ਮਹਿਰੇ ਦਾਣੇ ਭੁੰਨਣ ਵਾਲੇ ਦੁਨੀਆ ਤੇ ਬਹੁਤ ਹੋਣਗੇ, ਪਰ ਮੋਤੀ ਪੁੱਤ ਤੇਰੇ ਵਰਗਾ ਕੋਈ ਵੀ ਨਹੀਂ ਹੋਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਬਾਜੀ ਜਿੱਤ ਗਿਆ, ਤੇਰੇ ਦੋਨੇ ਲੋਕ ਸਫਲੇ ਹੋ ਗਏ। ਬਾਬਾ ਮੋਤੀ ਰਾਮ ਨੇ ਪੁੰਨ ਕਮਾਇਆ। 13 ਪੋਹ ਦੀ ਪੇਸ਼ੀ ਹੋਈ, 13 ਪੋਹ ਦੀ ਜਿਹੜੀ ਪੇਸ਼ੀ ਹੋਈ, 12 ਪੋਹ ਦੀ, 12 ਪੋਹ ਵਾਲੀ ਜਿਹੜੀ ਪੇਸ਼ੀ ਹੈ, ਇਹਦੇ ਵਿੱਚ ਫਿਰ ਉਹ ਫਤਵਾ ਸੁਣਾ ਦਿੱਤਾ ਕਾਜੀ ਨੇ। ਕਹਿੰਦਾ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ, ਇਹ ਝੁਕਦੇ ਨਹੀਂ, ਇਹ ਤੁਹਾਡੇ ਤੋਂ ਡਰਦੇ ਨਹੀਂ, ਇਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਨੇ, ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿਓ। ਦਾਦੀ ਮਾਂ ਦੇ ਕੋਲ ਜਾਣਾ, ਮਾਤਾ ਗੁਜਰੀ ਜੀ ਕਹਿੰਦੇ ਮੇਰੇ ਪੁੱਤਰੋ ਅੱਜ ਕੀ ਹੋਇਆ ਸਭਾ ਦੇ ਵਿੱਚ? ਦਾਦੀ ਮਾਂ ਕੱਲ ਨੂੰ ਤੇਰੇ ਪੋਤਰਿਆਂ ਨੇ ਤੇਰੇ ਕੋਲੋਂ ਸਦਾ ਵਾਸਤੇ ਚਲੇ ਜਾਣਾ। ਇਹ ਕੋਈ ਨਾਟਕ ਜਾਂ ਡਰਾਮਾ ਨਹੀਂ ਸੀ, ਇਹ ਸੱਚਾਈ ਸੀ। ਇਹ ਕੋਈ ਐਵੇਂ ਗੱਲ ਨਹੀਂ ਸੀ ਵੀ ਸੁਪਨੇ ਦੀ ਗੱਲ ਦੱਸ ਰਹੇ ਨੇ। ਜੋ ਸਭਾ ਵਿੱਚ ਹੋਇਆ ਉਹ ਦੱਸਿਆ। ਦਾਦੀ ਮਾਂ ਅੱਜ ਇੱਕ ਬਹੁਤ ਭਿਆਨਕ ਚਿਹਰੇ ਵਾਲਾ, ਵੱਡੀਆਂ ਵੱਡੀਆਂ ਮੁੱਛਾਂ ਵਾਲਾ, ਤੇ ਉਹਨੇ ਇੱਕ ਕਿਤਾਬ ਚੁੱਕ ਲਈ, ਉਹਦੇ ਵਿੱਚੋਂ ਪੜ੍ਹ ਕੇ ਕਹਿੰਦਾ ਸ਼ਰ੍ਹਾ ਕਹਿੰਦੀ ਹੈ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿਓ। ਦਾਦੀ ਮਾਂ ਕੱਲ ਨੂੰ ਤੇਰੇ ਕੋਲੋਂ ਤੇਰੇ ਪੋਤਰੇ ਸਦਾ ਵਾਸਤੇ ਉੱਥੇ ਚਲੇ ਜਾਣਗੇ ਜਿੱਥੋਂ ਮੁੜ ਕੇ ਕੋਈ ਆਇਆ ਨਹੀਂ ਹੈ। ਤਾਂ 13 ਪੋਹ ਵਾਲਾ ਦਿਨ ਆਇਆ। ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਤਿਆਰ ਕੀਤਾ, ਸਿਪਾਹੀ ਲੈਣ ਵਾਸਤੇ ਆ ਗਏ ਨੇ। ਤੇ ਪਿਆਰ ਵਾਲਿਓ, ਜਦੋਂ ਦਾਦੀ ਮਾਂ ਨੇ ਤਿਆਰ ਕਰਕੇ ਮੱਥੇ ਚੁੰਮ ਕੇ, ਮੁੱਖ ਚੁੰਮ ਕੇ, ਛਾਤੀ ਨਾਲ ਲਾ ਕੇ ਪੋਤਰਿਆਂ ਨੂੰ ਤੋਰਿਆ, ਤੇ ਉਸ ਵੇਲੇ ਪੌੜੀਆਂ ਦੇ ਅੱਧ ਵਿਚਕਾਰ ਸਿਪਾਹੀ ਲੈ ਕੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਪਹੁੰਚੇ ਨੇ। ਇਤਿਹਾਸ ਕਹਿੰਦਾ ਇੰਨਾ ਪਿਆਰ, ਇੰਨਾ ਸਤਿਕਾਰ, ਕਹਿੰਦੇ ਬਾਬਾ ਜੋਰਾਵਰ ਸਿੰਘ ਨੇ ਗਰਦਨ ਘੁਮਾ ਕੇ ਪੌੜੀਆਂ ਵਿੱਚ ਖੜੀ ਦਾਦੀ ਮਾਂ ਵੱਲ ਤੱਕਿਆ। ਦਾਦੀ ਮਾਂ ਵੱਲ ਤੱਕ ਕੇ ਕੀ ਆਖਿਆ? ਕਹਿੰਦੇ ਦਾਦੀ ਮਾਂ ਤੈਨੂੰ ਆਖਰੀ ਗੱਲ ਕਹਿ ਕੇ ਚੱਲੇ ਆ। ਹਾਂ ਪੋਤਰਿਓ ਦੱਸੋ ਕੀ ਆਖਿਆ ਸੀ? ਕਹਿੰਦੇ ਦਾਦੀ ਮਾਂ ਅਸੀਂ 10 ਤਰੀਕ ਨੂੰ ਗਏ, ਤੇਰੇ ਕੋਲ ਆ ਗਏ। 11 ਪੋਹ ਨੂੰ ਅਸੀਂ ਤੇਰੇ ਕੋਲ ਆ ਗਏ, 12 ਪੋਹ ਨੂੰ ਅਸੀਂ ਤੇਰੇ ਕੋਲ ਆ ਗਏ, ਪਰ 13 ਪੋਹ ਅੱਜ ਜਦੋਂ ਚੱਲੇ ਆ, ਤੇਰੇ ਸੋਹਣੇ ਲਾਲਾਂ ਨੇ ਦਾਦੀ ਅੱਜ ਮੋੜ ਕੇ ਨਹੀਂ ਆਉਣਾ। ਸੋਹਣੇ ਲਾਲਾਂ ਨੇ ਦਾਦੀ ਅੱਜ ਮੋੜ ਕੇ ਨਹੀਂ ਆਉਣਾ। ਸੋਹਣੇ ਲਾਲਾਂ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਸੋਹਣੇ ਲਾਲਾਂ ਨੇ ਦਾਦੀ ਅੱਜ ਮੁੜ
ਸੋਹਣੇ ਲਾਲਾ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਤੇਰੇ ਸੋਹਣੇ ਲਾਲਾ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਤੇਰੇ ਲਾਲਾ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਸੋਹਣੇ ਲਾਲਾ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਮੇਰੇ ਸੋਹਣੇ ਲਾਲਾ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਸੋਹਣੇ ਲਾਲਾ ਨੇ ਦਾਦੀ ਅੱਜ ਮੁੜ ਕੇ ਨਹੀਂ ਆਉਣਾ। ਦਾਦੀ ਮਾਂ ਅੱਜ ਨਹੀਂ ਮੁੜ ਕੇ ਆਉਣਾ, ਸਦਾ ਵਾਸਤੇ ਉੱਥੇ ਜਾਵਾਂਗੇ, ਦਾਦੇ ਗੁਰੂ ਦੀ ਗੋਦ ਵਿੱਚ ਜਾਵਾਂਗੇ। ਇਉਂ ਜਕਾਰਾ ਛੱਡ ਕੇ ਦਾਦੀ ਮਾਂ ਨੂੰ ਅੰਤ ਦੀ ਫਤਿਹ ਬੁਲਾ ਕੇ ਗੁਰੂ ਕੇ ਲਾਲ ਕਚਹਿਰੀ ਵਿੱਚ ਪਹੁੰਚਦੇ ਨੇ। ਕਚਹਿਰੀ ਵਿੱਚ ਜਾ ਕੇ ਜਕਾਰਾ ਗਜਾਉਂਦੇ ਨੇ। ਉਸੇ ਤਰ੍ਹਾਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਤੇ ਜਲਾਦ ਜਿਹੜੇ ਨੇ ਤਿਆਰ ਨੇ। ਨੀਹਾਂ ਚਿਲਣੀਆਂ ਸ਼ੁਰੂ ਹੋ ਗਈਆਂ, ਨੀਹਾਂ ਗੋਡਿਆਂ ਤੱਕ ਆਈਆਂ, ਨੀਹਾਂ ਛਾਤੀ ਤੱਕ ਆਈਆਂ ਤੇ ਮੋਢਿਆਂ ਤੱਕ ਚਲੀਆਂ ਗਈਆਂ ਤੇ ਮੋਢਿਆਂ ਤੋਂ ਬਾਅਦ ਗੁਰੂ ਕੇ ਲਾਲਾਂ ਦੇ ਮੁੱਖ ਨੀਹਾਂ ਦੇ ਵਿੱਚ ਆ ਜਾਂਦੇ ਨੇ ਤੇ ਉਸ ਵੇਲੇ ਸਾਹ ਰੁਕ ਜਾਂਦੇ ਨੇ। ਕੰਧ ਵੀ ਇਹ ਦੁੱਖ ਨਾ ਸਹਾਰ ਸਕੀ। ਫਤਿਹਗੜ੍ਹ ਸਾਹਿਬ ਦੀ ਕੰਧ ਹੈ ਜਿਹੜੀ ਨਾ ਉਹ ਫਟ ਗਈ ਹੈ। ਗੁਰੂ ਕੇ ਲਾਲ ਉੱਪਰ ਡਿੱਗ ਗਏ ਨੇ, ਮੂਧੇ ਮੂੰਹ ਜਿਹਨੂੰ ਆਪਾਂ ਕਹਿੰਦੇ ਆ। ਤੇ ਸੂਬਾ ਘਬਰਾ ਗਿਆ, ਕਚਹਿਰੀ ਛੱਡ ਕੇ ਭੱਜ ਗਿਆ। ਸ਼ਾਸਲ ਬੇਗ ਬਾਸ਼ਲ ਬੇਗ ਸਮਾਣੇ ਦੇ ਜਲਾਦ ਕਹਿੰਦਾ ਤੁਹਾਨੂੰ ਕੇਸ ਵਿੱਚੋਂ ਬਰੀ ਕਰ ਦਿਆਂਗਾ, ਗੁਰੂ ਕੇ ਲਾਲਾਂ ਦੀਆਂ ਸਾਹ ਰਗਾਂ ਛੁਰੇ ਲੈ ਕੇ ਕੱਟ ਦਿਓ। ਇਹਨਾਂ ਦੋਨਾਂ ਜਲਾਦਾਂ ਨੇ ਘਿਨਾਉਣੀ ਹਰਕਤ ਕੀਤੀ। ਇੱਕ ਕੇਸ ਵਿੱਚੋਂ ਬਰੀ ਹੋ ਕੇ ਉਹ ਕੇਸ ਆਪਣੇ ਉੱਪਰ ਪਵਾ ਲਿਆ। ਗੁਰੂ ਕੀ ਸੰਗਤ ਜੀ ਨੂੰ ਕਦੇ ਵੀ ਮਾਫ ਨਹੀਂ ਕਰੇਗੀ। ਇਹਨਾਂ ਨੇ ਛੁਰੇ ਲੈ ਕੇ ਗੁਰੂ ਕੇ ਲਾਲਾਂ ਦੀਆਂ ਗਰਦਨ ਦੀਆਂ ਸਾਹ ਰਗਾਂ ਕੱਟ ਦਿੱਤੀਆਂ। ਅੰਬਰ ਰੋਇਆ, ਧਰਤੀ ਰੋਈ, ਅੰਬਰ ਦੇ ਪੰਛੀ ਰੋਏ ਤੇ ਗੁਰਮਖੋ ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਕਦੇ ਡਿੱਗ ਪੈਂਦਾ, ਕਦੇ ਉੱਠ ਖੜਦਾ। ਸਾਰੀ 250 ਮੀਟਰ ਫਾਸਲਾ ਹੈ ਜਿੱਥੇ ਗੁਰੂ ਕੇ ਲਾਲਾਂ ਨੂੰ ਜਿਹੜਾ ਕੰਧਾਂ ਵਿੱਚ ਚਿਣਿਆ ਗਿਆ ਤੇ ਜਿੱਥੇ ਠੰਡਾ ਬੁਰਜ ਹੈ। ਆਪਾਂ ਦਰਸ਼ਨ ਕਰਦੇ ਹਾਂ, ਕਿੰਨਾ ਕੁ ਫਾਸਲਾ ਹੈ? 250 ਮੀਟਰ ਦਾ, 300 ਮੀਟਰ ਦਾ ਹੋਣਾ, ਇਹ ਤੋਂ ਜ਼ਿਆਦਾ ਨਹੀਂ। ਤੇ ਉਹ 300 ਮੀਟਰ ਬਾਬਾ ਮੋਤੀ ਰਾਮ ਮਹਿਰੇ ਵਾਸਤੇ ਇਉਂ ਮੰਨ ਲਓ ਵੀ ਉਹ 3000 ਮੀਟਰ ਬਣ ਗਿਆ। ਦੁੱਖ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ। ਮਾਤਾ ਜੀ ਕੋਲ ਜਾ ਕੇ ਆਖਿਆ, ਮਾਤਾ ਜੀ ਅੱਜ ਤੁਹਾਡੇ ਪੋਤਰੇ ਦਾਦੇ ਗੁਰੂ ਪਾਸ ਚਲੇ ਗਏ, ਤੇਰੇ ਟੁੱਟ ਗਏ ਲੜੀ ਦੇ ਮੋਤੀ। ਮੋਤੀ ਮਹਿਰਾ ਰੋ ਰੋ ਦੱਸਦਾ। ਤੇ ਪਿਆਰਿਓ ਉਧਰ ਘਟਨਾ ਕੀ ਵਾਪਰੀ? ਇਧਰ ਸ਼ਾਹੂਕਾਰ ਟੋਡਰ ਮੱਲ ਖੱਤਰੀ ਘਰ ਵਾਲੀ ਤੋਂ ਵਿਚਾਰ ਕਰਕੇ ਉਹਦੇ ਨਾਲ ਭੱਜਿਆ ਆਉਂਦਾ। ਸ਼ਾਹੂਕਾਰ ਟੋਡਰ ਮੱਲ ਖੱਤਰੀ ਸੂਬੇ ਸਰਹੰਦ ਨੂੰ ਇਹ ਕਹਿਣ ਵਾਸਤੇ ਆਇਆ ਸੀ, ਕਿਉਂਕਿ ਇਤਿਹਾਸਕਾਰ ਬੜੇ ਖੋਜੀ ਹੁੰਦੇ ਨੇ। ਉਦੋਂ ਜਦੋਂ ਘਰੋਂ ਦੌੜਿਆ ਉਹ ਬੜੀ ਤੇਜ਼ੀ ਨਾਲ ਆਇਆ ਤੇ ਆ ਕੇ ਉਹ ਚੱਲਿਆ ਕੀ ਕਰਨ ਸੀ? ਮੈਂ ਗੁਰੂ ਕੇ ਲਾਲਾ ਨੂੰ, ਗੁਰੂ ਕੇ ਮਾਤਾ ਨੂੰ ਬਾਇਜ਼ਤ ਬਰੀ ਕਰਾਵਾਂਗਾ। ਉਹਦਾ ਜਿਹੜਾ ਸੀ ਸਾਧ ਸੰਗਤ ਟੀਚਾ ਵੀ ਮੈਂ ਬਰੀ ਕਰਾਵਾਂਗਾ, ਮੇਰਾ ਕੁਛ ਵੀ ਲੱਗ ਜਾਵੇ, ਮੈਂ ਜਿਉਂਦਿਆਂ ਨੂੰ ਕੁਛ ਨਹੀਂ ਹੋਣ ਦੇਵਾਂਗਾ। ਜਦੋਂ ਸ਼ਾਹੂਕਾਰ ਟੋਡਰ ਮੱਲ ਪਹੁੰਚਿਆ ਸਰਹੰਦ ਆਪਣੇ ਘਰੋਂ, ਉਹ ਕਹਿੰਦਾ ਵੀ ਮੈਂ ਗੁਰੂ ਕੇ ਲਾਲਾ ਨੂੰ ਬਰੀ ਕਰਾਉਣਾ। ਉਸ ਵੇਲੇ ਸੇਠ ਟੋਡਰ ਮੱਲ ਨੂੰ ਜਿਹੜੀ ਗੱਲ ਆਖੀ ਗਈ, ਟੋਡਰ ਮੱਲ ਜੀ ਗੁਰੂ ਕੇ ਲਾਲ ਤੇ ਮਾਤਾ ਜੀ ਤਾਂ ਸੱਚਖੰਡ ਚਲੇ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭੁੱਬਾਂ ਮਾਰ ਕੇ ਰੋਇਆ ਸੇਠ ਟੋਡਰ ਮੱਲ। ਕਹਿੰਦਾ ਐ ਕਿਸਮਤ, ਤੂੰ ਮੈਨੂੰ ਦਗਾ ਦੇ ਗਈ, ਮੇਰੇ ਨਾਲ ਧੋਖਾ ਕਰ ਗਈ, ਮੈਥੋਂ ਇਹ ਬਹੁਤ ਵੱਡੀ ਭੁੱਲ ਹੋ ਗਈ। ਮੈਂ ਲੇਟ ਕਿਉਂ ਹੋ ਗਿਆ? ਕਿਉਂਕਿ ਉਹਦੀ ਗੱਲ ਸਾਰੇ ਮੰਨਦੇ ਸੀ ਟੋਡਰ ਮੱਲ ਜੀਆਂ ਦੀ। ਤੇ ਕਹਿੰਦਾ ਠੀਕ ਹੈ, ਜੋ ਭਾਣਾ ਵਾਪਰ ਗਿਆ ਤਾਂ ਵਾਪਰ ਗਿਆ। ਹੱਥ ਜੋੜੇ ਪਰਮੇਸ਼ਰ, ਗੁਰੂ ਕੇ ਲਾਲਾਂ ਦਾ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਦੀ ਸੇਵਾ ਤਾਂ ਮੈਨੂੰ ਬਖਸ਼ ਦਿਓ। ਤੇ ਫਿਰ ਆਪ ਜੀ ਨੂੰ ਪਤਾ ਹੈ ਵੀ ਇਹ ਸੇਠ ਟੋਡਰ ਮੱਲ ਨੇ ਉਹ ਸੇਵਾ ਖੜੀਆਂ ਮੋਹਰਾਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਤੇ ਇਹਨੇ ਪੱਲਾ ਅੱਡ ਕੇ ਜਿਹੜੀਆਂ ਮੋਹਰਾਂ ਘਟ ਗਈਆਂ ਸੀ ਘਰ ਵਾਲੀ ਨੂੰ ਨਾਲ ਲੈ ਕੇ ਸ਼ਹਿਰ ਦੇ ਵਿੱਚੋਂ ਇਕੱਠੀਆਂ ਕੀਤੀਆਂ ਤੇ ਫਿਰ ਸਾਧ ਸੰਗਤ ਗੁਰਦੁਆਰਾ ਜੋਤੀ ਸਰੂਪ ਵਾਲੀ ਜਗ੍ਹਾ ਤੇ ਗੁਰੂ ਕੇ ਲਾਲਾਂ ਦਾ ਤੇ ਮਾਤਾ ਜੀ ਦਾ ਸੰਸਕਾਰ ਆਪਣੇ ਹੱਥੀਂ ਸੇਠ ਟੋਡਰ ਮੱਲ ਨੇ ਕੀਤਾ। ਸੋ ਅੱਜ ਮੇਨ ਬਾਜ਼ਾਰ ਬਰੇਟਾ ਸ਼ਹਿਰ ਦੀਆਂ ਸੰਗਤਾਂ 9ਵਾਂ ਇਹ ਸਾਲਾਨਾ ਸਮਾਗਮ ਹੈ ਤੁਹਾਡਾ। ਬੜੀ ਸ਼ਰਧਾ ਨਾਲ ਭਾਵਨਾ ਨਾਲ ਤੁਸੀਂ ਇਹ ਸਮਾਗਮ ਮਨਾਉਂਦੇ ਹੋ। ਸੋ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਇਹ ਬਲ ਬਖਸ਼ਣ, ਉਦਮ ਬਖਸ਼ਿਸ਼ ਕਰਨ
ਤੇ ਜਿਹੜੇ ਤੁਸੀਂ ਲੰਗਰ ਲਾਉਂਦੇ ਹੋ, ਲੰਗਰਾਂ ਦੇ ਵਿੱਚ ਬਹੁਤ ਵੱਡੇ ਯੋਗਦਾਨ ਬਾਬਾ ਮੋਤੀ ਰਾਮ ਮਹਿਰਾ ਜੀਆਂ ਨੇ। ਮੈਨੂੰ ਸੰਗਤ ਕਹਿਣ ਲੱਗੇ, ਕਹਿੰਦੇ ਵੀ ਥੋੜ੍ਹਾ ਜਿਹਾ ਸੰਗਤ ਨੂੰ ਦੱਸ ਦਿਓ ਵੀ ਲੰਗਰਾਂ ਦੇ ਵਿੱਚ ਯੋਗਦਾਨ। ਮੈਂ ਆਖਿਆ ਵੀ ਇੱਥੇ ਤਾਂ ਉਹ ਲੋਕ ਨੇ, ਇਸ ਮਾਰਕੀਟ ਦੇ ਵਿੱਚ ਤਾਂ ਇੱਕੋ ਹੀ ਘਰ ਲੰਗਰ ਲਾ ਦੇਵੇ ਸਾਰਾ, ਇੱਕੋ ਹੀ ਪਰਿਵਾਰ ਲੰਗਰ ਲਾ ਦੇਵੇ ਸਾਰਾ, ਤੇ ਤੁਸੀਂ ਸਾਰਿਆਂ ਨੇ ਜਿਵੇਂ ਮੋਢੇ ਨਾਲ ਮੋਢਾ ਜੋੜਦੇ ਹੋ ਲੰਗਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਕਰੋ, ਤੇ ਨਾਲ ਨਾਲ ਜੋ ਜੋ ਇਹ ਸੇਵਾਵਾਂ ਨੇ ਤਕੜੇ ਹੋ ਕੇ ਨਿਭਾਓ। ਸੋ ਹੁਣ ਮੇਰੀ ਬੇਨਤੀ ਇਹ ਹੈ ਵੀ ਅਸੀਂ ਹੁਣ ਸ਼੍ਰੀ ਮੁਕਤਸਰ ਸਾਹਿਬ ਦੇ ਕੋਲ ਪਿੰਡ ਹੈ ਰੁਖਾਲਾ, ਉੱਥੇ ਜਾ ਕੇ ਅਸੀਂ ਹੁਣ ਕੀਰਤਨ ਕਰਨਾ ਹੈ। ਤੇ ਉਹਦੇ ਵਾਸਤੇ ਕਿਉਂਕਿ ਅੱਜ ਇਹ ਪ੍ਰੋਗਰਾਮ ਇਹਨਾਂ ਦਿਨਾਂ ਦੇ ਬਹੁਤ ਜ਼ਿਆਦਾ ਬੁੱਕ ਨੇ, ਤੇ ਉੱਥੇ ਜਾ ਕੇ ਅਸੀਂ ਸਮੇਂ ਤੇ ਪਹੁੰਚਣਾ, ਤੇ ਅਸੀਂ ਤੁਹਾਥੋਂ ਸੰਗਤ ਤੋਂ ਹੁਣ ਆਗਿਆ ਮੰਗਾਂਗੇ। ਬਾਬਾ ਜੀ ਆਨੰਦ ਸਾਹਿਬ ਦੀਆਂ 6 ਪੌੜੀਆਂ